ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ। ਕਹਿੰਦੇ ਕਿ ਜਿਨ੍ਹਾਂ ਦੀਆਂ ਸੋਚਾਂ ਵੱਡੀਆਂ ਹੁੰਦੀਆਂ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਆ। ਜਦੋਂ ਅਸੀਂ ਆਪਣੀਆਂ ਸੋਚਾਂ ਦੀ ਗੱਲ ਕਰਦੇ ਹਾਂ ਤਾਂ ਸੋਚਾਂ ਸਾਡੀਆਂ ਕਦੇ ਵੀ ਸਥਿਰ ਨਹੀਂ ਹੁੰਦੀਆਂ। ਹਰ ਵੇਲੇ ਸਾਡੀ ਜਿਹੜੀ ਸੋਚ ਹੈ ਉਹ ਦੌੜਦੀ ਰਹਿੰਦੀ ਹੈ। ਪਰ ਜਦੋਂ ਅਸੀਂ ਆਪਣੀ ਸੋਚ ਬਾਰੇ ਅਵੇਅਰ ਹੋ ਜਾਂਦੇ ਹਾਂ ਕਿ ਸਾਡੀ ਸੋਚ ਸਾਨੂੰ ਦੌੜਾ ਕੇ ਕਿੱਧਰ ਨੂੰ ਲੈ ਕੇ ਜਾ ਰਹੀ ਹੈ, ਫਿਰ ਸੋਚਣ ਦਾ ਵੀ ਮਜ਼ਾ ਆਉਂਦਾ ਹੈ, ਦੌੜਨ ਦਾ ਵੀ ਮਜ਼ਾ ਆਉਂਦਾ ਹੈ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਮੈਂ ਗੱਲਬਾਤ ਕਰਨੀ ਆ ਉਹ ਇਹ ਹੈ ਕਿ ਜਦੋਂ ਤੁਸੀਂ ਪ੍ਰਚਲਿਤ ਵਿਚਾਰਾਂ ਅਤੇ ਪ੍ਰਚਲਿਤ ਵਿਸ਼ਵਾਸਾਂ ਤੋਂ ਹਟ ਕੇ ਸੋਚਦੇ ਹੋ, ਹਟ ਕੇ ਵਿਸ਼ਵਾਸ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਹੋਣਗੇ ਉਹਨਾਂ ਦੀਆਂ ਜੇ ਮੈਂ ਸਿਫਤਾਂ ਕਰਨੀਆਂ ਸ਼ੁਰੂ ਕਰਾਂ ਤਾਂ ਮੈਨੂੰ ਲੱਗਦਾ ਪੂਰਾ ਪ੍ਰੋਗਰਾਮ ਹੀ ਖ਼ਤਮ ਹੋ ਜਾਏਗਾ। ਸੋ ਅੱਜ ਸਿਫਤਾਂ ਮੈਂ ਘੱਟ ਕਰਨੀਆਂ, ਉਹਨਾਂ ਦੇ ਨਾਲ ਗੱਲਾਂ ਜ਼ਿਆਦਾ ਕਰਨੀਆਂ। ਉਹ ਪਹਿਚਾਣੇ ਜਾਂਦੇ ਨੇ ਇੱਕ ਲੇਖਕ ਦੇ ਤੌਰ ਦੇ ਉੱਤੇ। ਉਹਨਾਂ ਦੀਆਂ ਕਵਿਤਾ ਦੀਆਂ, ਕਹਾਣੀ ਦੀਆਂ, ਨਾਟਕ ਦੀਆਂ, ਲੇਖਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ। ਇਕੱਲੇ ਤੌਰ 'ਤੇ ਵੀ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਉਹਨਾਂ ਨੇ ਅਨੁਵਾਦ ਵੀ ਕੀਤੀਆਂ ਕਈ ਕਿਤਾਬਾਂ, ਅਤੇ ਕਈ ਕਿਤਾਬਾਂ ਕਈ ਹੋਰ ਲੇਖਕਾਂ ਦੇ ਨਾਲ ਸਾਂਝ ਦੇ ਵਿੱਚ ਵੀ ਲਿਖੀਆਂ ਨੇ। ਮੈਂ ਜਦੋਂ ਇੱਕ ਵੱਖਰੀ ਸੋਚ ਦੀ ਗੱਲ ਕਰਦੀ ਹਾਂ, ਇੱਕ ਪ੍ਰਚਲਿਤ ਵਿਸ਼ਵਾਸ ਤੋਂ ਵੱਖਰੇ ਵਿਸ਼ਵਾਸ ਤੱਕ ਦੇ ਸਫ਼ਰ ਦੀ ਗੱਲ ਕਰਦੀ ਹਾਂ, ਉਹਨਾਂ ਵੱਲ ਦੇਖ ਕੇ ਮੈਨੂੰ ਇਸ ਚੀਜ਼ ਦਾ ਬਹੁਤ ਤਸੱਲੀ ਹੁੰਦੀ ਆ। ਮੇਰੀ ਜਦੋਂ ਉਹਨਾਂ ਦੇ ਨਾਲ ਪਹਿਲੀ ਮੁਲਾਕਾਤ ਹੋਈ ਸੀ, ਮੈਨੂੰ ਯਾਦ ਹੈ ਕਿ ਥੋੜ੍ਹੀ ਜਿਹੀ ਉਹ ਅਨਕੰਫਰਟੇਬਲ ਜਿਹੀ ਮੈਂ ਹੋ ਗਈ ਸੀ। ਸ਼ਾਇਦ ਉਹਨਾਂ ਨੂੰ ਯਾਦ ਨਾ ਹੋਵੇ। ਅੱਜ ਮੈਂ ਉਹਨਾਂ ਨੂੰ ਇਹ ਵੀ ਗੱਲ ਪੁੱਛਣ ਦੀ ਕੋਸ਼ਿਸ਼ ਕਰੂੰਗੀ। ਪਰ ਪਿਛਲੇ ਕੁਝ ਸਮੇਂ ਤੋਂ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ 'ਚ ਕਾਫੀ ਜ਼ਿਆਦਾ ਕੰਫਰਟੇਬਲ ਹਾਂ, ਕਿਉਂਕਿ ਮੇਰੀ ਆਪਣੀ ਸੋਚ ਵੀ ਬਦਲੀ ਹੈ, ਮੇਰਾ ਦੇਖਣ ਦਾ ਨਜ਼ਰੀਆ ਵੀ ਬਦਲਿਆ ਹੈ। ਅਤੇ ਮੈਂ ਅੱਜ ਕੱਲ੍ਹ ਉਹਨਾਂ ਨੂੰ ਨਾਸਤਿਕ ਸਾਧੂ ਕਹਿ ਕੇ ਬੁਲਾਉਂਦੀ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਕਿਤਾਬ ਹੈ, ਬਹੁਤ ਸਾਰੀਆਂ ਕਿਤਾਬਾਂ ਹੋਰ ਵੀ ਨੇ। ਇੱਕ ਕਿਤਾਬ ਜਿਹੜੀ ਨਾਸਤਿਕ ਬਾਣੀ ਉਹਨਾਂ ਨੇ ਲਿਖੀ ਹੈ, ਨਾਸਤਿਕ ਬਾਣੀ ਦੇ ਮੈਂ ਕਹੂੰਗੀ ਕਿ ਰਚੇਤਾ ਨੇ, ਉਹਨਾਂ ਨੇ ਕੰਪਾਇਲ ਕੀਤੀ ਹੈ। ਉਹ ਬਹੁਤ ਵੱਖਰੀ ਕਿਸਮ ਦੀ ਕਿਤਾਬ ਹੈ। ਕਾਫੀ ਦੇਰ ਤੋਂ ਪੜ੍ਹਨ ਦੀ ਇੱਛਾ ਸੀ, ਪਰ ਮੈਂ ਪਿਛਲੇ ਦਿਨੀਂ ਉਹ ਕਿਤਾਬ ਪੜ੍ਹੀ ਹੈ। ਇਸ ਤੋਂ ਇਲਾਵਾ ਉਹਨਾਂ ਦੀ ਪੰਜਾਬੀ ਬੋਲੀ ਬਾਰੇ, ਜਿਹੜੀ ਕੈਨੇਡਾ ਦੇ ਵਿੱਚ ਪੰਜਾਬੀ ਬੋਲੀ, ਉਸ ਸੰਬੰਧੀ ਕਿਤਾਬ ਕਾਫੀ ਸਮੇਂ ਤੋਂ ਮੈਂ ਪੜ੍ਹਦੀ ਆ ਰਹੀ। ਜਦੋਂ ਮੈਨੂੰ ਜ਼ਰੂਰਤ ਪੈਂਦੀ ਹੈ ਮੈਂ ਰੈਫਰੈਂਸਿਸ ਦੇ ਲਈ ਵੀ ਉਹਨੂੰ ਯੂਜ਼ ਕਰਦੀ ਹਾਂ। ਸੋ ਬਹੁਤ ਸਾਰੀਆਂ ਕਿਤਾਬਾਂ, ਬਹੁਤ ਕੁਝ ਉਹਨਾਂ ਨੇ ਲਿਖਿਆ, ਬਹੁਤ ਕੁਝ ਪੜ੍ਹਾਇਆ। ਅਤੇ ਨਾਸਤਿਕ ਬਾਣੀ ਦੇ ਰਚੇਤਾ ਅੱਜ ਮੇਰੇ ਨਾਲ ਨੇ, ਨਾਸਤਿਕ ਸਾਧੂ ਯਾਨੀ ਸਾਧੂ ਬਿਨਿੰਗ ਜੀ। ਸਾਧੂ ਬਿਨਿੰਗ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਨਵਜੋਤ ਜੀ। ਤੁਹਾਨੂੰ ਯਾਦ ਹੈ ਮੇਰੀ ਜਿਹੜੀ ਪਹਿਲੀ ਮੁਲਾਕਾਤ ਤੁਹਾਡੇ ਨਾਲ ਹੋਈ ਸੀ? ਨਹੀਂ ਯਾਦ? ਮੈਨੂੰ ਨਹੀਂ ਯਾਦ ਹੈ। ਮੈਨੂੰ ਯਾਦ ਹੈ। ਅੱਛਾ, ਖੈਰ ਉਹਦਾ ਅੱਗੇ ਚੱਲ ਕੇ ਆਪਾਂ ਜ਼ਿਕਰ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਖਾਸ ਤੌਰ 'ਤੇ ਜੀ ਆਇਆਂ ਨੂੰ ਕਹਿੰਦੀ। ਕਾਫੀ ਦੇਰ ਤੋਂ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਆਪਾਂ ਇਸ ਤਰ੍ਹਾਂ ਬੈਠ ਕੇ ਗੱਲ ਕਰ ਸਕੀਏ। ਖੈਰ ਅੱਜ ਉਹ ਸਬੱਬ ਬਣਿਆ। ਬਿਲਕੁਲ ਬਿਲਕੁਲ ਯਾਰ, ਇੱਕ ਦੋ ਵਾਰ ਸਾਨੂੰ ਉਹ ਕੈਂਸਲ ਕਰਨਾ ਪਿਆ ਅੱਗੇ। ਹਾਂਜੀ ਬਿਲਕੁਲ। ਸੋ ਸਾਧੂ ਜੀ ਹੁਣਾਂ ਦੀ ਅੱਜ ਮੈਂ ਖਾਸ ਕਰਕੇ ਜਿਹੜੀ ਆਪਣੀ ਜ਼ਿੰਦਗੀ ਦੀ ਜਰਨੀ ਹੈ ਅਤੇ ਉਹਦੇ ਬਾਰੇ ਅੱਜ ਗੱਲਬਾਤ ਕਰਨਾ ਚਾਹੂੰਗੀ। ਸਾਧੂ ਜੀ, ਤੁਸੀਂ ਕਾਫੀ ਜ਼ਿਆਦਾ ਮੈਂ ਕਹੂੰਗੀ ਕਿ ਪਹਿਚਾਣੇ ਜਾਂਦੇ ਹੋ, ਜਾਣੇ ਜਾਂਦੇ ਹੋ ਨਾਸਤਿਕ ਹੋਣ ਦੇ ਨਾਤੇ ਸਾਡੇ ਇੱਥੇ ਦੇ ਭਾਈਚਾਰੇ ਦੇ ਵਿੱਚ। ਅਤੇ ਮੈਂ ਉਹਦੇ ਬਾਰੇ ਬਹੁਤ ਗੱਲਾਂ ਵੱਖਰੇ ਸੈਗਮੈਂਟ ਦੇ ਵਿੱਚ ਕਰੂੰਗੀ। ਪਰ ਸਭ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਦਾ ਇਹੀ ਇੰਟਰਸਟ ਹੋਏਗਾ ਕਿ ਸਾਧੂ ਬਿਨਿੰਗ ਆਪਣੇ ਆਪ ਨੂੰ ਜਦੋਂ ਪਹਿਚਾਣੇ ਜਾਂਦੇ ਪਸੰਦ ਕਰਦੇ ਆ, ਤੁਸੀਂ ਇੱਕ ਇਨਸਾਨ ਹੋ, ਤੁਸੀਂ ਇੱਕ ਵਧੀਆ ਵਿਅਕਤੀ ਹੋ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਕੀ ਪਹਿਚਾਣ ਹੈ? ਬੜਾ ਦਿਲਚਸਪ ਸਵਾਲ ਹੈ ਕਿ ਮੈਂ ਕਦੀ ਬੜਾ ਸੋਚਿਆ ਨਹੀਂ ਵੀ ਮੇਰੀ ਕੀ ਪਛਾਣ ਹੈ। ਮੈਂ ਪਿਛਲੇ ਕੁਝ ਸਾਲਾਂ ਤੋਂ, ਜਿਵੇਂ ਤੁਸੀਂ ਕਿਹਾ, ਮੇਰੇ 'ਤੇ ਜਿਹੜਾ ਨਾਸਤਿਕਤਾ ਦਾ ਵਿਚਾਰ ਉਹ ਕਾਫੀ ਭਾਰੂ ਆ। ਸੋ ਮੈਂ ਖੁਦ ਨੂੰ ਹੁਣ ਪਿਛਲੇ ਕੁਝ ਸਾਲਾਂ ਦਾ ਨਾਸਤਿਕ ਦੇ ਤੌਰ 'ਤੇ ਹੀ ਆਪਣੇ ਆਪ ਨੂੰ ਸਮਝਦਾ ਕਿ ਜਿਹੜੀ ਮੇਰੀ ਮੁੱਖ ਪਛਾਣ ਆ ਉਹਦੇ ਨਾਲ ਮੈਂ ਕੰਫਰਟੇਬਲ ਹਾਂ, ਉਹਦੇ ਨਾਲ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਆ ਪੂਰੀ। ਅਤੇ ਮੈਂ ਖੁਸ਼ ਹਾਂ ਇਸ ਗੱਲ ਦੇ ਉੱਤੋਂ ਕਿ ਮੈਂ ਜੀਵਨ ਦੇ ਵਿੱਚ ਜਿਹੜਾ ਇੱਕ ਆਪਣਾ ਸਫ਼ਰ ਕੀਤਾ ਉਹ ਮੈਂ ਇਸ ਪੁਆਇੰਟ 'ਤੇ ਹੁਣ ਹੈਗਾ। ਇਹ ਨਹੀਂ ਮੈਂ ਕਹਿੰਦਾ ਵੀ ਕੱਲ੍ਹ ਨੂੰ ਕੁਛ ਬਦਲ ਵੀ ਸਕਦਾ, ਕਿਉਂਕਿ ਤੁਸੀਂ ਕੱਲ੍ਹ ਬਾਰੇ ਕੁਛ ਨਹੀਂ ਕਹਿ ਸਕਦੇ। ਜਿਵੇਂ ਮੇਰੇ ਪਹਿਲਾਂ ਵਿਚਾਰ ਬਦਲੇ ਆ, ਕਿਸੇ ਦੇ ਵਿਚਾਰ ਬਦਲ ਸਕਦੇ ਆ, ਪਰ ਮੈਂ ਤਕਰੀਬਨ 20 ਸਾਲ ਦੀ ਉਮਰ ਤੋਂ ਇੱਦਾਂ ਸੋਚਣ ਲੱਗ ਪਿਆ ਸੀ, ਕਿਉਂਕਿ ਮੈਨੂੰ ਸ਼ੁਰੂ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਜਿਹੜਾ ਸ਼ੌਕ ਆ ਉਹ ਛੋਟੀ ਉਮਰ ਤੋਂ ਪੈ ਗਿਆ ਸੀ। ਮੈਂ ਮੇਰਾ ਖਿਆਲ ਚੌਥੀ ਜਾਂ ਪੰਜਵੀਂ 'ਚ ਪੜ੍ਹਦਾ ਸੀ, ਉਦੋਂ ਤੋਂ ਮੈਂ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ।
ਅਤੇ 60s ਦੇ ਵਿੱਚ ਜਦੋਂ ਮੈਂ ਅਜੇ ਟੀਨੇਜਰ ਸੀ, ਉਦੋਂ ਬਹੁਤ ਸਾਰੀਆਂ ਜਿਹੜੀਆਂ ਰੂਸੀ ਕਿਤਾਬਾਂ ਦੇ ਅਨੁਵਾਦ ਉਹਨਾਂ ਸਾਲਾਂ 'ਚ ਹੋਏ, ਔਰ ਉਹ ਕਾਫੀ ਲੋਕਾਂ ਦੇ ਵਿੱਚ ਉਦੋਂ ਪੜ੍ਹੀਆਂ ਜਾਂਦੀਆਂ ਸੀ, ਉਹਨਾਂ ਬਾਰੇ ਗੱਲਬਾਤ ਹੁੰਦੀ ਸੀ, ਅਤੇ ਮੈਂ ਵੀ ਉਹਨਾਂ ਦਾ। ਅਤੇ ਦੂਜੀ ਗੱਲ ਨਾਲ ਇਹ ਤਕਰੀਬਨ 5ਵੀਂ ਤੋਂ ਹੀ ਮੈਂ ਪ੍ਰੀਤ ਲੜੀ ਦਾ ਪਾਠਕ ਬਣ ਗਿਆ ਸੀ ਜਿਹੜਾ। ਅੱਛਾ, ਇੰਨੀ ਛੋਟੀ ਉਮਰ ਤੋਂ? ਹਾਂ, ਸਾਡੇ ਅਧਿਆਪਕ ਹੁੰਦੇ ਸੀ, ਉਹਨਾਂ ਨੂੰ ਵੀ ਪੜ੍ਹਨ ਦਾ ਸ਼ੌਕ ਸੀ, ਅਤੇ ਉਹਨਾਂ ਦੇ ਕਰਕੇ ਵੀ, ਅਤੇ ਇੱਕ ਦੋ ਮੇਰੇ ਪਿੰਡ ਦੇ ਹੋਰ ਲੋਕ ਸੀਗੇ ਜਿਹੜੇ ਕਿਤਾਬਾਂ ਦਾ ਸ਼ੌਕ ਰੱਖਦੇ ਸੀ। ਸੋ ਉਹ ਜਿਹੜੀ ਮੈਂ ਵੀ ਉਹਨਾਂ ਲੋਕਾਂ 'ਚੋਂ ਹਾਂ ਜਿਨ੍ਹਾਂ 'ਤੇ ਪ੍ਰੀਤ ਲੜੀ ਨੇ ਕਾਫੀ ਅਸਰ ਪਾਇਆ, ਜਿਨ੍ਹਾਂ ਦੀ ਸੋਚ ਦੇ ਉੱਤੇ। ਸੋ ਮੈਂ ਸਮਝਦਾ ਕਿ ਪ੍ਰੀਤ ਲੜੀ ਦੇ ਨਾਲ ਸ਼ੁਰੂ ਦੇ ਵਿੱਚ ਵਾਕਫੀਅਤ ਹੋ ਜਾਣੀ, ਉਹ ਮੇਰੇ ਲਈ ਇੱਕ ਵਧੀਆ ਗੱਲ ਸੀਗੀ। ਸੋ ਮੈਂ ਉਦੋਂ ਹੀ ਜਿਵੇਂ ਆਪਣੇ ਮਹਿਸੂਸ ਕਰਾਂ, ਬਹੁਤ ਸਾਰੀਆਂ ਗੱਲਾਂ ਦੇ ਵਿੱਚ ਮੈਂ ਤਰਕਸ਼ੀਲ ਸੀ। ਇਹ ਤਾਂ ਨਹੀਂ ਮੈਂ ਕਹਿੰਦਾ ਵੀ ਮੈਂ ਉਸ ਵੇਲੇ ਇੱਕ ਨਾਸਤਿਕ ਸੀਗਾ, ਪਰ ਕਾਫੀ ਤਰਕਸ਼ੀਲ ਸੋਚ ਸੀ ਮੇਰੀ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਸੀ ਵੀ ਇੱਦਾਂ ਨਹੀਂ, ਕਿਉਂਕਿ ਪੜ੍ਹਦੇ ਰਹਿੰਦੇ ਸਾਹਿਤ ਦੇ ਵਿੱਚ ਬਹੁਤ ਕੁਛ ਤੁਸੀਂ ਦੇਖਦੇ ਆ, ਸੁਣਦੇ ਆ, ਵੱਖਰੇ ਵੱਖਰੇ ਜਿਹੜੇ ਸਾਹਿਤ ਦਾ ਮੈਂ ਸਮਝਦਾ ਕਿ ਇਹ ਪੜ੍ਹਨ ਦਾ ਹੈਗਾ ਕਿ ਤੁਸੀਂ ਇੱਕ ਤਾਂ ਤੁਸੀਂ ਆਪਣਾ ਜੀਵਨ ਜੀ ਰਹੇ ਹੋ, ਤੁਹਾਡਾ ਆਪਣਾ ਤਜਰਬਾ ਰੋਜ਼ ਦਾ, ਨਾਲ ਤੁਸੀਂ ਜਦੋਂ ਕੋਈ ਪਰਟੀਕੁਲਰ ਨਾਵਲ ਪੜ੍ਹਦੇ ਹੋ, ਨਾਵਲ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਹੁੰਦੇ ਆ ਪਾਤਰ, ਉਹਨਾਂ ਦੀ ਲਾਈਫ ਵੀ ਤੁਹਾਡਾ ਹਿੱਸਾ ਬਣ ਜਾਂਦੀ ਆ ਵੀ ਉਹ ਕਿਸੇ ਗਿਵਨ ਸਿਚੁਏਸ਼ਨ ਦੇ ਵਿੱਚ, ਕਿਸੇ ਸਥਿਤੀ ਵਿੱਚ ਉਹ ਕਿੱਦਾਂ ਜਿਹੜਾ ਉਹ ਪ੍ਰਤੀਕਰਮ ਕਰਦੇ ਆ, ਕਿੱਦਾਂ ਉਹ ਬਿਹੇਵ ਕਰਦੇ ਆ। ਸੋ ਉਹਦੇ ਨਾਲ ਮਤਲਬ ਮੈਂ ਤਰਕਸ਼ੀਲ ਤਾਂ ਡੈਫੀਨੇਟਲੀ ਸੀਗਾ ਆਪਣੇ ਹਾਈ ਸਕੂਲ ਦੇ ਸਮੇਂ। ਅਤੇ ਪਰ 20 ਸਾਲ ਦੀ ਉਮਰ, ਮੈਂ 19-20 ਸਾਲ ਦਾ ਇੱਧਰ ਆ ਗਿਆ ਸੀ, ਉਦੋਂ ਤੋਂ ਮੈਂ ਤਕਰੀਬਨ ਮੇਰਾ ਜਿਹੜਾ ਰੱਬ ਜਾਂ ਧਰਮ ਦੇ ਵਿੱਚ ਵਿਸ਼ਵਾਸ ਜਿਹੜਾ ਉਹ ਨਹੀਂ ਰਿਹਾ। ਅਤੇ ਭਾਵੇਂ ਮੇਰਾ ਵਿਆਹ ਜਦੋਂ ਇੱਥੇ ਹੋਇਆ ਤਾਂ ਮੈਂ ਗੁਰਦੁਆਰੇ ਹੋਇਆ, ਮਤਲਬ ਇਹ ਨਹੀਂ ਹੈ ਕਿਸੇ ਤਰ੍ਹਾਂ ਵੀ ਮੈਂ ਆਪਣੇ ਆਪ ਨੂੰ ਸਮਾਜ ਤੋਂ ਵੱਖ ਕੀਤਾ ਜਾਂ ਹੁਣ ਵੀ ਸਮਝਦਾ ਹਾਂ, ਕਿਉਂਕਿ ਸਮਾਜ ਦਾ ਉਹ ਇੱਕ ਹਿੱਸਾ ਆ। ਤੁਸੀਂ ਜੋ ਕੁਛ ਵੀ ਕਰਨਾ ਉਹ ਸਭ ਕੁਝ ਸਮਾਜ ਮੁਤਾਬਕ ਤੁਸੀਂ ਕਰਦੇ ਆ। ਮੇਰੇ ਫਾਦਰ ਦੀ ਇੱਥੇ ਡੈਥ ਹੋਈ ਆ, ਮੇਰੀ ਮਦਰ ਦੀ ਹੋਈ ਆ, ਅਸੀਂ ਉਹਨਾਂ ਦੇ ਜੋ ਕੁਛ ਵੀ ਬਾਕੀ ਲੋਕ ਜਿਹੜੇ ਧਾਰਮਿਕ ਕਰਦੇ ਹੈਗੇ ਅਸੀਂ ਉਹਨਾਂ ਦਾ ਵੀ ਕੀਤਾ ਜਿੰਨਾ ਕੁ ਮਤਲਬ ਉਹਨਾਂ ਦੇ ਲਈ। ਪਰ ਮੈਂ ਆਪਣੀ ਜੇਬ ਵਿੱਚ ਇਹ ਲਿਖ ਕੇ ਪਾਇਆ ਵੀ ਜਦੋਂ ਮੈਂ ਮਰਿਆ ਤਾਂ ਮੇਰੇ ਲਈ ਕੁਛ ਇੱਦਾਂ ਦਾ ਨਾ ਕੀਤਾ ਜਾਵੇ, ਅਤੇ ਮੇਰੇ ਬੱਚਿਆਂ ਨੂੰ ਇਸ ਗੱਲ ਦਾ ਪਤਾ ਆ। ਪਰ ਮੈਂ ਆਪਣੀ ਮਾਂ ਲਈ ਜਾਂ ਆਪਣੇ ਪੇ ਲਈ ਜੋ ਕੁਛ ਉਹਨਾਂ ਦੇ ਵਿਸ਼ਵਾਸ ਸੀਗੇ ਉਹਦੇ ਮੁਤਾਬਕ ਕੀਤਾ, ਉਹਨਾਂ ਦੇ ਵਿਸ਼ਵਾਸਾਂ ਦੇ ਹਿਸਾਬ ਦੇ ਨਾਲ। ਇਹ ਨਹੀਂ ਵੀ ਮੈਂ ਕਿਸੇ ਤਰ੍ਹਾਂ ਜਿਹੜਾ ਕੋਈ ਵਿਸ਼ਵਾਸ ਕਰਨ ਅੜੀਅਲ ਰਵੱਈਆ ਹੋ ਗਿਆ ਕਿ ਨਹੀਂ, ਨਹੀਂ ਇੱਦਾਂ ਨਹੀਂ ਵੀ ਮਤਲਬ ਜਿਹੜਾ ਬੰਦਾ ਵਿਸ਼ਵਾਸ ਕਰਦਾ ਵੀ ਉਹ ਕਿਸੇ ਤਰ੍ਹਾਂ ਘਟੀਆ ਹੈ ਜਾਂ ਮੈਂ ਉਹਨੂੰ ਨਫ਼ਰਤ ਕਰਨਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਪਰ ਮੇਰਾ ਆਪਣਾ ਵਿਸ਼ਵਾਸ ਜਿਹੜਾ ਉਹ ਇਹ ਪੱਕਾ ਆ ਹੁਣ ਕਾਫੀ ਦੇਰ ਦਾ। ਅਤੇ ਮੈਂ ਜਿਹੜੀ ਤੁਸੀਂ ਪਛਾਣ ਦੀ ਗੱਲ ਕੀਤੀ ਆ, ਹੁਣ ਜੇ ਮੈਨੂੰ ਕੋਈ ਪੁੱਛੇ ਤਾਂ ਮੈਂ ਆਪਣੇ ਆਪ ਨੂੰ ਨਾਸਤਿਕ ਦੇ ਤੌਰ 'ਤੇ ਮੇਰੀ ਪਛਾਣ ਹੈਗੀ ਆ। ਸਾਧੂ ਜੀ, ਸਾਡੇ ਸੁਣਨ ਵਾਲੇ ਜਾਣਨਾ ਚਾਹਣਗੇ ਥੋੜ੍ਹੀ ਬੈਕਗਰਾਊਂਡ। ਤੁਸੀਂ ਪਿੰਡ ਦਾ ਜ਼ਿਕਰ ਕੀਤਾ, ਤੁਸੀਂ ਕਿਵੇਂ ਛੋਟੇ ਹੁੰਦੇ ਨੇ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ 4ਵੀਂ-5ਵੀਂ ਨੇ, ਥੋੜ੍ਹਾ ਜਿਹਾ ਆਪਣੀ ਪੰਜਾਬ ਤੋਂ ਜਿਹੜੀ ਬੈਕਗਰਾਊਂਡ ਹੈ ਜਿਸ ਥਾਂ ਤੋਂ ਤੁਸੀਂ ਉਹਦੇ ਬਾਰੇ ਦੱਸੋ। ਠੀਕ, ਮੇਰਾ ਪਿੰਡ ਫਗਵਾੜੇ ਦੇ ਲਾਗੇ ਆ। ਫਗਵਾੜੇ ਤੋਂ ਜਲੰਧਰ ਨੂੰ ਛੋਟਾ ਜਿਹਾ ਸਟੇਸ਼ਨ ਆਉਂਦਾ ਉੱਥੇ ਚਿਹੜੂ, ਉਹ ਮੇਰਾ ਪਿੰਡ ਆ। ਚਿਹੜੂ ਦਾ ਪੁਲ ਬਹੁਤ ਮਸ਼ਹੂਰ ਹੈ। ਪੁਲ ਬਹੁਤ ਮਸ਼ਹੂਰ ਆ, ਅਤੇ ਉਹਨਾਂ ਪੁਲਾਂ ਦੇ ਉੱਤੇ ਪਸ਼ੂ ਚਾਰਦਾ ਮੈਂ ਵੱਡਾ ਹੋਇਆ। ਅੱਛਾ, ਹਾਂ। ਸੋ ਉਹ ਮੇਰਾ ਪਿੰਡ, ਅਤੇ ਅਸੀਂ ਪੜ੍ਹਨ 5ਵੀਂ ਤੱਕ ਸਾਡੇ ਪਿੰਡ ਸੀ ਸਕੂਲ, ਅਤੇ ਉਸ ਤੋਂ ਬਾਅਦ ਸਾਡੇ ਨਾਲ ਦੇ ਪਿੰਡ ਮਹੇੜੂ ਵੀ ਸੀਗਾ 8ਵੀਂ ਤੱਕ। ਪਰ ਮੈਂ ਫਗਵਾੜੇ ਪੜ੍ਹਨਾ ਲੱਗ ਪਿਆ 5ਵੀਂ ਤੋਂ ਬਾਅਦ 6ਵੀਂ ਤੋਂ। ਅੱਛਾ। ਅਤੇ ਉੱਥੇ ਗੱਡੀ 'ਚ ਅਸੀਂ ਜਾਂਦੇ ਹੁੰਦੇ ਸੀ ਫਗਵਾੜੇ ਨੂੰ, ਅਤੇ ਫਿਰ ਫਗਵਾੜੇ ਮੈਂ ਆਪਣਾ ਹਾਈ ਸਕੂਲ ਫਿਨਿਸ਼ ਨਹੀਂ ਮੈਂ ਕਹਿ ਸਕਦਾ ਕੀਤਾ, ਕਿਉਂਕਿ ਮੈਂ ਹਾਇਰ ਸੈਕੰਡਰੀ 'ਚੋਂ ਫੇਲ ਹੋ ਗਿਆ ਸੀ। ਅੱਛਾ। ਹਾਂ, ਅਤੇ ਇੱਧਰ ਆ ਕੇ ਫਿਰ ਮੈਂ ਦੁਬਾਰਾ ਪੜ੍ਹਾਈ ਕੀਤੀ ਸਾਰੀ ਗ੍ਰੇਡ 8 ਤੋਂ, ਪਰ 5ਵੀਂ ਤੋਂ। ਪਰ ਸਾਡਾ ਪਿਛੋਕੜ ਜਿਹੜਾ ਆ ਉਹ ਐਕਚੁਅਲੀ ਜਲੰਧਰ ਛਾਉਣੀ ਦੇ ਲਾਗੇ ਪਿੰਡ ਆ ਬਿਣਗਾ, ਬੜਿੰਗ ਜਿਹਨੂੰ ਕਹਿੰਦੇ ਆ, ਸਾਡਾ ਨਾਂ ਆ ਜਿਹੜਾ ਉੱਥੇ ਸੀ। ਪਰ ਮੇਰੇ ਬਜ਼ੁਰਗ ਜਿਹੜੇ ਆ, ਮੇਰੇ ਫਾਦਰ ਅਤੇ ਮੇਰੇ ਤਾਇਆ ਜੀ ਅਤੇ ਮੇਰੀਆਂ 2 ਭੂਆ ਜਿਹੜੀਆਂ ਸੀਗੀਆਂ, ਉਹ ਮੇਰੇ ਦਾਦੇ ਦੀ ਡੈਥ ਹੋ ਗਈ ਸੀ ਜਦੋਂ ਉਹ ਛੋਟੇ ਸੀਗੇ। ਅੱਛਾ। ਅਤੇ ਗਰੀਬ ਸੀ, ਕੋਈ ਜ਼ਮੀਨ ਜਮੂਨ ਨਹੀਂ ਸੀ, 1-2 ਖੱਤੇ ਹੋਣਗੇ ਬੜੀ ਹੱਦ। ਅਤੇ ਉਹ ਫਿਰ ਆਪਣੇ ਰਿਸ਼ਤੇਦਾਰਾਂ ਦੇ ਕੋਲ ਇੱਥੇ ਚਿਹੜੂ ਆ ਗਿਆ, ਮਤਲਬ ਹਾਂ ਬਿਲਕੁਲ ਜਿਵੇਂ ਨਾ ਤੁਸੀਂ ਕਈ ਵਾਰੀ ਚਲੇ ਜਾਂਦੇ ਆ। ਸੋ ਮੈਨੂੰ ਮਤਲਬ ਬਿਣਗਾਂ ਦੇ ਨਾਲ ਮੇਰਾ ਉਸ ਕਿਸਮ ਦਾ ਕੋਈ ਕਨੈਕਸ਼ਨ ਨਹੀਂ, ਪਰ ਇੰਨਾ ਮੈਨੂੰ ਜ਼ਰੂਰ ਪਤਾ ਵੀ ਅਸੀਂ ਬਿਣਗਾਂ ਤੋਂ ਆਏ ਹਾਂ। ਅਤੇ ਕਦੀ ਕਿਉਂਕਿ ਸਾਡੇ ਲਾਗੇ ਹੀ ਪਿੰਡ ਦੇ ਸੀ, ਦੂਰ ਨਹੀਂ ਸੀ, ਉੱਥੇ ਆਉਣਾ ਜਾਣਾ ਤਾਂ ਰਹਿੰਦਾ ਸੀ, ਪਰ ਮੈਂ ਕਿਸੇ ਨੂੰ ਉੱਥੇ ਦੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਜਾਣਦਾ ਵੀ ਮੇਰੇ ਪਿੰਡ ਦੇ ਆ। ਉਸ ਪੱਖੋਂ ਮੇਰਾ ਇਹ ਪਿੰਡ ਚਿਹੜੂ ਆ ਜਿਹੜਾ, ਜਿਵੇਂ ਤੁਸੀਂ ਕਿਹਾ ਪੁਲਾਂ ਦੇ ਲਾਗੇ ਸੀ, ਬੈਂ ਸਾਡੇ ਪਿੰਡ ਦੇ ਕੋਲ ਦੀ ਸੀ, ਬੜਾ ਰੋਮਾਂਟਿਕ ਥਾਂ ਸੀ। ਅਤੇ ਉਹਦੇ ਵਿੱਚ ਮਤਲਬ ਮੈਨੂੰ ਇੰਨਾ ਯਾਦ ਆ ਕਿ ਮੈਂ ਮਤਲਬ 8ਵੀਂ 9ਵੀਂ 10ਵੀਂ ਤੱਕ ਜਦੋਂ ਪੜ੍ਹਦਾ ਸੀ
ਤੇ ਪਸ਼ੂ ਚਾਰਨ ਜਾਂਦਾ ਹੁੰਦਾ ਜਦੋਂ ਟਾਈਮ ਹੋਣਾ, ਤੇ ਨਾਲ ਕੋਲ ਮੇਰੇ ਕਿਤਾਬ ਹੁੰਦੀ ਸੀਗੀ, ਮੈਂ ਨਾਵਲ ਪੜ੍ਹਦਾ ਹੁੰਦਾ ਸੀ। ਕਮਾਲ ਦੀ ਗੱਲ ਆ, ਤੁਸੀਂ ਦੱਸਿਆ ਕਿ ਵੀ ਤੁਸੀਂ ਇੰਨਾ ਪੜ੍ਹਦੇ ਹੁੰਦੇ ਸੀ, ਪਰ ਤੁਸੀਂ ਨਾਲ ਇਹ ਵੀ ਗੱਲ ਕੀਤੀ ਕਿ ਵੀ ਮੈਂ ਫੇਲ ਹੋ ਗਿਆ ਸੀ, 10ਵੀਂ 'ਚੋਂ ਫੇਲ ਹੋ ਗਿਆ ਇਸੇ ਸੀ? ਕਰਕੇ ਹੋ ਗਿਆ ਸੀ ਨਾ। 10ਵੀਂ 'ਚੋਂ ਨਹੀਂ ਗਿਆ, ਉਦੋਂ ਹਾਇਰ ਸੈਕੰਡਰੀ ਸ਼ੁਰੂ ਹੋਈ ਸੀ ਸਾਲ 2 ਸਾਲ ਪਹਿਲਾਂ ਸਾਡੇ ਉੱਥੇ ਫਗਵਾੜੇ। ਸੋ ਸਿਲੇਬਸ ਦੀ ਕਿਤਾਬ ਪੜ੍ਹਨ ਦੀ ਥਾਂ 'ਤੇ ਕਿਤਾਬ ਕੋਈ ਹੋਰ ਪੜ੍ਹਦੇ ਸੀ ਤੁਸੀਂ? ਇਹ ਵੀ ਸੀ। ਦੂਜਾ ਇਹ ਹੋਇਆ ਕਿ ਮੇਰਾ ਫਾਦਰ ਇੱਧਰ ਨੂੰ ਆਏ ਸੀਗੇ। ਅੱਛਾ। ਤੇ ਉਹ ਜਿਵੇਂ ਉੱਥੇ ਹੁੰਦਾ ਆ, ਹੁਣ ਮਤਲਬ ਹੁਣ ਤਾਂ ਮੈਨੂੰ ਪਤਾ ਹੈ ਵੀ ਜਿਹੜੇ ਅਧਿਆਪਕ ਸਾਡੇ ਉੱਥੇ ਸੀਗੇ ਫਗਵਾੜੇ, ਵਿਚਾਰੇ ਗਰੀਬ ਸੀ। ਉਹਨਾਂ ਦੇ ਵਿੱਚੋਂ ਇੱਕ ਨੇ ਮੈਨੂੰ 6ਵੀਂ 'ਚ ਪਹਿਲਾਂ ਕਨਵਿੰਸ ਕਰਾਇਆ ਵੀ ਮੈਨੂੰ ਟਿਊਸ਼ਨ ਰੱਖਣੀ ਪੈਣੀ ਆ। ਅੱਛਾ। ਪਿੰਡੋਂ ਪੜ੍ਹਦੇ ਸੀ, ਸ਼ਹਿਰ ਗਏ ਆ, ਹਾਂ, ਮੈਂ ਅੰਗਰੇਜ਼ੀ ਦੀ ਟਿਊਸ਼ਨ ਰੱਖ ਲਈ। ਅੱਛਾ। ਦੂਜੇ ਸਾਲ ਮੈਨੂੰ ਖੁੰਦਕ ਆ ਗਈ ਵੀ ਮੈਂ ਟਿਊਸ਼ਨ ਨਹੀਂ ਰੱਖਣੀ, ਮਨ 'ਚ ਕੋਈ ਇਸ ਤਰ੍ਹਾਂ ਆ ਗਿਆ। ਅੱਛਾ। ਤੇ ਉੱਥੇ ਇੱਕ ਸਾਡੇ ਟੀਚਰ ਸੀਗੇ, ਉਹ ਸੋਸ਼ਲ ਸਟੱਡੀ ਪੜ੍ਹਾਉਂਦੇ ਸੀ ਜਾਂ ਹੋਰ 1-2 ਸਬਜੈਕਟ ਪੜ੍ਹਾਉਂਦੇ, ਉਹ ਮੈਨੂੰ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਵੀ ਤੂੰ ਟਿਊਸ਼ਨ ਰੱਖ। ਅੱਛਾ। ਤੇ ਉਹਨਾਂ ਨੇ ਮੈਨੂੰ ਬਹਾਨੇ ਕਲਾਸ 'ਚ ਕੁੱਟਣਾ, ਮੈਂ ਅੜਿਆ ਰਿਹਾ। ਓਕੇ। ਟਿਊਸ਼ਨ ਮੈਂ 7ਵੀਂ ਤੇ 8ਵੀਂ 'ਚ ਟਿਊਸ਼ਨ ਨਾ ਰੱਖੀ। ਉਹਦਾ ਅਸਰ ਇਹ ਹੋਇਆ ਵੀ ਮੈਂ ਫਿਰ ਡਰਦਾ ਪੜ੍ਹਨ ਲੱਗ ਪਿਆ, ਜਿਉਂ ਕਿ ਰੋਜ਼ ਕੁੱਟ ਪੈਣੀ। ਅੱਛਾ। ਤੇ ਪੈਂਦੀ ਸੀ ਕੁੱਟ ਸੀਰੀਅਸਲੀ। ਤੇ ਮੈਂ 8ਵੀਂ ਦੇ ਵਿੱਚੋਂ ਕਾਫੀ ਅੱਛੇ ਨੰਬਰ ਲੈ ਕੇ ਪਾਸ ਹੋ ਗਿਆ, ਹਾਈ ਸੈਕੰਡ ਕਲਾਸ। ਤੇ ਉਹ ਜਿਹੜੇ ਮੇਰੇ ਨਾਲ ਦੇ ਵਿਦਿਆਰਥੀ ਸੀਗੇ, ਉਹ ਜਿਨ੍ਹਾਂ ਦੇ ਵਧੀਆ ਨੰਬਰ ਸੀ, ਉਹਨਾਂ ਸਾਰਿਆਂ ਨੇ ਜੀ ਅੰਗਰੇਜ਼ੀ ਸਾਇੰਸ ਲੈਣੀ ਆ। ਅੱਛਾ। ਮੈਂ ਵੀ ਉਹਨਾਂ ਨਾਲ ਸਾਇੰਸ ਲੈ ਲਈ। ਸਾਇੰਸ ਦਾ ਮੇਰੇ ਕੁਛ ਪੱਲੇ ਨਾ ਪਿਆ, ਤਾਂ ਨਾਵਲ ਪੜ੍ਹਨ ਵਾਲਾ ਬੰਦਾ ਸੀਗਾ। ਅੱਛਾ। ਸੋ ਉਹਦੇ ਕਰਕੇ ਮੈਂ ਜਿਹੜੀ ਸੈਕੰਡਰੀ ਦਾ ਪਹਿਲੇ 10ਵੀਂ ਦਾ ਤਾਂ ਕੋਈ ਇਮਤਿਹਾਨ ਨਹੀਂ ਸੀ, ਲੋਕਲ ਹੀ ਸੀਗਾ, ਉਹ ਤਾਂ ਮੈਂ ਕੋਈ ਪ੍ਰੋਬਲਮ ਨਹੀਂ। ਜਦੋਂ 11ਵੀਂ ਦਾ ਇਮਤਿਹਾਨ ਹੋਇਆ, ਉਹਦੇ 'ਚ ਮੈਂ ਫੇਲ ਹੋ ਗਿਆ। ਫਿਰ ਕਿੱਦਾਂ ਰਿਐਕਸ਼ਨ ਕੀ ਸੀ ਤੁਹਾਡਾ? ਆਪਣੇ ਆਪ ਦੇ ਨਾਲ ਕਿਹੋ ਜਿਹੀ ਕਨਵਰਸੇਸ਼ਨ ਸੀ ਕਿ ਵੀ ਫੇਲ ਹੋ ਕੇ ਵਧੀਆ ਹੋ ਗਿਆ ਜਾਂ ਕੁਝ ਖਰਾਬ ਕੰਮ ਹੋ ਗਿਆ ਸੀ? ਨਹੀਂ, ਮੈਨੂੰ ਇਹ ਸੀਗਾ ਵੀ ਮੈਂ ਮਤਲਬ ਨਾ, ਮੈਨੂੰ ਉਦੋਂ ਹੀ ਪਤਾ ਲੱਗਿਆ ਵੀ ਮੈਂ ਗਲਤ ਸਬਜੈਕਟ ਚੁਣ ਲਿਆ। ਅੱਛਾ। ਹੈ ਨਾ, ਕਿਉਂਕਿ ਮੇਰਾ ਜਿਹੜਾ ਮੇਰੀ ਸਾਰੀ ਦਿਲਚਸਪੀ ਤਾਂ ਸਾਹਿਤ ਦੇ ਵਿੱਚ ਸੀਗੀ। ਪਰ ਤੁਹਾਨੂੰ ਸੋਚ ਦੀ ਕਲੈਰਿਟੀ ਪਹਿਲਾਂ ਤੋਂ ਹੀ ਹੋਣੀ ਸ਼ੁਰੂ ਹੋ ਗਈ ਸੀ? ਉਦੋਂ ਹੋ ਗਈ ਸੀ, ਸਾਹਿਤ ਪੜ੍ਹਨ ਕਰਕੇ। ਪਰ ਪ੍ਰਭਾਵ ਸੀ ਸਾਹਿਤ ਪੜ੍ਹਨ ਕਰਕੇ? ਕੋਈ ਵਿਅਕਤੀ ਵੀ ਤੁਹਾਡੇ ਆਲੇ ਦੁਆਲੇ ਇਹੋ ਜਿਹੇ ਹੈਗੇ ਸੀ ਜਿਨ੍ਹਾਂ ਦਾ ਪ੍ਰਭਾਵ ਸੀ? ਬਿਲਕੁਲ ਨਹੀਂ, ਮਤਲਬ ਸੀ 1-2 ਸਾਡੇ ਕਿਤਾਬਾਂ ਪੜ੍ਹਨ ਵਾਲੇ, ਪਰ ਉਹਨਾਂ ਦਾ ਕਿਸੇ ਕਿਸਮ ਦਾ ਇੱਦਾਂ ਨਹੀਂ ਸੀ, ਮਤਲਬ ਆਮ ਲੋਕ ਸੀਗੇ ਉਹ, ਉਹਨਾਂ ਦਾ ਮੇਰੇ ਮਨ 'ਤੇ ਇਸ ਕਿਸਮ ਦਾ ਕੋਈ ਪ੍ਰਭਾਵ ਨਹੀਂ ਸੀ। ਮੇਰੇ ਕਿਤਾਬਾਂ ਪੜ੍ਹਨ ਦਾ ਡੈਫੀਨਿਟਲੀ। ਸੋ ਕਿਸੇ ਪਰਸਨੈਲਿਟੀ ਦਾ ਪ੍ਰਭਾਵ ਨਹੀਂ ਸੀਗਾ, ਕਿਤਾਬਾਂ ਦਾ ਜ਼ਰੂਰ ਸੀਗਾ। ਘਰ ਦੇ ਵਿੱਚ ਵੀ ਕੋਈ ਪੜ੍ਹਨ ਦਾ ਸ਼ੌਕੀਨ ਸੀ ਹੋਰ ਕੋਈ? ਨਹੀਂ, ਬਿਲਕੁਲ ਨਹੀਂ। ਬਿਲਕੁਲ ਹੀ। ਮੇਰਾ ਫਾਦਰ ਵੀ ਅਨਪੜ੍ਹ ਸੀ, ਮਦਰ ਵੀ ਥੋੜ੍ਹਾ ਜਿਹਾ ਸ਼ਾਇਦ ਪੜ੍ਹ ਲੈਂਦੀ ਸੀ ਉਹ, ਪਰ ਅਨਪੜ੍ਹ ਸੀ ਸਾਰੇ। ਤੇ ਇਸ ਕਰਕੇ ਪਿੰਡ ਦੇ ਵਿੱਚ ਵੀ ਕੋਈ ਖਾਸ ਲੋਕ ਨਹੀਂ ਸੀ ਪੜ੍ਹੇ ਹੋਏ। ਇੰਨਾ ਜ਼ਰੂਰ ਸੀ ਵੀ ਸਾਡੇ ਇੱਕ ਬਜ਼ੁਰਗ ਸੀ, ਉਹ ਰੇਲਵੇ 'ਚ ਕੰਮ ਕਰਦਾ ਸੀਗਾ, ਉਹ ਵੀ ਕਿਤਾਬਾਂ ਪੜ੍ਹਦਾ ਹੁੰਦਾ ਸੀ, ਜਾਂ ਉਹਨੂੰ ਉਰਦੂ ਸ਼ਾਇਰੀ ਦਾ ਬਹੁਤ ਸ਼ੌਕ ਸੀਗਾ। ਅੱਛਾ। ਤੇ ਇੱਕ ਹੋਰ ਵਿਅਕਤੀ ਸੀ ਸਾਡੇ ਪਿੰਡ, ਉਹ ਸੀ ਨੌਕਰੀ ਕਰਦਾ ਕਿਸੇ ਮੀਡੀਅਮ ਦੇ ਵਿੱਚ। ਉਹਨਾਂ ਦੋਨਾਂ ਨਾਲ ਮੇਰੀ ਸਾਂਝ ਸੀਗੀ, ਮੇਰੇ ਤੋਂ ਸਿਆਣੇ ਸੀ ਉਹ ਦੋਏ। ਤੇ ਉਹ ਕਿਤਾਬਾਂ ਪੜ੍ਹਦੇ, ਤੇ ਮੈਂ ਫਗਵਾੜਿਓਂ ਬਾਂਸਾਂ ਵਾਲੇ ਬਾਜ਼ਾਰ ਦੇ ਵਿੱਚੋਂ ਇੱਕ ਉੱਥੇ ਕਿਤਾਬਾਂ ਵਾਲੀ ਪਤੰਗ ਵੇਚਦਾ ਹੁੰਦਾ ਸੀ ਬੰਦਾ, ਉਹਨੇ ਕਿਤਾਬਾਂ ਵੀ ਰੱਖੀਆਂ ਹੁੰਦੀਆਂ ਸੀਗੀਆਂ। ਅੱਛਾ। ਤੇ ਮੈਂ ਉੱਥੋਂ ਕਿਤਾਬਾਂ ਕਿਰਾਏ 'ਤੇ ਲੈ ਕੇ ਆਉਂਦਾ ਹੁੰਦਾ ਸੀ, ਉਹਨਾਂ ਦੋਨਾਂ ਲਈ, ਤਾਂ ਆਪ ਵੀ ਪੜ੍ਹਦਾ ਹੁੰਦਾ ਸੀ। ਤੇ ਉਹ ਜਿਹੜਾ ਬਜ਼ੁਰਗ ਸੀ ਉਹਨੂੰ ਮੈਂ ਤਾਇਆ ਜੀ ਕਹਿੰਦਾ ਹੁੰਦਾ ਸੀ। ਅੱਛਾ। ਤੇ ਮੈਂ ਉਹ ਉਰਦੂ 'ਚ ਪੜ੍ਹਨੀ ਉਹਨਾਂ ਨੇ ਦੋਨਾਂ ਨੇ, ਤੇ ਉਹਨਾਂ ਨੇ ਉਰਦੂ ਵੀ ਡਿਸਕਸ ਕਰਨੀ, ਤਾਂ ਮੈਂ ਪਿੱਛੇ ਰਹਿ ਜਾਣਾ। ਅੱਛਾ। ਮੈਂ ਉਹਨੂੰ ਕਿਹਾ, ਮੈਂ ਤਾਇਆ ਇੱਦਾਂ ਨਹੀਂ ਗੱਲ ਬਣਨੀ, ਫਿਰ ਤੂੰ ਮੈਨੂੰ ਉਰਦੂ ਸਿਖਾ। ਉਹਨੇ ਮੈਨੂੰ ਅਲਫਬੇ ਲਿਖ ਕੇ ਦੇ ਦਿੱਤਾ। 1 ਮਹੀਨੇ ਦੇ ਵਿੱਚ ਮੈਂ ਨਾਵਲ ਪੜ੍ਹਨ ਲੱਗ ਪਿਆ। ਅੱਛਾ, ਉਰਦੂ ਤੁਸੀਂ ਪੜ੍ਹ ਲੈਂਦੇ ਸੀ ਉਦੋਂ ਹੀ? 1 ਮਹੀਨੇ ਦੇ ਵਿੱਚ ਮੈਂ ਉਰਦੂ ਦਾ ਨਾਵਲ ਪੜ੍ਹਨਾ ਸ਼ੁਰੂ ਕਰ ਦਿੱਤਾ, ਅਲਫਬੇ ਤੋਂ ਲੈ ਕੇ, ਕਿਉਂਕਿ ਸ਼ੌਕ ਸੀ, ਮੇਰਾ ਮਨ ਕਰਦਾ ਸੀ। ਮੈਨੂੰ ਲੱਗਾ ਰਿਹਾ ਪੂਰਾ ਮਹੀਨਾ ਮਤਲਬ ਕਰਨ ਉਹਨੂੰ। ਤੇ ਮੈਨੂੰ ਤਾਂ ਕੋਈ ਸਮੱਸਿਆ ਹੀ ਨਹੀਂ ਆਈ, ਮੈਂ ਤਾਂ ਨਾਵਲ ਪੜ੍ਹਨਾ ਸ਼ੁਰੂ ਕਰਤਾ। ਫਿਰ ਮੈਂ ਉਰਦੂ ਦੇ ਬੜੇ ਨਾਵਲ ਪੜ੍ਹੇ। ਅੱਛਾ। ਸੋ ਪੰਜਾਬੀ, ਹਿੰਦੀ, ਉਰਦੂ ਵਿੱਚ ਅੰਗਰੇਜ਼ੀ ਵੀ, ਚੌਹਾਂ ਹੀ ਜ਼ਬਾਨਾਂ ਦੇ ਵਿੱਚ ਮੈਂ ਉਦੋਂ ਤੋਂ ਪੜ੍ਹਦਾ ਆਇਆ ਸੀ। ਮੈਨੂੰ ਇਹ ਕਈ ਵਾਰੀ ਲੱਗਦਾ ਹੁੰਦਾ ਵੀ ਸ਼ਾਇਦ ਮੈਂ ਗੱਪ ਮਾਰ ਰਿਹਾ, ਪਰ ਪੰਜਾਬੀ ਦੇ ਵਿੱਚ ਜਿੰਨੇ ਵੀ ਨਾਵਲ ਉਦੋਂ ਅਵੇਲੇਬਲ ਸੀਗੇ, ਨਾਨਕ ਸਿੰਘ, ਕਮਲ, ਅੰਮ੍ਰਿਤਾ ਪ੍ਰੀਤਮ, ਦੂਜੇ ਲੋਕ ਜਿਹੜੇ ਵੀ, ਉਹ ਤਕਰੀਬਨ ਮੈਂ ਸਾਰੇ ਦੇ ਸਾਰੇ ਨਾਵਲ ਪੜ੍ਹੇ ਸੀ ਇੱਧਰ ਆਉਣ ਤੋਂ ਪਹਿਲਾਂ। ਯਾਨੀ ਪੂਰਾ ਪੰਜਾਬੀ ਦਾ ਸਾਹਿਤ ਜਿਹੜਾ ਹੈ, ਘੱਟੋ ਘੱਟ ਫਿਕਸ਼ਨ। ਕਦੇ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਪੜ੍ਹ ਚੁੱਕਾ? ਨਹੀਂ, ਮੈਂ ਤਾਂ ਜਿਹੜੇ ਘਰ ਵੀ ਮੇਰੇ ਕੋਲ, ਮੇਰਾ ਖਿਆਲ ਐਟਲੀਸਟ 8-9 ਹਜ਼ਾਰ ਕਿਤਾਬ ਹੋਣੀ ਹੈ। 8-9 ਹਜ਼ਾਰ ਕਿਤਾਬ? ਹਾਂ। ਉਹ ਕੁਛ ਹੁਣ ਬਾਕਸਿਆਂ ਦੇ ਵਿੱਚ ਪਈਆਂ, ਥਾਂ ਥੋੜ੍ਹਾ ਹੋਈ ਜਾਂਦਾ। ਤੇ ਨਹੀਂ, ਗਿਣਤੀ ਤਾਂ ਨਹੀਂ ਕੀਤੀ ਹੈ, ਪਰ ਪੜ੍ਹਨ ਦਾ ਤਾਂ ਮਤਲਬ ਹੁਣ ਵੀ ਉਹੀ ਪ੍ਰੋਸੈਸ ਹੈ ਮੇਰਾ ਜਿਹੜਾ ਪਹਿਲਾਂ ਸੀਗਾ। ਤਕਰੀਬਨ ਮੈਂ ਬਹੁਤਾ ਸਮਾਂ ਮੇਰਾ ਜਿਹੜਾ ਉਹ ਪੜ੍ਹਨ ਜ਼ਰੂਰ ਮੈਂ ਪੜ੍ਹਦਾ ਰੋਜ਼, ਕੁਛ 1-2-4 ਘੰਟੇ ਜਿੰਨਾ ਵੀ ਲੱਗ ਸਕੇ। ਵੈਰੀ ਇੰਟਰਸਟਿੰਗ। ਅਸੀਂ ਉਸ ਗੱਲ ਦੀ ਦੁਹਾਈ ਦਿੰਦੇ ਰਹਿੰਦੇ ਹਾਂ ਕਿ ਟਾਈਮ ਨਹੀਂ ਹੈਗਾ, ਪਰ ਇਹਨਾਂ ਨੇ ਕਿਹਾ ਕਿ ਪੜ੍ਹਨ ਦਾ ਹਾਲੇ ਵੀ ਟਾਈਮ ਲੱਗਦਾ। ਬਿਲਕੁਲ। ਪੜ੍ਹਨ ਦੇ ਨਾਲ ਮੈਂ ਇਸ ਗੱਲ ਤੋਂ ਵੀ ਹੈਰਾਨ ਹਾਂ ਕਿ ਲਿਖਣ ਦਾ ਵੀ ਟਾਈਮ ਕੱਢ ਲੈਂਦੇ ਆ, ਪਰ ਸਾਡੀ ਇਹੀ ਸਮੱਸਿਆ ਨਹੀਂ ਸਾਡੀ ਸੋਲਵ ਹੁੰਦੀ ਕਿ ਟਾਈਮ ਹੈ ਨਹੀਂ। ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਸਾਡੀਆਂ ਇਸੇ ਕਰਕੇ ਪਿੱਛੇ ਰਹਿ ਜਾਂਦੀਆਂ, ਕਿੱਥੇ ਰਹਿ ਜਾਂਦੀਆਂ ਇਹ ਵੀ ਨਹੀਂ ਸਾਨੂੰ ਪਤਾ ਲੱਗਦਾ। ਸਾਧੂ ਬਿਨਿੰਗ ਜੀ, ਕੈਨੇਡਾ ਆਉਣ ਦਾ ਸਬੱਬ ਫਿਰ ਕਿਵੇਂ ਬਣਿਆ? ਮੇਰੇ ਤਾਇਆ ਜੀ ਇੱਥੇ 1931 'ਚ ਆਏ ਸੀਗੇ। ਅੱਛਾ।
ਤੇ ਉਹ ਜਿਵੇਂ ਉਦੋਂ ਹੁੰਦਾ ਸੀ, ਪਹਿਲੇ ਕੁਝ ਸਾਲ ਉਹ ਇਲੀਗਲ ਰਹੇ ਇੱਥੇ, ਤੇ ਫਿਰ 1937 ਦੇ ਵਿੱਚ 38 ਦੇ ਵਿੱਚ ਮੇਰਾ ਖਿਆਲ ਉਹਨਾਂ ਨੂੰ ਕੁਛ ਇੱਥੇ ਉਦੋਂ 350 ਆਪਣੇ ਲੋਕ ਸੀਗੇ ਜਿਹੜੇ ਯੰਗ ਸੀ, ਉਹਨਾਂ 'ਚੋਂ ਬਹੁਤੇ, ਉਹਨਾਂ ਨੂੰ ਇਕੱਠਿਆਂ ਨੂੰ ਫਿਰ ਇੱਥੇ ਮਿਲ ਗਈ ਸੀਗੀ ਕੈਨੇਡਾ ਦੀ ਜਿਹੜੀ ਸਿਟੀਜ਼ਨਸ਼ਿਪ ਜਾਂ ਇੱਥੇ ਰਹਿਣ ਦਾ ਹੱਕ। ਉਹਨਾਂ ਦੇ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਵੀ ਸੀਗੇ। ਅੱਛਾ। ਉਹ ਇਸ ਕਰਕੇ ਉਹਨਾਂ ਦੇ ਨਾਲ ਜ਼ਰੂਰ ਕਨੈਕਸ਼ਨ ਸੀ। ਉਹ ਮੇਰੇ ਤਾਇਆ ਜੀ ਦੇ ਕਾਫੀ ਵਾਕਫ ਸੀ, ਤੇ ਉਹ ਸਾਡੇ ਘਰ ਮੇਰੇ ਤਾਇਆ ਜੀ ਫਿਰ 20 ਸਾਲ ਬਾਅਦ ਮੁੜ ਕੇ ਗਏ 1951 ਦੇ ਵਿੱਚ। ਮੈਂ ਉਦੋਂ 4 ਸਾਲ ਦਾ ਸੀ, ਤੇ ਉਦੋਂ ਫਿਰ ਕੁਛ ਉਹਨਾਂ ਦੇ ਦੋਸਤੀ ਕਰਕੇ, ਉਹਨਾਂ ਦੀ ਜਾਣ ਪਛਾਣ ਕਰਕੇ ਸਾਡੇ ਘਰ ਦੇ ਵਿੱਚ ਕੁਛ ਪ੍ਰੋਗਰੈਸਿਵ ਲੋਕ ਜਿਹੜੇ ਆ ਕਮਿਊਨਿਸਟ ਜਿਹੜੇ ਉਹ ਆਉਂਦੇ ਸੀ, ਲੁਕਦੇ ਸੀ, ਕਿਉਂਕਿ ਉਦੋਂ ਥੋੜ੍ਹੀ ਜਿਹੀ ਸਮੱਸਿਆ ਹੁੰਦੀ ਸੀ, ਉਹਨਾਂ ਅੰਡਰਗਰਾਊਂਡ ਹੁੰਦੇ ਸੀ ਕਾਫੀ ਉਹਨਾਂ 'ਚ ਲੋਕ। ਸੋ ਉਹ ਕਨੈਕਸ਼ਨ ਵੀ ਇੱਕ ਮੇਰਾ ਮਤਲਬ ਸੀਗਾ ਉਹ। ਅਤੇ ਮੈਂ ਫਿਰ ਮੇਰੇ ਫਾਦਰ ਇੱਥੇ ਆਏ 1960 ਦੇ ਵਿੱਚ, ਅਤੇ ਮੈਂ ਫਿਰ ਆਪਣੀ ਮਦਰ ਅਤੇ ਆਪਣੇ ਛੋਟੇ ਭਰਾ ਦੇ ਨਾਲ ਆਇਆ 67 ਦੇ ਵਿੱਚ, 1967 ਦੇ ਵਿੱਚ ਇੱਧਰ ਆਏ। ਅਤੇ ਉਦੋਂ ਫਿਰ ਮੈਂ ਪਹਿਲਾਂ ਦੱਸਿਆ ਵੀ ਮੈਂ ਹਾਇਰ ਸੈਕੰਡਰੀ 'ਚੋਂ ਫੇਲ ਹੋ ਗਿਆ ਸੀ। ਅੱਛਾ। ਅਤੇ ਉਦੋਂ ਫਿਰ ਮਤਲਬ ਇੱਧਰ ਆ ਕੇ ਪਹਿਲਾਂ ਫਾਰਮਾਂ 'ਚ ਕੰਮ ਕੀਤਾ, ਫਿਰ ਉਸ ਤੋਂ ਬਾਅਦ ਮਿੱਲਾਂ ਦੇ ਵਿੱਚ, ਪਹਿਲਾਂ ਇੱਥੇ ਵੈਨਕੂਵਰ ਉਦੋਂ ਬਹੁਤ ਘੱਟ ਕੰਮ। ਸੋ ਇੱਥੇ ਤੁਸੀਂ ਵੈਨਕੂਵਰ ਹੀ ਆਏ ਸੀ? ਵੈਨਕੂਵਰ ਹੀ ਆਏ ਸੀ, ਹਾਂ। ਇੱਥੇ ਕੰਮ ਘੱਟ ਮਿਲਦੇ ਸੀ ਜੀ। ਅਤੇ ਫਿਰ ਇੱਧਰੋਂ ਕੈਮਲੂਪਸ ਤੋਂ ਅੱਗੇ ਜੇ ਆਪਾਂ ਜਾਈਏ ਜੈਸਪਰ ਨੂੰ ਨਾ, ਉੱਧਰ ਰਾਹ ਦੇ ਵਿੱਚ ਇੱਕ ਛੋਟਾ ਜਿਹਾ ਥਾਂ ਸੀ, ਉਹ ਮਿੱਲ ਹੁਣ ਉੱਥੇ ਹੈ ਨਹੀਂ, ਅਵੋਲਾ ਉਹਦਾ ਥਾਂ ਦਾ ਨਾਮ ਹੁੰਦਾ ਸੀ, ਕਲੀਅਰ ਵਾਟਰ ਵੇਵਨ ਵੀ ਅਵੋਲਾ। ਅੱਛਾ। ਅਤੇ ਉੱਥੇ ਮੈਂ 1968 ਦੇ ਵਿੱਚ ਮਈ ਦੇ ਵਿੱਚ ਕੰਮ ਕਰਨ ਗਿਆ, ਅਤੇ ਉੱਥੇ ਫਿਰ ਮੇਰਾ ਖਿਆਲ 3 ਮਹੀਨੇ ਕੰਮ ਕੀਤਾ ਮੈਂ। ਅਤੇ ਫਿਰ ਮੈਨੂੰ ਇੱਥੇ ਵੈਨਕੂਵਰ ਇੱਕ ਨਾਰਥ ਵੈਨਕੂਵਰ ਮਿਲ ਦੇ ਵਿੱਚ ਕੰਮ ਮਿਲ ਗਿਆ 68 ਦੇ ਵਿੱਚ ਹੀ। ਅਤੇ 2 ਸਾਲ ਮੈਂ ਉੱਥੇ ਉਸ ਮਿਲ 'ਚ ਕੰਮ ਕੀਤਾ। ਫਿਰ ਉਹ ਇਹ ਹੋਇਆ ਕਿ ਉੱਥੇ ਇੱਕ ਵੀਕਐਂਡ 'ਤੇ ਵੀ ਮੈਂ ਕੰਮ ਕਰਦਾ ਹੁੰਦਾ ਸੀ, ਕਲੀਨਅਪ ਦਾ ਉੱਥੇ ਕਰ ਲੈਣਾ, ਅਤੇ ਵੀਕਐਂਡ 'ਤੇ ਫਾਰਮਾਂ ਦੇ ਵਿੱਚ ਵੀ ਜਾਂਦਾ ਹੁੰਦਾ ਸੀਗਾ। ਅੱਛਾ। ਸੋ ਮਤਲਬ ਕਿਉਂਕਿ ਉਦੋਂ ਹੁੰਦਾ ਸੀ, ਲੋੜ ਹੁੰਦੀ ਸੀ ਪੈਸੇ ਦੀ ਸਾਰਿਆਂ ਨੂੰ, ਸੋ ਕੰਮ ਕੁਮ ਵੱਲ ਕਾਫੀ ਧਿਆਨ ਸੀ। ਪਰ ਨਾਲ ਇਹ ਵੀ ਸੀ ਵੀ ਮੈਂ ਤਕਰੀਬਨ ਨਵੰਬਰ 14 ਨੂੰ ਇੱਥੇ ਆਇਆ ਸੀ 67 ਨੂੰ, ਦਸੰਬਰ ਦੇ ਵਿੱਚ ਮੈਂ ਨਿਊ ਕੈਨੇਡੀਅਨ ਇੰਗਲਿਸ਼ ਪੜ੍ਹਨੀ ਸ਼ੁਰੂ ਕਰਤੀ ਸਕੂਲੇ ਜਾ ਕੇ। ਅੱਛਾ। ਰਾਤ ਨੂੰ। ਅਤੇ ਸੋ ਮੈਂ ਉਦੋਂ ਤੋਂ ਹੀ ਮਤਲਬ ਜਿਹੜੀ ਪੜ੍ਹਨਾ ਸੀਗਾ, ਅਤੇ ਕਿਤਾਬਾਂ ਜਿਹੜੀਆਂ ਉੱਦਾਂ ਤਾਂ ਪੜ੍ਹਨ ਦਾ ਮੇਰਾ ਸ਼ੌਕ ਸੀ, ਮੈਂ ਕੁਛ ਕਿਹੜਾ ਕੋਲ ਲਿਆ ਸੀ ਉਹ ਪੜ੍ਹੀ ਜਾਣੀਆਂ। ਸੋ ਰੈਗੂਲਰ ਸਕੂਲ ਜਿਹੜਾ ਉਹ ਨਹੀਂ ਸੀ ਸ਼ੁਰੂ ਕੀਤਾ? ਉਹ ਨਹੀਂ ਸੀ ਸ਼ੁਰੂ ਕੀਤਾ। ਅੱਛਾ। ਅਤੇ ਮੈਂ ਫਿਰ ਮੈਨੂੰ ਉੱਥੇ ਮੈਂ ਦੱਸਣ ਲੱਗਾ, ਮੇਰਾ ਇੱਕ ਦੋਸਤ ਸੀ ਨਾਲ ਮਿਲ 'ਚ ਕੰਮ ਕਰਦਾ ਵੀਕਐਂਡ ਦੇ ਉੱਤੇ, ਯੰਗ ਸੀ, ਇੱਥੋਂ ਦਾ ਪੜ੍ਹਿਆ। ਉਹ ਮੈਨੂੰ ਕਹਿੰਦਾ ਵੀ ਤੂੰ ਪੋਸਟ ਆਫਿਸ ਕਿਉਂ ਨਹੀਂ ਟਰਾਈ ਕਰਦਾ? ਵੀ ਉਹ ਕ੍ਰਿਸਮਸ ਦੇ ਦੌਰਾਨ ਉੱਥੇ ਕੰਮ ਕਰਦਾ ਹੁੰਦਾ ਸੀ। ਅੱਛਾ। ਮੈਨੂੰ ਕੋਈ ਕੌਨਫੀਡੈਂਸ ਨਹੀਂ ਆਪਣੇ ਆਪ 'ਤੇ, ਮੈਂ ਅੰਗਰੇਜ਼ੀ ਬੋਲ ਸਕਦਾ ਜਾਂ ਮੈਂ ਪੜ੍ਹਦਾ ਸਕਦਾ ਸੀ, ਮੈਂ ਕਿਉਂਕਿ ਪੜ੍ਹਦਾ ਰਿਹਾ, ਮੈਂ ਨਾਵਲ ਪੜ੍ਹਦਾ ਸੀ ਅੰਗਰੇਜ਼ੀ ਦੇ। ਅਤੇ ਉਹ ਮੈਨੂੰ ਕਹਿੰਦਾ ਵੀ ਤੂੰ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ, ਕਹਿੰਦਾ ਜੇ ਤੈਨੂੰ ਨਾ ਨੌਕਰੀ ਦੇਣਗੇ ਉੱਥੇ ਰੱਖੜ ਥੋੜ੍ਹਾ ਲੱਗੇ ਤੈਨੂੰ। ਬਿਲਕੁਲ ਬਿਲਕੁਲ। ਮੇਰੇ ਖਾਨੇ ਪੈ ਗਈ ਇਹ ਗੱਲ। ਮੈਂ ਐਪਲੀਕੇਸ਼ਨ ਭਰ ਕੇ ਦੇ ਦਿੱਤੀ, ਉਹਨੇ ਲਿਆ ਕੇ ਦਿੱਤੀ ਮੈਨੂੰ ਐਪਲੀਕੇਸ਼ਨ, ਉਹਨਾਂ ਨੇ ਮੈਨੂੰ ਇੰਟਰਵਿਊ ਲਈ ਸੱਦ ਲਿਆ। ਅੱਛਾ। ਅਤੇ ਮੈਂ ਡਰਦਾ ਗਿਆ, ਐਂਡ ਮੈਨੂੰ ਕੋਈ ਕੌਨਫੀਡੈਂਸ ਨਹੀਂ। ਤਾਂ ਉਹ ਮੈਨੂੰ ਬੰਦੇ ਨੇ ਪੁੱਛਿਆ, ਜਿਹੜਾ ਪੋਸਟ ਆਫਿਸ ਸੀ, ਕਹਿੰਦਾ ਵੀ ਤੂੰ ਮਿੱਲ ਦੇ ਵਿੱਚ ਕੰਮ ਕਰਦਾ, ਉੱਥੇ ਜ਼ਿਆਦਾ ਪੈਸੇ ਮਿਲਦੇ ਆ, ਤੂੰ ਪੋਸਟ ਆਫਿਸ ਕਿਉਂ ਕਰਨਾ ਚਾਹੁੰਦਾ? ਹਾਂ। ਮੈਂ ਉਹਨੂੰ ਕਿਹਾ ਵੀ ਮੈਂ ਪੜ੍ਹਨਾ ਚਾਹੁੰਦਾ ਹਾਂ, ਮਿੱਲ 'ਚ ਕੰਮ ਕਰਕੇ ਜਦੋਂ ਮੈਂ ਰਾਤ ਨੂੰ ਕਲਾਸ ਜਾਂਦਾ ਹਾਂ ਅਤੇ ਮੈਂ ਥੱਕ ਬਹੁਤ ਜਾਂਦਾ, ਅਤੇ ਮੈਨੂੰ ਇੰਨੀ ਦੀ ਨੀਂਦ, ਅਤੇ ਮੈਂ ਕੋਈ ਚਾਹੁੰਦਾ ਵੀ ਥੋੜ੍ਹਾ ਜਿਹਾ ਉਦੋਂ ਸਕਾਲਾ ਕੰਮ ਮਿਲੇ। ਅੱਛਾ। He didn't ask me anything else. Oh, ਅੱਛਾ। He simply gave me the job. ਅੱਛਾ। ਸੋ ਮੈਂ ਪੋਸਟ ਆਫਿਸ 'ਚ ਪੋਸਟ ਆਫਿਸ 'ਚ ਉੱਥੇ ਕੰਮ ਕੀਤਾ ਤੁਸੀਂ, ਉਸ ਰਿਮੋਟ ਏਰੀਆ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ? ਇੱਥੇ ਨਹੀਂ, ਉੱਥੇ ਮਿਲ 'ਚ ਕੀਤਾ ਸੀ। ਉੱਥੇ ਮਿਲ 'ਚ ਕੰਮ ਕੀਤਾ? ਫਿਰ ਉਸ ਤੋਂ ਬਾਅਦ ਮੈਨੂੰ ਇੱਥੇ ਮਿਲ ਗਿਆ ਤੁਹਾਨੂੰ ਪੋਸਟ ਆਫਿਸ? ਨਾਰਥ ਵੈਨਕੂਵਰ। ਅੱਛਾ। 2 ਸਾਲ ਫਿਰ ਮੈਂ ਨਾਰਥ ਵੈਨਕੂਵਰ ਮਿਲ 'ਚ ਕੰਮ ਕੀਤਾ। ਉਹ ਤੋਂ ਬਾਅਦ ਫਿਰ ਨੋਵਾ ਮਿਲ ਦਾ ਨਾਂ ਸੀ ਨਾਰਥ ਵੈਨਕੂਵਰ, ਅਤੇ ਉਹ ਤੋਂ ਬਾਅਦ ਫਿਰ ਉੱਥੇ ਮਿਲ 'ਚ ਕੰਮ ਕਰਦੇ ਨੂੰ ਇੱਥੇ ਉਸ ਮੇਰੇ ਦੋਸਤ ਨੇ ਮੈਨੂੰ ਸੁਝਾਅ ਦਿੱਤਾ ਵੀ ਤੂੰ ਪੋਸਟ ਆਫਿਸ ਜਾ ਕੇ ਕਰ ਲਾ। ਅਤੇ ਉਹਨੇ ਮੈਨੂੰ ਇੱਕ ਐਪਲੀਕੇਸ਼ਨ ਲਿਆ ਕੇ ਦੇ ਦਿੱਤੀ, ਮੈਂ ਭਰ ਕੇ ਦੇ ਦਿੱਤੀ, ਅਤੇ ਇੰਟਰਵਿਊ ਦੇ ਵਿੱਚ ਉਹਨੇ ਮੈਨੂੰ ਪੁੱਛਿਆ, ਅਤੇ ਮੈਂ ਉਹਨੂੰ ਆਹ ਕਿਹਾ ਵੀ ਮੈਂ ਥੱਕ ਜਾਣਾ। ਅੱਛਾ। ਹੀ ਗੇਵ ਮੀ ਦ ਜੋਬ। ਅਤੇ ਉਹ ਜੋਬ ਸਿਖਾਲੀ ਸੀ ਬਹੁਤ, ਮਤਲਬ ਚਿੱਠੀਆਂ ਵੰਡਣ ਦੀ, ਪੋਸਟਮੈਨ ਦੀ। ਸੋ ਡਾਕੀਏ ਦਾ ਕੰਮ ਕੀਤਾ? ਡਾਕੀਏ ਦਾ ਕੰਮ ਕੀਤਾ ਮੈਂ 1970 ਤੋਂ ਲੈ ਕੇ 1983 ਤੱਕ ਫੁੱਲ ਟਾਈਮ, 83 ਤੋਂ 90 ਤੱਕ ਪਾਰਟ ਟਾਈਮ। ਉਦੋਂ ਤਾਂ ਉਹ ਵੀ ਔਖਾ ਹੁੰਦਾ ਹੋਣਾ ਕੰਮ, ਕਿਉਂਕਿ ਉਦੋਂ ਚਿੱਠੀਆਂ ਬਹੁਤ ਹੁੰਦੀਆਂ ਸੀ। ਹੁਣ ਤਾਂ ਚਿੱਠੀਆਂ ਸੀ, ਪਰ ਜਦੋਂ ਤੁਸੀਂ ਮਿਲ ਦੇ ਨਾਲ ਮੈਂ ਜੋੜ ਕੇ ਦੇਖਦਾ ਸੀ ਤਾਂ ਮੈਨੂੰ ਬਹੁਤ ਸਕਾਲਾ ਲੱਗਦਾ ਸੀ। ਤਾਂ ਉਹਦੇ ਤਾਂ ਫਿਰ ਮੇਰਾ ਪੜ੍ਹਨ ਦਾ ਲਿਖਣ ਦਾ ਇੰਨਾ ਹੁਣ ਤਾਂ ਸਰਕਾਰੀ ਚਿੱਠੀਆਂ ਰਹਿ ਗਈਆਂ ਨਾ, ਉਦੋਂ ਤਾਂ ਤੁਸੀਂ ਦੂਸਰੀਆਂ ਚਿੱਠੀਆਂ, ਹਰ ਤਰ੍ਹਾਂ ਦੀਆਂ ਚਿੱਠੀਆਂ ਤੁਹਾਡੇ ਹੱਥੋਂ ਹੋ ਕੇ ਜਾਂਦੀਆਂ ਹੋਣੀਆਂ। ਉਦੋਂ ਸਮਾਂ ਕਿ ਚਿੱਠੀਆਂ ਸ਼ਾਇਦ ਘੱਟ ਹੁੰਦੀਆਂ ਹੁਣ ਨਾਲੋਂ, ਫਰਵਰੀ ਦੇ ਨੇ, ਪਰ ਕਾਫੀ ਹੁੰਦੀਆਂ ਸੀ। ਅੱਛਾ। ਪਰ ਉਹ ਮਿਲ ਦੇ ਮੁਕਾਬਲੇ 'ਤੇ ਉਹ ਕੰਮ ਬਹੁਤ ਸਕਾਲਾ ਸੀ। ਠੀਕ ਹੈ।
ਤੇ ਮੈਨੂੰ ਦੂਜਾ ਇਹ ਆ ਵੀ ਉਹ ਜਦੋਂ ਤੁਸੀਂ ਚਿੱਠੀਆਂ ਵੰਡਦੇ ਆ ਨਾ, ਮੈਨੂੰ ਸੋਚਣ ਦਾ ਮੌਕਾ ਮਿਲਦਾ। ਮੇਰੇ ਕੋਲ ਟਰੱਕ ਹੁੰਦਾ ਸੀ ਕਿ ਮਰੀਨ ਡਰਾਈਵ ਤੇ ਮੇਨ ਸਟਰੀਟ ਫਰੇਜ਼ਰ ਦੇ ਦੁਆਲੇ ਮੈਂ ਕੰਮ ਕਰਦਾ ਸੀ, ਉੱਥੇ ਕੀਤਾ ਸਾਰੇ 13 ਸਾਲ। ਤੇ ਉਹਦੇ ਵਿੱਚ ਮੈਂ ਫਿਰ ਜਿਹੜੀ ਕੋਈ ਮੈਨੂੰ ਸੋਚ ਆਉਣੀ, ਮੈਂ ਉਹ ਟਰੱਕ ਜਾ ਕੇ ਪੇਪਰ ਹੁੰਦਾ ਸੀ ਜਿਹੜੇ ਛੋਟੇ ਛੋਟੇ ਪੇਪਰ, ਉਹਨਾਂ 'ਤੇ ਮੈਂ ਲਿਖ ਲੈਣੀ। ਅੱਛਾ, ਇੱਦਾਂ ਮੈਂ ਕਵੀ ਵੀ ਬਣ ਗਿਆ। ਵਾਹ। ਤੇ ਕਹਾਣੀਆਂ ਵੀ ਲਿਖੀਆਂ, ਬਹੁਤਾ ਕੁਛ ਮੈਂ ਪੋਸਟ ਆਫਿਸ ਦੇ ਵਿੱਚ ਉਹ ਆਪਣੀ ਚਿੱਠੀਆਂ ਵੰਡਦੇ ਨੇ ਉਹ ਉਸ ਸਮੇਂ ਦੇ ਵਿੱਚ ਲਿਖਿਆ, ਯਾਨੀ ਕਿ ਲੇਖਕ ਅਸਲ ਦੇ ਵਿੱਚ ਮੈਂ ਉਸ ਸਮੇਂ 'ਚ ਬਣਿਆ। ਜਦੋਂ ਸ਼ੁਰੂ 'ਚ ਲਿਖਣਾ ਸ਼ੁਰੂ ਕੀਤਾ, ਜਿਵੇਂ ਤੁਸੀਂ ਇਸ ਤਰ੍ਹਾਂ ਕਿਹਾ ਕਿ ਜੋ ਮੇਰੇ ਮਨ 'ਚ ਆਉਂਦਾ ਸੀ ਮੈਂ ਲਿਖ ਲੈਂਦਾ ਸੀ, ਮੈਂ ਹੌਲੀ ਹੌਲੀ ਕਵੀ ਬਣ ਗਿਆ। ਪਰ ਜਦ ਤੱਕ ਤੁਸੀਂ ਕਿਸੇ ਨੂੰ ਦਿਖਾ ਨਹੀਂ ਲੈਂਦੇ, ਜਦ ਤੱਕ ਤੁਸੀਂ ਪੜ੍ਹਾ ਨਹੀਂ ਲੈਂਦੇ, ਉਦੋਂ ਤੱਕ ਜਦ ਤੱਕ ਅਗਲਾ ਵੈਲੀਡੇਟ ਨਹੀਂ ਕੋਈ ਕਰ ਦਿੰਦਾ ਜਿਹਨੇ ਕੁਛ ਲਿਖਿਆ ਹੁੰਦਾ ਜਾਂ ਜਿਹੜਾ ਜਾਣਿਆ ਪਹਿਚਾਣਿਆ ਲੇਖਕ ਆ, ਉਦੋਂ ਤੱਕ ਮਨ ਦੇ ਵਿੱਚ ਇੱਕ ਧੁੜਕੂ ਜਿਹਾ ਹੁੰਦਾ ਕਿ ਜੋ ਮੈਂ ਲਿਖਿਆ ਹੈ ਉਹ ਸਹੀ ਹੈ ਜਾਂ ਗਲਤ ਹੈ। ਬਿਲਕੁਲ ਤੁਹਾਡੇ ਨਾਲ ਵੀ ਇੱਦਾਂ ਹੋਇਆ? ਬਿਲਕੁਲ ਇੱਦਾਂ ਹੋਇਆ। ਔਰ ਉਹਦਾ ਸਬੱਬ ਇਹ ਬਣਿਆ ਕਿ ਮੈਂ ਮਤਲਬ ਕਿਉਂਕਿ ਪ੍ਰੀਤਲੜੀ ਦਾ ਮੈਂ ਤੁਹਾਨੂੰ ਦੱਸਿਆ ਮੈਂ ਸ਼ੁਰੂ ਤੋਂ ਪੜ੍ਹਦਾ ਸੀ, ਇੱਥੇ ਆ ਕੇ ਮੈਨੂੰ ਤਕਰੀਬਨ 6-7 ਮਹੀਨੇ ਪ੍ਰੀਤਲੜੀ ਮਤਲਬ ਲੈਣ ਨੂੰ ਲੱਗ ਗਏ। ਉਦੋਂ ਕਿਤਾਬ ਤਾਂ ਇੱਥੇ ਕੋਈ ਮਿਲਦੀ ਨਹੀਂ ਸੀ, ਲੋਕ ਬਹੁਤ ਥੋੜ੍ਹੇ ਸੀਗੇ। ਐਡਿਕਸ਼ਨ ਸੀ ਤੁਹਾਨੂੰ ਪ੍ਰੀਤਲੜੀ ਦੀ? ਮੈਨੂੰ ਐਡਿਕਸ਼ਨ ਸੀ। ਉਹਨਾਂ ਨੇ ਗੁਰਬਖਸ਼ ਸਿੰਘ ਨੇ ਇੱਕ ਬੰਦੇ ਦਾ ਨਾਂ ਲਿਖਿਆ ਹੋਇਆ ਸੀ, ਉਹ ਕੈਮਰੂਸ ਰਹਿੰਦਾ ਸੀ ਬੰਦਾ, ਜਿਹੜਾ ਕੈਨੇਡਾ ਦਾ ਸੰਪਰਕ ਸੀ। ਉਹਦੇ ਕੋਲੋਂ ਵੀ ਉਹ ਮਤਲਬ ਮੈਨੂੰ ਕਾਫੀ ਦੇਰ ਨਾਲ ਮਿਲੀ, ਹੌਲੀ ਹੌਲੀ ਚਲੋ ਆਉਣ ਲੱਗ ਪਈ ਪ੍ਰੀਤਲੜੀ। ਫਿਰ ਮੈਂ ਉਹ ਪ੍ਰੀਤਲੜੀ ਮੈਂ ਮੰਗਵਾਉਂਦਾ ਰਿਹਾ ਬਹੁਤ ਲੰਮਾ ਸਮਾਂ। ਫਿਰ ਅਤੇ ਉਹਦੇ ਨਾਲ ਇਹ ਹੋਇਆ ਕਿ ਮਿੱਲ ਦੇ ਵਿੱਚ ਮੈਂ ਇਕੱਲਾ ਹੀ ਥੱਲੇ ਕੰਮ ਕਰਦਾ, ਨਾਰਥ ਵੈਨਕੂਵਰ, ਅਤੇ ਛੋਟੀ ਮਿੱਲ ਸੀ, ਪਰ ਉਹਦਾ ਥੱਲੇ ਮੈਂ ਕਲੀਨ ਅਪ ਕਰਦਾ ਹੁੰਦਾ, ਖੜਾਕਾ ਹੁੰਦਾ ਸੀ ਬਹੁਤ। ਅੱਛਾ। ਅਤੇ ਮੈਂ ਉੱਚੀ ਉੱਚੀ ਹਿੰਦੀ ਦੇ ਗਾਣੇ ਗਾਈ ਜਾਣੇ ਥੱਲੇ। ਫਿਲਮਾਂ ਬਹੁਤ ਦੇਖਦਾ ਹੁੰਦਾ ਸੀ ਪਹਿਲਾਂ ਮੈਂ, ਫਿਲਮਾਂ ਵੀ ਦੇਖਦਾ ਸੀ। ਫਿਲਮਾਂ ਦੇ ਵੀ ਸ਼ੌਕੀਨ ਸੀ? ਫਿਲਮਾਂ ਦਾ ਬਹੁਤ ਸ਼ੌਕੀਨ ਸੀ ਮੈਂ, ਤਾਂ ਫਿਲਮੀ ਗਾਣੇ ਗਾਈ ਜਾਣੇ। ਉਹ ਗਾਣਿਆਂ ਦੇ ਵਿੱਚੋਂ ਕਵਿਤਾ ਬਣਨ ਲੱਗ ਪਈ। ਅੱਛਾ। ਉਹ ਮਤਲਬ ਉਹਨਾਂ ਦੇ ਵਿੱਚੋਂ ਕਵਿਤਾ ਬਣੀ। ਅਤੇ ਫਿਰ ਤੁਹਾਡੀ ਗੱਲ ਇਹ ਸਹੀ ਆ, 1970 ਦੇ ਵਿੱਚ ਇੱਥੇ ਕੁਛ ਲੋਕ ਜਿਹੜੇ ਗੁਰਚਰਨ ਰਾਮਪੁਰੀ ਇੱਥੇ ਪਹਿਲਾਂ ਸੀਗੇ ਅਤੇ ਹੋਰ ਵੀ ਸੀ, ਉਹਨਾਂ ਦੇ ਨਾਲ ਮੇਰੇ ਕਿਉਂਕਿ ਥੋੜ੍ਹੇ ਲੋਕ ਸੀਗੇ ਮੇਰੇ ਤਾਇਆ ਜੀ ਦੇ, ਉਹਨਾਂ ਦੇ ਕਨੈਕਸ਼ਨ ਸੀਗੇ, ਉਹ ਮਿਲੇ ਇੱਕ ਦੋ ਵਾਰੀ। ਉਹਨਾਂ ਦੇ ਨਾਲ ਥੋੜ੍ਹੀ ਵਾਲੀ ਇਸ ਗੱਲ ਦੀ ਗੱਲ ਹੋਈ, ਮਤਲਬ ਪੁਰਾਣੇ ਕਵੀ ਸੀ ਉਹ, ਕਾਫੀ ਮਤਲਬ ਸੁਲਝੇ ਹੋਏ ਬੰਦੇ ਸੀ। ਫਿਰ ਸੁਰਿੰਦਰ ਧੰਜਲ ਇੱਥੇ ਆਏ 1970 ਦੇ ਵਿੱਚ। ਇਹ ਸੁਰਿੰਦਰ ਧੰਜਲ ਉਹਨਾਂ ਦੀ ਇੱਕ ਕਿਤਾਬ ਇੱਧਰੋਂ ਆਉਣ ਤੋਂ ਪਹਿਲਾਂ ਛਪ ਚੁੱਕੀ ਸੀਗੀ, ਇੱਕ ਕਵਿਤਾ ਉੱਥੋਂ ਲੁਧਿਆਣੇ ਜਿਹਨੇ ਕਿਹੜੇ 'ਚ ਪੜ੍ਹਦੇ ਸੀ ਉੱਥੇ। ਸੋ ਇਹਨਾਂ ਦੀਆਂ ਸ਼ੁਰੂ ਦੇ ਵਿੱਚ ਇਹਨਾਂ ਨੇ ਮੇਰੀਆਂ ਕੁਛ ਕਵਿਤਾਵਾਂ ਦੇਖੀਆਂ ਅਤੇ ਉਹ ਮਤਲਬ ਠੀਕ ਲੱਗੀਆਂ। ਅਤੇ ਮੇਰੀ ਪਹਿਲੀ ਕਵਿਤਾ ਜਿਹੜੀ ਉਹ ਨਾਗਮਣੀ ਦੇ ਵਿੱਚ ਛਪੀ ਸੀਗੀ। ਅੱਛਾ। ਮੇਰਾ ਖਿਆਲ 72 ਦੇ ਵਿੱਚ ਅੰਮ੍ਰਿਤਾ ਪ੍ਰੀਤਮ ਹੁਣਾਂ ਦਾ ਮੈਗਜ਼ੀਨ ਸੀ ਜਿਹੜਾ। ਅਤੇ ਨਾਗਮਣੀ ਵੀ ਮੈਂ ਮੰਗਵਾਉਂਦਾ ਸੀਗਾ ਅਤੇ ਉਹ ਮੈਂ ਉਹਨਾਂ ਨੂੰ ਭੇਜੀ। ਕਿੱਦਾਂ ਦੀ ਫੀਲਿੰਗ ਸੀ ਉਦੋਂ ਜਦੋਂ ਛਪ ਗਈ ਕਵਿਤਾ? ਬਹੁਤ ਖੁਸ਼ੀ ਹੋਈ ਨਾਗਮਣੀ ਦੇ ਵਿੱਚ ਖਾਸ ਤੌਰ 'ਤੇ। ਅਤੇ ਫਿਰ ਬਾਅਦ ਦੇ ਵਿੱਚ ਤਾਂ ਮਤਲਬ ਇੱਧਰ ਉੱਧਰ ਹੋਰ ਵੀ ਛਪਦੀਆਂ ਰਹੀਆਂ, ਪ੍ਰੀਤਲੜੀ ਦੇ ਵਿੱਚ ਵੀ ਛਪੀਆਂ ਇੱਕ ਦੋ। ਪਰ ਫਿਰ ਸੁਰਿੰਦਰ ਧੰਜਲ ਨੇ ਇੱਥੇ 73 ਦੇ ਵਿੱਚ ਵਤਨੋਂ ਦੂਰ ਨਾਂ ਦਾ ਮੈਗਜ਼ੀਨ ਸ਼ੁਰੂ ਕੀਤਾ। ਉਹਦੇ ਪਹਿਲੇ ਅੰਕ ਦੇ ਵਿੱਚ ਮੇਰੀਆਂ 2 ਕਵਿਤਾਵਾਂ ਛਪੀਆਂ। ਸੋ ਤੋਂ ਮਤਲਬ ਹੌਲੀ ਐਸਟੈਬਲਿਸ਼ ਹੋ ਗਏ ਹੌਲੀ ਹੌਲੀ, ਤੁਸੀਂ ਕਹਿ ਸਕਦੇ ਹਾਂ। ਅਤੇ ਪੜ੍ਹਨ ਦਾ ਸਿਲਸਿਲਾ ਫਿਰ ਉਹਦਾ ਕੀ ਬਣਿਆ? ਪੜ੍ਹਨ ਦਾ ਸਿਲਸਿਲਾ ਇਹ ਬਣਿਆ ਕਿ ਮੈਂ 8ਵੀਂ ਤੋਂ ਸ਼ੁਰੂ ਕਰਕੇ ਗ੍ਰੇਡ 8 ਤੋਂ। ਸੋ ਗ੍ਰੇਡ 8 ਦੇ ਵਿੱਚ ਇੱਥੇ ਤੁਸੀਂ ਰਜਿਸਟਰ ਹੋਏ? ਹਾਂ, ਨਾਈਟ ਸਕੂਲ ਕੰਟੀਨਿਊਸਲੀ ਮੈਂ ਉਹ ਕਰਦਾ ਰਿਹਾ ਅਤੇ ਮੈਨੂੰ ਮਤਲਬ ਸਾਲ ਤਾਂ ਬਹੁਤ ਲੱਗੇ। ਸੋ 20 ਸਾਲ ਤੋਂ ਵੱਧ ਉਮਰ ਹੋ ਗਈ ਸੀ ਉਦੋਂ? ਹਾਂ, ਜੋ ਗ੍ਰੇਡ 8 ਸ਼ੁਰੂ ਕੀਤਾ ਇੱਥੇ? ਗ੍ਰੇਡ 8 ਸ਼ੁਰੂ ਕੀਤਾ। ਅਤੇ ਉਦੋਂ ਮਤਲਬ ਮੈਂ ਤਕਰੀਬਨ ਆਪਾਂ ਗੱਲ ਕਰ ਰਹੇ ਹਾਂ ਇਹ 70-71 ਦੇ ਦੁਆਲੇ ਜਦੋਂ ਮੈਂ ਪੋਸਟ ਆਫਿਸ ਕੰਮ ਕਰਨ ਲੱਗਾ, ਉਹ ਤੋਂ ਬਾਅਦ ਹੈ ਨਾ। ਸੋ ਗੋਲ ਹੈਗਾ ਸੀ ਕਿਤੇ ਕਿ ਮੈਂ ਪੜ੍ਹਨ ਲੱਗਣਾ ਆ? ਖੁੰਦਕ ਸੀ ਮਨ ਦੇ ਵਿੱਚ। ਅੱਛਾ, ਖੁੰਦਕ ਸੀ। ਅਤੇ ਮੈਂ ਮਤਲਬ ਜਿਸ ਤਰ੍ਹਾਂ ਮੈਂ ਉੱਥੇ ਫੇਲ ਹੋਇਆ ਨਾ, ਅਤੇ ਮੈਂ ਉਦੋਂ ਥੋੜ੍ਹਾ ਜਿਹਾ ਜ਼ਿਆਦਾ ਅਕਲ ਵਾਲਾ ਆਇਆ ਵੀ ਮੈਂ ਮਤਲਬ ਉਦੋਂ ਗਲਤ ਚੁਣ ਲੈ ਸੀਗੇ ਵੀ ਮੈਂ ਆਪਣੇ ਆਪ ਨੂੰ ਪ੍ਰੂਵ ਕਰਨਾ ਵੀ ਮੈਂ ਉਸ ਕਿਸਮ ਦਾ ਡੰਮ। ਸੋ ਉੱਥੇ ਫੇਲ ਹੋਣ ਤੋਂ ਬਾਅਦ ਅਗਾਂਹ ਨਹੀਂ ਉੱਥੇ ਪੜ੍ਹੇ? ਉੱਥੇ ਨਹੀਂ ਪੜ੍ਹੇ, ਇੱਥੇ ਆ ਕੇ ਛੇਤੀ ਆਉਣ ਦਾ ਇੱਧਰ ਨੂੰ ਪ੍ਰੋਗਰਾਮ ਬਣ ਗਿਆ। ਅਤੇ ਇੱਧਰ ਆ ਕੇ ਮਤਲਬ ਇੱਕ ਹੀ ਖੁੰਦਕ ਵੀ ਸੀ। ਦੂਜੀ ਗੱਲ ਇਹ ਸੀਗੀ ਵੀ ਮੇਰੇ ਮਨ ਦੇ ਵਿੱਚ, ਕਿਉਂਕਿ ਉਹ ਹੁਣ ਆਪਾਂ ਗੱਲਬਾਤ ਕਰ ਰਹੇ ਹੈਗੇ ਹਾਂ ਅਰਲੀ 70s ਦਾ ਲੇਟ 60s ਦੀ, ਉਹ ਵਿਦਿਆਰਥੀਆਂ ਦੇ ਵਿੱਚ ਬਹੁਤ ਉਭਾਰ ਸੀਗਾ ਉਸ ਵੇਲੇ ਇਨਕਲਾਬ ਦਾ। ਅੱਛਾ। ਇਕੱਲਾ ਮਤਲਬ ਪੰਜਾਬ ਜਾਂ ਬੰਗਾਲ ਜਾਂ ਹਿੰਦੁਸਤਾਨ 'ਚ ਨਹੀਂ, ਯੂਰਪ ਦੇ ਵਿੱਚ ਵੀ। ਇੱਥੇ ਸਾਡੇ ਜਿਹੜੀ SFU ਆ, ਯੂਨੀਵਰਸਿਟੀ 68 ਖੁੱਲ੍ਹੀ ਸੀ, ਇੱਥੇ ਸਟੂਡੈਂਟਸ ਨੇ ਇੱਕ ਵਾਰੀ ਦੇ ਟੁੱਕ ਓਵਰ ਜਿਹੜਾ ਪ੍ਰੈਜ਼ੀਡੈਂਟ ਦਾ ਆਫਿਸ ਜਿਹੜਾ। ਅੱਛਾ। ਉਦੋਂ ਮਤਲਬ ਹਰ ਜਗ੍ਹਾ ਹੀ ਵਿਦਿਆਰਥੀਆਂ 'ਚ ਇਹ ਉਭਾਰ ਹੁੰਦਾ ਸੀ ਅਤੇ ਮੈਂ ਵੀ ਮਤਲਬ ਇਨਕਲਾਬੀ ਹੈਗੇ ਇਹ। ਹਾਂ ਪਈ ਇਨਕਲਾਬ ਲਿਆਉਣਾ ਆ। ਅਤੇ ਮੇਰੇ ਮਨ 'ਚ ਇਹ ਵੀ ਸੀਗਾ ਕਿ ਮੈਂ ਇੱਥੇ ਥੋੜ੍ਹੀ ਜਿਹੀ ਕੋਈ ਪੜ੍ਹਾਈ ਕਰ ਲਵਾਂ ਅਤੇ ਮੈਂ ਮੁੜ ਕੇ ਪੰਜਾਬ ਜਾਣਾ। ਇੱਥੇ ਮੇਰਾ ਜੀਅ ਨਹੀਂ ਸੀ ਲੱਗਦਾ, ਬਿਲਕੁਲ ਇਹ ਦੋਸਤ ਨਹੀਂ ਸੀ ਕੋਈ ਵੀ ਸ਼ੁਰੂ ਦੇ ਵਿੱਚ। ਅਤੇ ਮੇਰਾ ਇਹ ਟੀਚਾ ਇਹ ਸੀਗਾ ਵੀ ਮੈਂ ਡਿਗਰੀ ਲੈ ਕੇ ਕੋਈ ਜਿੱਥੇ ਤੱਕ ਵੀ ਮੈਂ ਜਾ ਸਕਦਾ ਵੀ ਮੈਂ ਪੰਜਾਬ ਜਾ ਕੇ ਕਿਤੇ ਪੜ੍ਹਾਉਣ ਦੀ ਮੈਨੂੰ ਨੌਕਰੀ ਮਿਲ ਜੂਗੀ ਵੀ ਮੈਂ ਰਹਿਣਾ ਪੰਜਾਬ ਦੇ ਵਿੱਚ ਹੈ ਅਤੇ ਉੱਥੇ ਜਾ ਕੇ ਇਨਕਲਾਬ ਲਈ ਕੰਮ ਕਰਨਾ, ਸੁਪਨਾ ਸੀ।
ਤੇ ਪਰ ਜਦੋਂ ਮੈਂ MA ਕਰਦਾ ਸੀਗਾ ਮਤਲਬ ਜਿਵੇਂ ਪਹਿਲਾਂ ਦੱਸਿਆ ਮੈਂ 83 ਤੱਕ ਫੁੱਲ ਟਾਈਮ ਕੀਤਾ ਪੋਸਟ ਹਾਊਸ ਦੇ ਵਿੱਚ। 83 ਦੇ ਵਿੱਚ ਫਿਰ ਮੈਂ BA ਕਲੀਅਰ ਕਰ ਲਈ। ਅੱਛਾ। ਸੋਸ਼ੀਓਲੋਜੀ ਅਤੇ ਐਂਥਰੋਪੋਲੋਜੀ ਮਤਲਬ ਦੋ ਸਬਜੈਕਟ। ਅਤੇ ਬਾਅਦ ਦੇ ਵਿੱਚ ਫਿਰ ਮੈਂ MA 'ਚ ਦਾਖਲਾ ਲੈ ਲਿਆ ਅਤੇ ਫਿਰ ਮੈਂ ਕੰਮ ਜਿਹੜਾ ਉਹ ਪਾਰਟ ਟਾਈਮ ਕਰ ਦਿੱਤਾ। ਉਹ ਕਿੱਥੇ ਖਿਆਲ ਗਿਆ ਜਿਹੜਾ ਸੀ ਕਿ ਵਾਪਸ ਜਾਣਾ ਉਸ ਵੇਲੇ? ਉਹ ਮੈਂ ਦੱਸਣ ਲੱਗਾ, ਉਹ ਜਦੋਂ ਮੈਂ ਪੜ੍ਹ ਰਿਹਾ ਸੀਗਾ SFU ਫਿਰ ਨਾ ਉਹਨਾਂ ਦਿਨਾਂ ਦੇ ਵਿੱਚ, ਉਹ ਪੜ੍ਹਦੇ ਨਹੀਂ ਮੈਂ ਜਦੋਂ ਮੈਂ ਇਹ ਗੱਲਾਂ ਕਰਦਾ ਹਾਂ ਅਤੇ ਮਤਲਬ ਉਦੋਂ ਇੱਥੇ ਜੋ ਕੁਛ ਵੀ ਵਾਪਰਿਆ ਸੀ 70s ਦਾ ਜਿਹੜਾ ਸਮਾਂ ਕੈਨੇਡਾ ਦੇ ਵਿੱਚ ਸੀਗਾ, ਖਾਸ ਤੌਰ 'ਤੇ ਬੜਿਆਂ ਸੈਂਟਰਾਂ ਦੇ ਵਿੱਚ, ਉਹ ਇੱਕ ਮਤਲਬ ਇਹਦੇ 'ਚ ਹੁਣ ਤਾਂ ਮਤਲਬ ਵੱਖਰੀ ਕਿਸਮ ਦੀ ਪਿਕਚਰ ਹੈ ਨਾ। ਉਦੋਂ ਲੈਫਟ ਦੇ ਜਿਹੜੇ ਲੋਕ ਸੀਗੇ ਉਹ ਪਾਵਰ 'ਚ ਹੁੰਦੇ ਸੀਗੇ ਕਮਿਊਨਿਟੀ ਦੇ ਵਿੱਚ। ਅੱਛਾ। ਮੇਨ ਪੋਲੀਟਿਕਸ ਆਪਣੇ ਭਾਈਚਾਰੇ ਦੀ ਲੈਫਟ ਦੀ, ਕਿਉਂਕਿ ਅਸੀਂ ਅਜੇ ਐਸਟੈਬਲਿਸ਼ਮੈਂਟ ਦਾ ਹਿੱਸਾ ਨਹੀਂ ਸੀ ਬਣੇ। ਪਹਿਲਾਂ ਵਾਂਗੇ ਜਿਵੇਂ ਸਾਡੇ ਗਦਰਾਈਟ ਸੀਗੇ ਉਸ ਸਮੇਂ ਵਾਂਗੇ ਸਾਨੂੰ ਬਾਹਰੋਂ ਐਜੀਟੇਸ਼ਨ ਦੇ ਨਾਲ ਕੋਈ ਗੱਲ ਜਿਹੜੀ ਉਹ ਮਨਾਉਣੀ ਪੈਂਦੀ ਸੀਗੀ। ਵੀ ਵਰ ਸਟਿਲ ਇਨ ਦੈਟ ਮੋਡ। ਅੱਛਾ। ਹੈ ਨਾ। ਹੌਲੀ ਹੌਲੀ ਲੋਕ ਜਿਹੜੇ ਆ ਉਹ ਐਸਟੈਬਲਿਸ਼ਮੈਂਟ ਦੇ ਵਿੱਚ ਗਏ। ਹੌਲੀ ਹੌਲੀ 1987 ਜਾ ਕੇ ਸਾਡਾ ਪਹਿਲਾ MLA ਬਣਦਾ ਹੈ ਮੋਸ ਹੋਤਾ। ਸੋ ਇਟ ਟੁਕ ਅ ਲੌਂਗ ਟਾਈਮ। ਪਰ 70 ਦਾ ਜਿਹੜਾ ਸਮਾਂ ਸੀਗਾ ਇੱਥੇ ਉਹ ਬੜਾ ਪ੍ਰੋਗਰੈਸਿਵ ਸਮਾਂ ਸੀ ਔਰ ਬੜਾ ਸਟਰਗਲ ਦਾ ਸਮਾਂ ਸੀਗਾ। 70 ਦੇ ਐਂਡ ਦੇ ਉੱਤੇ ਸਾਡੀ ਇੱਥੇ ਦੀ ਫਾਰਮ ਵਰਕ ਜਿਹੜੀ ਸਟਰਗਲ ਸ਼ੁਰੂ ਹੋਈ, ਕਿਉਂਕਿ ਸਾਡੇ ਬਹੁਤੇ ਲੋਕ ਜਿਹੜੇ ਉਹ ਖੇਤ ਮਜ਼ਦੂਰ ਸੀਗੇ ਅਤੇ ਸਾਡੇ ਫਾਰਮ ਓਨਰ ਵੀ ਪੰਜਾਬੀ ਸੀਗੇ। ਐਕਸਪਲੋਇਟੇਸ਼ਨ ਉਹਨਾਂ ਦੀ ਸਿੱਧੀ ਦੇਸੀ ਤਰੀਕੇ ਨਾਲ ਹੁੰਦੀ ਸੀਗੀ। ਅੱਛਾ। ਉਹਦੇ ਖਿਲਾਫ ਮੂਵਮੈਂਟ ਖੜੀ ਹੋਈ ਇੱਥੇ। ਫਿਰ ਸਾਡੀ ਕਮਿਊਨਿਟੀ ਨੇ CFU ਬਣਾਈ, ਕੈਨੇਡੀਅਨ ਫਾਰਮ ਵਰਕਰ ਯੂਨੀਅਨ, ਅਤੇ ਮੈਂ ਉਹਦੇ 'ਚ ਮਤਲਬ ਬੈਕਗਰਾਊਂਡ ਦੇ ਉੱਤੇ ਪੂਰੀ ਤਰ੍ਹਾਂ ਉਹਦੇ 'ਚ ਇਨਵੋਲਵ ਸੀਗਾ। ਇੱਦਾਂ ਹੀ ਜਿਹੜੀ ਵਤਨੋਂ ਦੂਰ ਸੀ ਜਿਹੜਾ ਉਹ ਸੁਰਿੰਦਰ ਧੰਜਲ ਨੂੰ ਬਾਹਰ ਪੜ੍ਹਨ ਲਈ ਜਾਣਾ ਪੈ ਗਿਆ ਅਤੇ 1976 'ਚ ਮੈਂ ਉਹਦਾ ਐਡੀਟਰ ਬਣ ਗਿਆ। ਸੋ ਇਹ ਗੱਲਾਂ ਵੀ ਨਾਲ ਚੱਲਦੀਆਂ ਸੀਗੀਆਂ। ਮਤਲਬ ਜਿਹੜੀਆਂ ਕਮਿਊਨਿਟੀ ਜਿਹੜੀ ਵੀ ਕੋਈ ਸਟਰਗਲ ਚੱਲ ਰਹੀ ਆ ਉਹ ਖਾਸ ਤੌਰ 'ਤੇ ਨਸਲਵਾਦ ਦੇ ਖਿਲਾਫ, ਉਹਨਾਂ ਸਾਰੀਆਂ ਦੇ ਵਿੱਚ ਹੀ ਮੈਂ ਇਨਵੋਲਵ ਸੀਗਾ। ਮਤਲਬ ਕਿਸੇ ਲੀਡਰਸ਼ਿਪ ਵਾਲੇ ਰੋਲ 'ਚ ਨਹੀਂ, ਐਜ਼ ਏ ਪਾਰਟੀਸਪੈਂਟ ਬੈਕਗਰਾਊਂਡ ਦੇ ਵਿੱਚ। ਉਹਦੇ ਨਾਲ ਮੇਰੇ ਮਨ ਦੇ ਵਿੱਚ ਆਇਆ ਕਿ ਸਟਰਗਲ ਤਾਂ ਇੱਥੇ ਵੀ ਆ ਲਾਈਫ ਦੀ, ਜਿਹੜਾ ਮੈਂ ਮੁੜ ਕੇ ਉੱਥੇ ਜਾਣਾ ਆ। ਮਤਲਬ ਉਹ ਸਟਰਗਲ ਇੱਥੇ ਵੀ ਆ। ਦੂਜੀ ਨਾਲ ਇਹ ਵੀ ਇੱਕ ਮਤਲਬ ਰਿਐਲਿਟੀ ਇਹ ਆ ਵੀ ਮੇਰਾ ਵਿਆਹ ਹੋ ਗਿਆ ਸੀਗਾ, ਬੱਚੇ ਹੋ ਗਏ ਸੀਗੇ, ਹੈ ਨਾ। 75 ਦੇ ਵਿੱਚ ਮੇਰੇ ਲੜਕੇ ਦੀ ਜਨਮ ਹੋਇਆ ਅਤੇ 73 'ਚ ਮੇਰਾ ਵਿਆਹ ਹੋ ਗਿਆ ਸੀ। 80 ਦੇ ਵਿੱਚ ਮੇਰੀ ਬੇਟੀ ਦਾ ਜਨਮ ਹੋਇਆ। ਸੋ ਉਹ ਵੀ ਮਤਲਬ ਇੱਕ ਹਿੱਸਾ ਸੀਗਾ। ਤੁਸੀਂ ਫਿਰ ਉਸ ਕਿਸਮ ਦਾ ਇਨੀਸ਼ੀਏਟਿਵ ਤਾਂ ਹੁੰਦਾ ਨਹੀਂ ਇਕੱਲਾ ਬੰਦੇ ਨੇ ਜਦੋਂ ਹੋਣਾ। ਸੋ ਸਾਰੀਆਂ ਗੱਲਾਂ ਦੇ ਨਾਲ ਮਤਲਬ ਮੈਂ ਫਿਰ ਕੌਨਸ਼ੀਅਸਲੀ ਇਹ ਡਿਸਾਈਡ ਕੀਤਾ ਵੀ ਇੱਥੇ ਰਹਿਣਾ ਆ, ਪੰਜਾਬੀ ਬਣ ਕੇ ਰਹਿਣਾ ਆ। ਅੱਛਾ। ਸੋ ਉਦੋਂ ਤੋਂ ਪੰਜਾਬੀ ਲੈਂਗੁਏਜ ਦਾ ਜਿਹੜਾ ਇਸ਼ੂ ਆ ਉਹ ਮੇਰੇ 'ਤੇ ਮਤਲਬ ਹੁਣ ਸਿਰਫ ਮੈਂ ਪਹਿਲਾਂ ਪਛਾਣ ਵਾਲੀ ਗੱਲ ਕੀਤੀ ਆ, ਇਹ ਦੋਏ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲ ਰਹੀਆਂ। ਮੈਂ ਪੰਜਾਬੀ ਲਈ ਵੀ ਉਹਨਾਂ ਹੀ ਕੰਮ ਕਰਦਾ ਹਾਂ ਅਤੇ ਦੂਜੀ ਵੀ ਮੇਰੀ ਸੋਚ ਜਿਹੜੀ ਆ ਉਹ ਨਾਲ ਨਾਲ ਚੱਲਦੀ ਹੈ। ਜੇ ਮੈਂ ਲਿਖਣ ਪੜ੍ਹਨ ਦੀ ਵੀ ਗੱਲ ਕਰਦਾ ਨਾ, ਅਤੇ ਪੰਜਾਬੀ ਜਿਹੜੀ ਆ ਉਹ ਹਰ ਵੇਲੇ ਉਹਦਾ ਹਿੱਸਾ ਹੁੰਦੀ ਆ। ਨਾਸਤਕ ਬਣਨ ਦੇ ਵਿੱਚ ਵੀ ਇਸ ਇਸ਼ੂ ਨੇ ਮੇਰੇ 'ਤੇ ਅਸਰ ਪਾਇਆ ਕਿ ਜੇ ਧਰਮ ਦਾ ਚੱਕਰ ਨਾ ਹੁੰਦਾ, ਪੰਜਾਬੀ ਸਾਡੀ ਜਿਹੜੀ 10ਵੇਂ ਨੰਬਰ ਦੀ ਬੋਲੀ ਦੁਨੀਆ ਦੀ, ਇਹ ਸੱਚਮੁੱਚ ਉਸ ਥਾਂ 'ਤੇ ਹੋਣੀ ਸੀਗੀ ਜਿੰਨੀ ਵੱਡੀ ਗਿਣਤੀ ਬੋਲਣ ਵਾਲੀ। ਔਰ ਜਿੱਥੋਂ ਸਾਡੀ ਬੋਲੀ ਆਈ ਆ, ਹੜੱਪਾ ਮੋਹਨਜੋਦਾੜੋ ਜਿਹੜੀ ਬਹੁਤ ਪੁਰਾਣੀ ਸੱਭਿਅਤਾ ਆ, ਉੱਥੇ ਸਾਡੀ ਬੋਲੀ ਇਹਦਾ ਜਨਮ ਹੋਇਆ। ਜਿਸ ਤਰੀਕੇ ਨਾਲ ਧਰਮਾਂ ਨੇ ਇਹਨੂੰ ਮਤਲਬ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਗੋਰਿਆਂ ਨੇ ਕੁਛ ਕੀਤਾ, ਕੁਛ ਇਹਨਾਂ ਨੇ ਆਪ ਕਰਕੇ 3 ਜਿਹੜੇ ਵੱਖਰੇ ਵੱਖਰੇ ਮਤਲਬ ਇਹ ਬਣ ਗਏ ਮਤਲਬ ਆਪਣੀ ਭਾਈਚਾਰੇ ਦੇ ਹਿੱਸੇ। ਉਹਨੇ ਸਾਡੀ ਬੋਲੀ ਨੂੰ ਜਿਹੜੀ ਇਹਨੇ ਵਿਕਾਸ ਕਰਨਾ ਸੀ ਮਤਲਬ ਇਸ ਸਦੀ ਦੇ ਵਿੱਚ, ਜਦੋਂ ਬਾਕੀ ਚੀਜ਼ਾਂ ਵਿਕਾਸ ਕਰ ਰਹੀਆਂ ਸੀ, ਉਹ ਬਿਲਕੁਲ ਰੁਕ ਗਿਆ। ਅਤੇ ਇਸ ਕਰਕੇ ਮਤਲਬ ਨਾ ਮੈਂ ਬੋਲੀ ਦੀ ਵੀ ਜਦੋਂ ਮੈਂ ਗੱਲ ਸੋਚਦਾ ਵੀ ਸਭ ਤੋਂ ਜ਼ਿਆਦਾ ਬੋਲੀ ਨੂੰ ਨੁਕਸਾਨ ਸਾਡੇ ਧਰਮ ਨੇ ਪਹੁੰਚਾਇਆ। ਭਾਵੇਂ ਮੈਂ ਕਿਸੇ ਨੂੰ ਵੀ ਇਹਦੇ ਮਤਲਬ ਮੈਂ ਚਾਹੁੰਦਾ ਵੀ ਮੇਰਾ ਕੋਈ ਮਾਈਂਡ ਨਾ ਕਰੇ ਇਸ ਗੱਲ ਨੂੰ, ਪਰ ਮੈਨੂੰ ਇਹ ਰਿਐਲਿਟੀ ਲੱਗਦੀ ਆ ਵੀ ਜੇ ਕਿਤੇ ਪੰਜਾਬੀ ਧਰਮਾਂ 'ਚ ਵੰਡੇ ਨਾ ਹੁੰਦੇ ਤਾਂ ਪੰਜਾਬੀ ਬੋਲੀ ਜਿਹੜੀ ਆ ਉਹ ਵੱਖਰੇ ਥਾਂ ਹੋਣੀ ਸੀਗੀ। ਹੁਣ ਪਾਕਿਸਤਾਨੀ ਜਿਹੜੇ ਉਹ ਉਰਦੂ, ਪਿਛਲੇ ਹਫ਼ਤੇ ਮੈਂ ਇੱਕ ਬਹੁਤ ਵੱਡਾ ਉਰਦੂ ਦਾ ਪੰਜਾਬੀ ਦਾ ਕਵੀ ਪਾਕਿਸਤਾਨ ਦੇ ਵਿੱਚ, ਉਹਦੀ ਗੱਲ ਸੁਣੀ। ਉਹ ਕੋਈ ਗੱਲ ਕਰ ਰਿਹਾ ਸੀ, ਕਹਿੰਦਾ ਮੇਰੀ ਮਾਤਰ ਬੋਲੀ ਪੰਜਾਬੀ ਆ ਪਰ ਮੇਰੇ ਬੱਚਿਆਂ ਦੀ ਮਾਤਰ ਬੋਲੀ ਜਿਹੜੀ ਆ ਉਹ ਉਰਦੂ ਆ। ਹੈ ਨਾ। ਸਾਡੇ ਤਾਂ ਹੈ ਹੀ ਇੱਧਰ ਜੋ ਕੁਝ ਵੀ ਆ ਮਤਲਬ ਹਿੰਦੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਬਣਦੀ ਹੈ। ਸੋ ਜਿਹੜੀ ਐਡੀ ਵੱਡੀ ਬੋਲੀ ਜਿਹੜੀ ਇੰਨੇ ਲੋਕਾਂ ਦੀ ਔਰ ਇੰਨੀ ਐਸਟੈਬਲਿਸ਼ਡ ਜਿਹੜੀ ਮਤਲਬ ਸਾਡੇ ਜਿਹੜੇ ਲੋਕ ਗੀਤ ਆ ਪੰਜਾਬੀ ਦੇ, ਉਹਨਾਂ ਦੇ ਵਿੱਚ ਇੰਨੀ ਉਹਨਾਂ ਦੀ ਸ਼ਕਤੀ ਆ ਕਿ ਕੋਈ ਹਿੰਦੀ ਦੀ ਫਿਲਮ ਜਿਹੜੀ ਉਹ ਪੰਜਾਬੀ ਦੇ ਗੀਤ ਬਿਨਾਂ ਕਾਮਯਾਬ ਨਹੀਂ ਹੁੰਦੀ। ਐਗਜ਼ੈਕਟਲੀ। ਜਿਹੜਾ ਪੰਜਾਬੀ ਦਾ ਤੁਹਾਡਾ ਪੈਸ਼ਨ ਆ ਉਹਦੇ ਬਾਰੇ ਥੋੜ੍ਹੀ ਮੈਂ ਅੱਗੇ ਚੱਲ ਕੇ ਹੋਰ ਗੱਲ ਜ਼ਰੂਰ ਕਰਨਾ ਚਾਹੂੰਗੀ, ਪਰ ਥੋੜ੍ਹਾ ਜ਼ਿਕਰ ਤੁਸੀਂ ਇਹ ਕੀਤਾ, ਤੁਸੀਂ ਕਿਹਾ ਵੀ ਨਾਸਤਿਕ ਮੈਂ ਪਹਿਲਾਂ ਨਹੀਂ ਸੀ ਹੁੰਦਾ, ਮੈਂ ਨਾਸਤਿਕ ਹੌਲੀ ਹੌਲੀ ਬਣ ਗਿਆ। ਮੈਂ ਥੋੜ੍ਹਾ ਇਹਦੇ ਬਾਰੇ ਵੀ ਜਾਣਨਾ ਚਾਹੁੰਦੀ ਹਾਂ ਕਿ ਉਹ ਜਿਹੜੀ ਟਰਾਂਸਫਰਮੇਸ਼ਨ ਹੋਈ ਉਹ ਕਿੱਦਾਂ ਹੋਈ? ਉਹ ਇਸ ਤਰ੍ਹਾਂ ਹੋਈ, ਮੇਰੇ ਮੁੱਖ ਜਿਹੜੀ ਕਾਰਨ ਆ ਉਹ ਤਾਂ ਹੈਗਾ ਕਿਤਾਬਾਂ ਪੜ੍ਹਨ ਦਾ। ਅੱਛਾ। ਮਤਲਬ ਪਹਿਲਾਂ ਤੋਂ ਸ਼ੁਰੂ ਤੋਂ ਸਾਹਿਤ ਪੜ੍ਹਨ ਦਾ।
ਉਹਦੇ ਨਾਲ ਮਤਲਬ ਜਿਹੜੀ ਉਸ ਕਿਸਮ ਦੀ ਵਿਚਾਰ ਜਿਹੜੀ ਆ। ਦੂਜੀ ਮੈਂ ਹੁਣ ਜਿਵੇਂ ਮੈਂਸ਼ਨ ਕੀਤਾ ਕਿ ਦਰਸ਼ਨ ਸਿੰਘ ਕੈਨੇਡੀਅਨ ਸਾਡੇ ਘਰ ਆਉਂਦੇ ਹੁੰਦੇ ਸੀਗੇ, ਹੋਰ ਵੀ ਕਮਿਊਨਿਸਟ ਆਉਂਦੇ ਹੁੰਦੇ ਸੀਗੇ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਮੈਨੂੰ ਜ਼ਰੂਰ ਆ, ਭਾਵੇਂ ਮੈਂ ਉਸ ਵੇਲੇ ਸ਼ਾਇਦ ਇੰਨੀ ਸਮਝ ਨਹੀਂ ਸੀ, ਮੈਂ 5-6 ਸਾਲ ਦਾ ਹੀ ਸੀ, ਪਰ ਫਿਰ ਵੀ ਮੇਰੇ ਕੰਨਾਂ 'ਚ ਪਈਆਂ ਰਹੀਆਂ। ਮਤਲਬ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਅਸਰ ਰਿਹਾ ਮੇਰੇ 'ਤੇ। ਸੋ ਇਸ ਕਿਸਮ ਦੀ ਗੱਲਬਾਤ ਜਿਹੜੀ ਆ ਉਹ ਹੋਰ ਕੁਛ ਇਸ ਕਿਸਮ ਦੀਆਂ ਗੱਲਾਂ ਹੋਈਆਂ। ਜਿਵੇਂ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਫਗਵਾੜਿਓਂ ਪੜ੍ਹ ਕੇ ਆਇਆ ਦੁਪਹਿਰ ਨੂੰ, ਮਤਲਬ ਗਰਮੀਆਂ ਦੇ ਦਿਨ, ਅਤੇ ਸਾਡੇ ਘਰ ਦੇ ਕਹਿੰਦੇ ਵੀ ਅੱਜ ਆਪਾਂ ਘਰ ਨਹੀਂ ਖਾਣਾ ਬਣਾਇਆ, ਰੋਟੀ ਬਣਾਈ, ਅਤੇ ਉਹ ਮਤਲਬ ਸਾਡੇ ਲਾਗੇ ਜਿਹੜਾ ਘਰਾਂ 'ਚੋਂ ਲੱਗਦਾ ਸੀ ਇੱਕ ਟੱਬਰ, ਵੀ ਉਹਨਾਂ ਦੇ ਆ ਰੋਟੀ। ਅੱਛਾ। ਉਹਨਾਂ ਦੇ ਕੋਲ ਆਇਆ ਸੀਗਾ ਸਾਧ ਸੂਦ ਕੋਈ, ਮਤਲਬ ਬਾਬਾ ਬੂਬਾ ਉਹਨਾਂ ਨੇ ਸੱਦਿਆ ਸੀਗਾ। ਅਤੇ ਜਦੋਂ ਮੈਂ ਉਹ ਗਿਆ ਉਹਨਾਂ ਦੇ, ਤਾਂ ਉਹ ਕਹਿੰਦੇ ਜੀ ਹੁਣ ਬਾਬੇ ਨੇ ਕਹਿ ਦਿੱਤਾ ਵੀ ਲੰਗਰ ਬੰਦ। ਅੱਛਾ। ਹੈ ਨਾ, ਸਿਖਰ ਦੁਪਹਿਰਾ, ਮੈਨੂੰ ਭੁੱਖ ਲੱਗੀ, ਸ਼ਹਿਰੋਂ ਆਇਆ ਮੈਂ, ਮੈਨੂੰ ਖਿਝ ਆਈ ਮੈਨੂੰ ਇਸ ਗੱਲ ਦੀ। ਮੈਂ ਕਿਹਾ ਬਾਬੇ ਕੀ ਚੀਜ਼ ਹੁੰਦੇ ਆ, ਦੁਪਹਿਰ ਨੂੰ ਰੋਟੀ ਵੀ ਨਹੀਂ ਖਾਣ ਦਿੰਦੇ ਆ। ਸੋ ਐਨੀਵੇ ਇਸ ਕਿਸਮ ਦੀਆਂ ਕੁਛ ਗੱਲਾਂ ਵਾਪਰੀਆਂ ਸ਼ੁਰੂ ਦੇ ਵਿੱਚ, ਜਿਹੜੀਆਂ ਪਿੰਡ ਦੇ ਵਿੱਚ ਵੀ ਜਦੋਂ ਇਸ ਕਿਸਮ ਦੇ ਲੋਕ ਆਉਂਦੇ ਆ, ਉਹ ਛੋਟੇ ਛੋਟੇ ਟਰੈਕ ਕਰਕੇ, ਮਤਲਬ ਲੋਕਾਂ ਨੂੰ, ਉਹਨਾਂ ਨੂੰ ਆਪਣੀਆਂ ਲੋੜਾਂ ਹੁੰਦੀਆਂ, ਫਲਾਣੇ ਹੱਥ ਦਿਖਾ ਕੇ ਬੈਠ ਜਾਣਾ, ਮੂਹਰੇ ਹੱਥ ਕਰਕੇ, ਜੀ ਸਾਨੂੰ ਦੱਸੋ ਕੀ ਆ ਸਾਡੇ ਬੱਚੇ ਦਾ, ਹੈ ਨਾ, ਕੀ ਇਹਦਾ ਭਵਿੱਖ ਹੋਊਗਾ, ਜੇ ਇਸ ਕਿਸਮ ਦੀਆਂ ਗੱਲਾਂ। ਉਹ ਮੈਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ 'ਚ ਲੱਗਣ ਲੱਗ ਪਿਆ ਵੀ ਇਹ ਲਿਫਾਫੇਬਾਜ਼ੀ ਹੈ, ਇਹਦੇ ਵਿੱਚ ਕੋਈ ਅਸਲੀਅਤ ਵਾਲੀ ਗੱਲ ਨਹੀਂ ਹੈ। ਸੋ ਵਹਿਮ ਭਰਮ ਅਤੇ ਸ਼ਰਧਾ ਤੁਹਾਨੂੰ ਵੱਖ-ਵੱਖ ਚੀਜ਼ਾਂ ਲੱਗਦੀਆਂ? ਹੁਣ ਨਹੀਂ ਲੱਗਦੀਆਂ, ਉਦੋਂ ਸ਼ਾਇਦ ਥੋੜ੍ਹਾ ਜਿਹਾ ਫਰਕ, ਮਤਲਬ ਇਸ ਗੱਲ ਦਾ ਮੈਨੂੰ ਉੱਥੇ ਤੱਕ ਮੈਂ ਪਹੁੰਚਿਆ ਨਹੀਂ ਸੀ। ਹੁਣ ਤਾਂ ਮੈਂ ਇਹ ਮਤਲਬ ਮੈਂ ਗੱਲ ਕਹਿਣਾ, ਜਿਹੜਾ ਅੰਧ ਵਿਸ਼ਵਾਸ ਹੈ ਨਾ, ਉਹ ਵਿਸ਼ਵਾਸ ਵੀ ਨਾ ਸੰਭਵ ਹੀ ਨਹੀਂ ਹੈ। ਉਹਦੀ ਜਿਹੜੀ ਅਸਲੀ ਥਾਂ ਆ ਨਾ, ਵਿਸ਼ਵਾਸ ਆ। ਜਿੰਨਾ ਚਿਰ ਤੁਸੀਂ ਆਪਣੇ ਵਿਸ਼ਵਾਸ ਦੇ ਉੱਤੇ ਸਵਾਲ ਨਹੀਂ ਕਰਦੇ ਹੈ, ਜਿਹੜਾ ਕਿ ਅਸੀਂ ਕਰ ਨਹੀਂ ਸਕਦੇ, ਧਾਰਮਿਕ ਬੰਦਾ ਉਹ ਕਿੰਤੂ ਨਹੀਂ ਕਰ ਸਕਦਾ। ਜੇ ਵਿਸ਼ਵਾਸ 'ਤੇ ਸਵਾਲ ਹੋ ਜਾਂਦਾ, ਫਿਰ ਬੰਦਾ ਕਹਿੰਦਾ ਫਿਰ ਵਿਸ਼ਵਾਸ ਰਿਹਾ ਹੀ ਕਾਹਦਾ। ਹਾਂ, ਇਸ ਕਰਕੇ ਵਿਸ਼ਵਾਸ 'ਤੇ ਜਿੰਨਾ ਚਿਰ ਸਵਾਲ ਨਹੀਂ ਹੁੰਦਾ, ਉਹਨਾਂ ਚਿਰ ਅੰਧ ਵਿਸ਼ਵਾਸ ਨਹੀਂ ਕਿਤੇ ਜਾ ਸਕਦਾ। ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਫਿਗਰ ਜਿਹੜੀ ਮੈਂ ਰੀਸੈਂਟਲੀ ਸੁਣੀ ਆ, ਵੀ 18,000 ਡੇਰੇ ਆ, 12,000 ਪਿੰਡ ਆ ਉੱਥੇ, ਹੈ ਨਾ। 12,000 ਪਿੰਡ ਦੇ ਵਿੱਚ 20-25,000 ਗੁਰਦੁਆਰੇ ਅਤੇ ਮੰਦਿਰ ਅਤੇ ਮਸੀਤਾਂ ਵੀ ਹੋਣਗੀਆਂ। 24 ਘੰਟੇ ਧਰਮ ਦਾ ਉੱਥੇ ਮਤਲਬ ਚੱਲਦਾ ਆ। ਅਤੇ ਇਸ ਵੇਲੇ ਤੁਸੀਂ ਪੰਜਾਬ ਜਾਓ, ਤੁਹਾਨੂੰ ਇਮਾਨਦਾਰ ਬੰਦਾ ਲੱਭਣਾ ਮੁਸ਼ਕਿਲ ਆ, ਖਾਸ ਤੌਰ 'ਤੇ ਚੋਣਾਂ ਦੇ ਸਮੇਂ ਦੇ ਵਿੱਚ। ਇੰਨਾ ਜ਼ਿਆਦਾ ਧਰਮ ਦਾ ਪ੍ਰਚਾਰ ਜਿਸ ਤਰ੍ਹਾਂ ਹੁੰਦਾ ਹੋਵੇ, ਹਰ ਮਤਲਬ 4-4 5-5 ਸਪੀਕਰ ਲੱਗੇ ਹੋਣ ਛੋਟੇ ਛੋਟੇ ਪਿੰਡ ਦੇ ਵਿੱਚ ਵੀ, ਉੱਥੇ ਇਮਾਨਦਾਰ ਬੰਦਾ ਨਾ ਮਿਲੇ। ਤੁਸੀਂ ਸੁਣਿਆ ਹੋਣਾ ਸਾਧੂ ਜੀ, ਅਕਸਰ ਲੋਕ ਗੱਲ ਕਰਦੇ ਆ, ਕਹਿੰਦੇ ਕਿ ਵੀ ਲੈ, ਜੇ ਉੱਥੇ ਇਹ ਸਾਰਾ ਕੁਝ ਨਾ ਹੁੰਦਾ ਨਾ, ਧਰਮ ਨਾ ਹੁੰਦਾ, ਜਾਂ ਇਹ ਜਿਹੜੇ ਆਪਾਂ ਧਾਰਮਿਕ ਫਿਗਰਸ ਦੀ ਗੱਲ ਕਰਦੇ ਹੈਗੇ ਆ, ਉਹ ਲੋਕ ਕਹਿੰਦੇ ਨਾ ਹੁੰਦੇ, ਲੈ ਹੁਣ ਤੱਕ ਤਾਂ ਇੰਡੀਆ ਤਬਾਹ ਹੋ ਚੁੱਕਾ ਹੋਣਾ ਸੀ, ਉਹ ਤਾਂ ਬਚਿਆ ਹੀ ਕਹਿੰਦੇ ਉਹਨਾਂ ਕਰਕੇ ਆ। ਹਾਂ, ਨਹੀਂ ਚਲੋ ਆਪੋ ਆਪਣੀ ਵਿਚਾਰ ਹੈਗਾ, ਸੋਚ ਹੈ ਇਹ। ਮਤਲਬ ਇਹ ਵੀ ਇੱਕ ਹਾਸੋਹੀਣੀ ਗੱਲ ਲੱਗਦੀ ਹੈਗੀ ਆ, ਬਚਿਆ ਹੋਇਆ ਤਾਂ ਉਹਦੀ ਹਾਲਤ ਕਿਹੋ ਜਿਹੀ ਹੈ ਇਸ ਵੇਲੇ, ਰਾਈਟ। ਜੋ ਕੁਛ ਇਸ ਵੇਲੇ ਮਤਲਬ ਦਿੱਲੀ ਦੀ ਸਰਕਾਰ ਕਰ ਰਹੀ ਆ, ਜਿਸ ਤਰੀਕੇ ਨਾਲ ਉਹ ਧਰਮ ਦੀ ਵਰਤੋਂ ਕਰ ਰਹੀ ਆ, ਲੋਕਾਂ ਨੂੰ ਪਾੜ ਰਹੀ ਆ, ਜਾਂ ਜਿਸ ਤਰੀਕੇ ਨਾਲ ਜਾਤ-ਪਾਤ ਸਾਡੇ ਵਿੱਚੋਂ ਨੇ ਨਿਕਲ ਰਹੀ ਹੈ ਨਾ, ਉਹ ਇੱਕ ਕਨੈਕਟਡ ਗੱਲਾਂ ਹੈਗੀਆਂ। ਸੋ ਮੈਂ ਜਿਹੜੀ ਅੰਧ ਵਿਸ਼ਵਾਸ ਦੀ ਜਦੋਂ ਲੋਕ ਗੱਲ ਕਰਦੇ, ਬਹੁਤ ਸਾਰੀ ਉਹਦੇ ਬਾਰੇ ਚਰਚਾ ਹੁੰਦੀ ਆ, ਮਤਲਬ ਬਹੁਤੇ ਲੋਕ ਅੰਧ ਵਿਸ਼ਵਾਸ ਬਾਰੇ ਬਹੁਤ ਫਿਕਰ ਕਰਦੇ ਹੈਗੇ ਆ, ਔਰ ਫਿਕਰ ਕਰਨ ਵਾਲੀ ਗੱਲ ਆ। ਪਰ ਜਿੰਨਾ ਚਿਰ ਤੁਸੀਂ ਵਿਸ਼ਵਾਸ ਤੱਕ ਨਹੀਂ ਪਹੁੰਚਦੇ, ਉਹਨਾਂ ਚਿਰ ਅੰਧ ਵਿਸ਼ਵਾਸ ਜਿਹੜਾ ਉਹ ਖਤਮ ਨਹੀਂ ਹੋ ਸਕਦਾ, ਕਿਉਂਕਿ ਉਹ ਵਿਸ਼ਵਾਸ ਦੇ ਉੱਤੇ ਟਿਕਿਆ ਹੈ। ਸੋ ਮੇਰੇ ਇਹ ਮੰਨਣਾ ਹੈ। ਸੋ ਜਿਹੜੀ ਇਹ ਸੋਚ ਇੱਧਰ ਨੂੰ ਆਉਣ ਦਾ ਇਹ, ਅਤੇ ਪਿਛਲੇ ਤਕਰੀਬਨ 10-12 ਸਾਲ ਪਹਿਲਾਂ ਜਦੋਂ ਇੱਧਰ ਵੈਸਟ ਦੇ ਵਿੱਚ ਇਹ ਨਵੀਂ ਮੂਵਮੈਂਟ ਚੱਲੀ, ਜਿਹਨੂੰ ਨਿਊ ਏਥੀਜ਼ਮ ਕਹਿੰਦੇ ਆ, ਉਹਨੇ ਵੀ ਮੇਰੇ 'ਤੇ ਕਾਫੀ ਪ੍ਰਭਾਵ ਪਾਇਆ। ਉਦੋਂ ਤੋਂ ਬਾਅਦ ਮੈਂ ਐਕਟਿਵ ਕਹਿ ਸਕਦਾ ਵੀ ਮੈਂ ਨਾਸਤਿਕ ਪਾਸੇ ਨੂੰ ਗਿਆ, ਅਤੇ ਮੈਂ ਮਤਲਬ ਉਹ ਸਾਰੀਆਂ ਤਕਰੀਬਨ ਕਿਤਾਬਾਂ ਜਿਹੜੀਆਂ ਆਈਆਂ, ਆਪਣੇ ਰਿਚਰਡ ਡਾਕਿੰਸ ਦੀ ਗੋਡ ਡਿਲੂਜਨ, ਦੂਜੇ ਹਿਚਨਸ ਦੀ, ਸੈਮ ਹੈਰਿਸ ਦੀ, ਡੈਨੀਅਲ ਡਨੈਟ ਦੀ, ਜਿਹੜੇ 4-5 ਟੌਪ ਦੇ ਬੰਦੇ ਸੀਗੇ, ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ। ਉਹਨਾਂ 'ਚੋਂ ਕੁਛ ਇੱਕ ਨੂੰ ਮੈਂ ਮਿਲਿਆ ਵੀ ਆ ਪਰਸਨਲੀ। ਅੱਛਾ। ਅਤੇ ਮਤਲਬ ਸੋ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਮੇਰੇ ਕੋਲ ਇਸ ਵੇਲੇ ਮੇਰੀ ਸ਼ੈਲਫ ਦੇ ਉੱਤੇ ਕੋਈ 70-80 ਏਥੀਜ਼ਮ ਬਾਰੇ ਕਿਤਾਬਾਂ ਪਈਆਂ ਹੈਗੀਆਂ। ਵਾਹ। ਮੈਂ ਪਿੱਛੇ ਜ਼ਿਕਰ ਕੀਤਾ ਕਿ ਨਾਸਤਿਕ ਬਾਣੀ ਲਿਖਣ ਦਾ ਖਿਆਲ ਕਿਵੇਂ ਆਇਆ? ਉਹਦੇ ਬਾਰੇ ਇਸ ਤਰ੍ਹਾਂ ਖਿਆਲ ਆਇਆ ਕਿ ਮੈਂ ਜਦੋਂ ਇੱਧਰਲੀਆਂ ਕਿਤਾਬਾਂ ਪੜ੍ਹੀਆਂ, ਅਤੇ ਮੈਂ ਦੇਖਿਆ ਕਿ ਆਪਣੇ ਭਾਈਚਾਰੇ 'ਚ ਇਹਦੇ ਬਾਰੇ ਬਹੁਤ ਘੱਟ ਗੱਲ ਹੋ ਰਹੀ ਹੈ, ਜਦ ਕਿ ਸਾਡਾ ਪਿਛੋਕੜ ਆ ਜਿਹੜਾ ਅੱਜ ਤੋਂ 2,500-3 ਹਜ਼ਾਰ ਸਾਲ ਪਹਿਲਾਂ, ਜੇ ਤੁਸੀਂ ਮਤਲਬ ਦੇਖੋ, ਤਾਂ ਬਹੁਤ ਸਾਰੇ ਜਿਹੜੇ ਸਾਡੇ ਇੰਡੀਆ ਦੇ ਧਰਮ ਸੀਗੇ, ਜਾਂ ਜਿਹੜੇ ਉੱਥੇ ਜਿਹੜੀ ਸੋਚ ਸੀ, ਵਿਚਾਰ ਸੀ, ਉਹ ਨਾਸਤਿਕ ਸੀਗੀ। ਉਹਨਾਂ ਵਿੱਚੋਂ ਜਿਹੜੇ ਵੱਡੇ ਜਾਣੇ ਜਾਂਦੇ ਆ, ਚਾਰਵਾਕ, ਮਹਾਤਮਾ ਬੁੱਧ, ਜੈਨ, ਜਿਹੜੇ ਇਹ ਉੱਥੇ ਨਿਕਲੇ ਹੈਗੇ ਆ, ਮਤਲਬ ਉਹ ਉਸ ਵੇਲੇ ਨਾਸਤਿਕਤਾ ਜਿਹੜੀ ਆ, ਉਹ ਹਿੰਦੁਸਤਾਨ ਦੀ ਅਸਲੀ ਪਛਾਣ ਸੀ ਸੋਚ ਦੀ। ਹੁਣ ਇਸ ਵੇਲੇ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਮਤਲਬ ਨਾਸਤਿਕਤਾ ਕਦੀ ਆਈ ਨਹੀਂ, ਕਿਸੇ ਪਾਸੇ ਕੁਛ ਨਹੀਂ। ਜੇ ਤੁਸੀਂ ਪਰਟੀਕੁਲਰ ਇੱਕ ਦੇਵੀ ਪ੍ਰਸਾਦ ਚੱਟੋਪਾਧਿਆਏ ਹੈਗੇ ਆ, ਮਾਰਕਸਿਸਟ ਸੀਗੇ,
ਉਹਨਾਂ ਦੀਆਂ ਕੁਛ ਕਿਤਾਬਾਂ ਆ। ਉਹਨਾਂ ਦੀ ਇੱਕ ਕਿਤਾਬ ਹੈਗੀ ਹੈ ਦੀ ਇੰਡੀਅਨ ਏਥੀਜ਼ਮ। ਉਹਦੇ ਵਿੱਚ ਦੇਖੋ ਤੇ ਉਹ ਮਤਲਬ ਦੱਸਦੇ ਆ ਵੀ ਜਿਹੜੀ ਮਤਲਬ ਉਸ ਵੇਲੇ ਵੱਡੀ ਸੋਚ ਸੀ ਜਿਹੜੀ ਮਤਲਬ ਹਿੰਦੂਇਜ਼ਮ ਦੀ ਤੁਸੀਂ ਕਹਿ ਸਕਦੇ ਆ, ਉਹ ਨਾਸਤਿਕ ਸੀਗੀ। ਅੱਛਾ। ਸੋ ਉਸ ਵੇਲੇ ਮਤਲਬ ਉਹ ਗੱਲਾਂ ਰਹੀਆਂ ਸਾਡੇ ਵਿੱਚ, ਪਰ ਬਾਅਦ ਦੇ ਵਿੱਚ ਧਰਮ ਦਾ ਇੰਨਾ ਪ੍ਰਭਾਵ ਜਿਹੜਾ ਉਹ ਗੂੜਾ ਹੋ ਗਿਆ ਸਾਡੇ 'ਤੇ। ਹੁਣ ਮਤਲਬ ਪਿਛਲੇ ਸਮਿਆਂ ਦੇ ਵਿੱਚ ਬਹੁਤ ਘੱਟ ਲੋਕ ਜਿਹੜੇ ਉਹ ਸਾਹਮਣੇ ਆਏ ਆ। ਜਿਸ ਤਰ੍ਹਾਂ ਫਰਜ਼ ਕਲਾ ਭਗਤ ਸਿੰਘ ਹੁਣਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਆਪਣੇ ਆਪ ਨੂੰ ਮਤਲਬ ਪੂਰੀ ਤਰ੍ਹਾਂ ਮਤਲਬ ਆਪਣੇ ਪੜ੍ਹ ਕੇ ਆਪ ਖੁਦ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਨਾਸਤਿਕ ਹਾਂ। ਪਰ ਜਿਹੜਾ ਉਹਨਾਂ ਦਾ ਲੇਖ ਹੈ ਜਿਹੜਾ ਮੈਂ ਨਾਸਤਿਕ ਕਿਉਂ ਹਾਂ, ਉਹਦੇ ਨਾਲ ਦੀ ਸਾਫ਼ ਲਿਖਤ ਜਿਹੜੀ ਆ ਉਹ ਪੰਜਾਬੀ 'ਚ ਹੋਰ ਨਹੀਂ ਹੈ ਇੰਨੀ ਪਾਵਰਫੁਲ। ਇਸੇ ਕਰਕੇ ਲੋਕ ਉਹਨੂੰ ਹਮੇਸ਼ਾ ਹੀ ਮਿਟਾਉਣ ਦੀ ਕੋਸ਼ਿਸ਼ ਕਰਦੇ ਆ। ਕਦੀ ਮਤਲਬ ਵੀ ਉਹ ਜੀ ਉਹ ਤਾਂ ਆਰੀਆ ਸਮਾਜੀ ਬਣ ਗਿਆ ਸੀ, ਉਹ ਤਾਂ ਸਿੱਖ ਬਣ ਗਿਆ ਸੀ, ਬਾਅਦ ਦੇ ਵਿੱਚ ਉਹਨੇ ਕੇਸ ਰੱਖ ਲਿਆ ਸੀ, ਉਹ ਤਾਂ ਗੁਰਬਾਣੀ ਦਾ ਪਾਠ ਕਰਦਾ ਸੀ। ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ। ਇਸੇ ਕਰਕੇ ਕਿ ਉਹਦੀ ਜਿਹੜੀ ਉਹ ਲਿਖਤ ਇੰਨੀ ਪਾਵਰਫੁਲ ਹੈ, ਜੇ ਕਿਤੇ ਉਹ ਲੋਕਾਂ ਦੇ ਵਿੱਚ ਮਕਬੂਲ ਹੋਵੇ ਜਾਂ ਲੋਕ ਉਹਨੂੰ ਪੜ੍ਹਨ ਲੱਗ ਪੈਣ ਤਾਂ ਲੋਕਾਂ ਦਾ ਉਹ ਮਨ ਬਦਲਣ ਦੀ ਉਹਦੇ 'ਚ ਤਾਕਤ ਹੈਗੀ ਆ। 1927 ਦੇ ਵਿੱਚ ਬਰਟਨ ਰਸਲ ਨੇ ਇੰਗਲੈਂਡ ਦੇ ਵਿੱਚ ਇੱਕ ਕਿਤਾਬ ਲਿਖੀ ਸੀ, ਵਾਈ ਆਈ ਐਮ ਨਾਟ ਏ ਕ੍ਰਿਸਚੀਅਨ। ਉਸ ਕਿਤਾਬ ਨੇ ਇਹੋ ਜਿਹਾ ਮਤਲਬ ਘਸੁੰਨ ਮਾਰਿਆ ਸੀ ਕ੍ਰਿਸਚੈਨਿਟੀ ਦੇ ਉੱਤੇ ਕਿ ਕ੍ਰਿਸਚੈਨਿਟੀ ਹਜੇ ਤੱਕ ਵੀ ਫੀਲ ਕਰਦੀ ਆ ਉਸ ਘਸੁੰਨ ਨੂੰ। ਇਸੇ ਕਿਸਮ ਦੀ ਗੱਲ ਜਿਹੜੀ 2-3 ਸਾਲ ਬਾਅਦ ਭਗਤ ਸਿੰਘ ਨੇ ਲਿਖੀ 1931 ਦੇ ਵਿੱਚ, ਉਹ ਐਗਜ਼ੈਕਟਲੀ ਇਸੇ ਕਿਸਮ ਦੀ ਗੱਲ ਹੋਈ ਕਿ ਹਜੇ ਤੱਕ ਵੀ ਜਿਹੜੇ ਲੋਕ ਮਹਿਸੂਸ ਕਰਦੇ, ਜਿਹੜੇ ਜਾਣਦੇ ਆ, ਭਗਤ ਸਿੰਘ ਦੇ ਉਸ ਲੇਖ ਤੋਂ ਤਰਵਕਦੇ ਆ ਔਰ ਚਾਹੁੰਦੇ ਆ ਵੀ ਉਹ ਲੋਕਾਂ ਦੇ ਮਤਲਬ ਪਹਿਲੀ ਤਾਂ ਗੱਲ ਹੈ ਆਉਣ ਨਹੀਂ ਦਿੱਤਾ ਹੁਣ ਤੱਕ ਲੋਕਾਂ ਦੇ ਉਹ ਸਾਹਮਣੇ ਵੱਖਰੇ ਵੱਖਰੇ ਤਰੀਕੇ ਨਾਲ। ਲੈਫਟ ਨੇ ਵੀ ਮਤਲਬ ਬਿਲਕੁਲ ਉਹਨੂੰ ਪਾਸੇ ਰੱਖਿਆ ਕਿਉਂਕਿ ਉਹਨਾਂ ਦੀ ਵੀ ਉਹਨਾਂ ਨੇ ਪੋਲੀਟਿਕਸ ਕਰਨੀ ਸੀ, ਉਹਦੇ ਵਿੱਚ ਉਹਦੇ ਨਾਲ ਪ੍ਰੋਬਲਮ ਪੈਂਦੀ ਸੀ। ਜੇ ਤੁਸੀਂ ਜਾ ਕੇ ਜੇ ਤੁਸੀਂ ਕਿਸੇ ਨੂੰ ਔਰਗੇਨਾਈਜ਼ ਕਰਨਾ ਤੁਹਾਨੂੰ ਜਾ ਕੇ ਪਹਿਲਾਂ ਧਰਮ ਦੀ ਜਾਂ ਰੱਬ ਦੀ ਗੱਲ ਕਰਨਾ ਪਤਾ, ਤੁਸੀਂ ਔਰਗੇਨਾਈਜ਼ ਕਿੱਥੋਂ ਕਰੋਗੇ ਨਾ। ਸੋ ਉਹ ਲੇਖ ਹੈ ਜਿਹੜਾ ਉਹ ਬਹੁਤ ਇੰਪੋਰਟੈਂਟ ਹੈਗਾ। ਸੋ ਮੈਂ ਜਿਹੜੀਆਂ ਇਸ ਕਿਸਮ ਦੀਆਂ ਚੀਜ਼ਾਂ ਮਤਲਬ ਦੇਖੀਆਂ ਅਤੇ ਮੈਨੂੰ ਲੱਗਾ ਕਿ ਜਿਹੜੀ ਇਹ ਸੋਚ ਆ ਸਾਡੀ ਭਾਈਚਾਰੇ ਦੇ ਵਿੱਚ ਵੀ ਇਹਦੀ ਗੱਲਬਾਤ ਹੋਣੀ ਚਾਹੀਦੀ ਆ। ਅਤੇ ਮੈਂ ਮਤਲਬ ਉਹ ਕਲੈਕਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਹੁਤੀਆਂ ਤਾਂ ਅੰਗਰੇਜ਼ੀ ਦੇ ਵਿੱਚ ਸੀਗੀਆਂ, ਪੰਜਾਬੀ ਤਾਂ ਬਹੁਤ ਥੋੜ੍ਹਾ ਸਮਾਨ ਮਿਲਿਆ ਜਿਹੜਾ। ਸੋ ਮੈਂ ਉਹਨਾਂ ਨੂੰ ਇਕੱਠੀਆਂ ਕਰਕੇ ਅਤੇ ਫਿਰ ਟਰਾਂਸਲੇਟ ਕਰਕੇ ਇਹ ਕਿਤਾਬ ਜਿਹੜੀ ਇਹਦੇ ਬਾਰੇ ਸੋਚਿਆ ਮਤਲਬ ਛਾਪਣਾ। ਪਰ ਬਹੁਤ ਸਮਾਂ ਲੱਗਾ ਹੋਊਗਾ, ਬਹੁਤ ਰਿਸਰਚ ਕਰਨੀ ਪਈ ਹੋਏਗੀ। ਹਾਂ, ਮਤਲਬ ਸਮਾਂ ਤਾਂ ਲੱਗਾ ਪਰ ਮੈਨੂੰ ਇਸ ਗੱਲ ਦਾ ਮਹਿਸੂਸ ਨਹੀਂ ਹੋਇਆ ਕਿਉਂਕਿ ਮੈਂ ਮਤਲਬ ਪੜ੍ਹਦਾ ਤਾਂ ਸੀਗਾ। ਮੈਂ ਰੋਜ਼ ਜਿਹੜੀਆਂ ਕਿਤਾਬਾਂ ਪੜ੍ਹਦਾ ਸੀ ਉਹਨਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਨੋਟ ਕਰੀ ਜਾਣਾ, ਅੰਡਰਲਾਈਨ ਕਰੀ ਜਾਣਾ। ਜਾਂ ਫਿਰ ਮੈਂ ਜਦੋਂ ਡਿਸਾਈਡ ਕਰ ਲਿਆ ਮੈਂ ਕਿਤਾਬ ਲਿਖਣੀ ਆ, ਫਿਰ ਬਹੁਤ ਸਾਰਾ ਇੰਟਰਨੈਟ ਤੋਂ ਵੀ ਮੈਨੂੰ ਮੈਟਰ ਮਿਲਿਆ। ਉਦੋਂ ਮੈਂ ਇਹ 2012 ਦੇ ਵਿੱਚ ਪਾਈ ਸੀ, ਉਦੋਂ ਤੱਕ ਇੰਟਰਨੈਟ ਜਿਹੜਾ ਬਹੁਤ ਕੁਛ ਉਹਦੇ 'ਤੇ ਆ ਚੁੱਕਾ ਸੀਗਾ। ਸੋ ਬਹੁਤ ਕੁਛ ਇੰਟਰਨੈਟ ਤੋਂ ਵੀ ਮਤਲਬ ਕਲੈਕਟ ਕੀਤਾ ਮੈਂ ਅਤੇ ਉਹ ਕਿਤਾਬਾਂ ਰਾਹੀਂ ਵੀ। ਅਤੇ ਇਸ ਕਿਸਮ ਦੀਆਂ ਕਿਤਾਬਾਂ ਅੰਗਰੇਜ਼ੀ ਦੇ ਵਿੱਚ ਵੀ ਕੁਛ ਹੈਗੀਆਂ ਜਿਹੜੀਆਂ ਮਤਲਬ ਕੋਟੇਸ਼ਨਸ ਹੈਗੀਆਂ ਤਕਰੀਬਨ, ਪਰ ਮੈਂ ਉਹਨਾਂ ਦੇ ਵਿੱਚੋਂ ਕਿਤੇ ਕੋਟੇਸ਼ਨਾਂ ਲਈਆਂ। ਪਰ ਇਹ ਨਹੀਂ ਵੀ ਮੈਂ ਕੋਈ ਉਹਨਾਂ 'ਚੋਂ ਚੱਕ ਕੇ ਕਿਤਾਬ ਜਿਹੜੀ ਉਹ ਸਾਰੀ ਉੱਦਾਂ ਲੈ ਲਈ ਆ। ਇਹ ਸਾਰੀ ਮੇਰੀ ਆਪਣੀ ਖੋਜ ਆ, ਮਤਲਬ ਵੱਖਰੇ ਵੱਖਰੇ ਤਰੀਕੇ ਦੇ ਨਾਲ ਕਲੈਕਸ਼ਨ ਕੀਤੀ ਅਤੇ ਕੰਪਾਈਲ ਕੀਤੀ। ਹਾਂ, ਅਤੇ ਉਹ ਮੈਂ ਹੁਣ ਉਦੋਂ ਤਕਰੀਬਨ ਉਹਦੇ ਸੀਗੇ ਤਕਰੀਬਨ ਸ਼ਾਇਦ 160 ਸਫ਼ੇ ਸੀਗੇ, ਹੁਣ 360 ਸਫ਼ੇ ਮੈਂ ਇਕੱਠੇ ਕਰ ਚੁੱਕਾ। ਅੱਛਾ, ਹੋਰ? ਹਾਂ, ਹੋਰ। ਅਤੇ ਇਸੇ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਆ ਅਤੇ ਉਹਦੇ ਵਿੱਚ ਹੁਣ ਕਾਫੀ ਆਪਣੇ ਹਿੰਦੁਸਤਾਨੀ ਵੀ ਆ, ਵੱਖਰੇ ਵੱਖਰੇ ਜਿਹੜੇ ਬੈਕਗਰਾਊਂਡ ਦੇ ਆ, ਵੱਖਰੇ ਵੱਖਰੇ ਥਾਂ ਦੇ, ਉਹ ਵੀ ਮੈਂ ਕਾਫੀ ਕੀਤੇ। ਪੰਜਾਬੀ 'ਚ ਵੀ ਉਹਦੇ ਮਤਲਬ ਕਾਫੀ ਹੈਗੇ ਉਹਦੇ ਵਿੱਚ। ਵੈਰੀ ਇੰਟਰਸਟ। ਤੁਹਾਡੇ ਨਾਲ ਗੱਲਾਂ ਕਰਨੀਆਂ ਬਹੁਤ ਸਾਰੀਆਂ ਅਤੇ ਬਹੁਤ ਸਾਰੇ ਲਿਸਨਰਸ ਵੀ ਸ਼ਾਮਿਲ ਹੋ ਗਏ ਆ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਤੁਹਾਡੇ ਆਪਣੇ ਕੁਝ ਦੋਸਤ ਵੀ ਸ਼ਾਮਿਲ ਨੇ। ਹੈਲੋ ਜੀ। ਹੈਲੋ ਜੀ। ਹਾਂਜੀ ਸੁਖਵੰਤ। ਹਾਂਜੀ ਸੁਖਵੰਤ ਹੁੰਦਲ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ। ਹਾਂਜੀ, ਤੁਹਾਡੇ ਦੋਸਤ ਬੈਠੇ ਨੇ ਮੇਰੇ ਨਾਲ। ਤੁਹਾਡੀਆਂ ਦੋਹਾਂ ਦੀਆਂ ਇਕੱਠਿਆਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਨੇ, ਤੁਸੀਂ ਐਕਟੀਵਿਟੀਜ਼ ਕਰਦੇ ਰਹਿੰਦੇ ਹੋ, ਤੁਸੀਂ ਲਿਖਦੇ ਰਹਿੰਦੇ ਹੋ, ਤੁਹਾਡੀਆਂ ਇਕੱਠਿਆਂ ਦੀਆਂ ਕਿਤਾਬਾਂ ਵੀ ਆ। ਆਪਣੇ ਇਸ ਦੋਸਤ ਬਾਰੇ, ਸਾਧੂ ਬਿਨਿੰਗ ਹੋਣਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਬਹੁਤ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਜਦੋਂ ਮੈਂ ਇਹਨਾਂ ਦਾ ਗੱਲਬਾਤ ਸੁਣ ਰਿਹਾ ਸੀ ਤਾਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਰਹੀਆਂ ਸੀ ਕਿਉਂਕਿ ਉਹਨਾਂ ਕਈ ਗੱਲਾਂ ਬਾਰੇ ਗੱਲਬਾਤ ਕਰ ਰਹੇ ਸੀ ਜਿਹਨਾਂ 'ਚ ਅਸੀਂ ਸਾਂਝਾ ਕੰਮ ਕੀਤਾ ਜਾਂ ਇਨਵੋਲਵ ਰਹੇ ਹਾਂ। ਅਤੇ ਇਹਨਾਂ ਬਾਰੇ ਯਾਨੀ ਕਿ ਜਿਹੜੀ ਮੇਰਾ ਆਪਣਾ, ਮੈਂ ਇਹਨਾਂ ਨੂੰ ਪਹਿਲੀ ਵਾਰੀ 1978 ਦੇ ਵਿੱਚ ਮਿਲਿਆ ਸੀ ਅਤੇ ਉਦੋਂ ਤੋਂ ਬਾਅਦ ਅਸੀਂ ਕਈ ਕੰਮ ਰਲ ਕੇ ਵੀ ਕੀਤੇ। ਜਿਹੜੀਆਂ 3-4 ਜਿਹੜੀਆਂ ਇਹਨਾਂ ਦੇ ਜਿਹੜੇ ਗੁਣ ਆ ਉਹ ਕਈ ਵਾਰੀ ਆਪ ਕਹਿਣਾ ਨਹੀਂ ਕਹਿ ਸਕਦੇ ਹੁੰਦੇ ਜਾਂ ਨਹੀਂ। ਜਿਹੜੀ ਇਹਨਾਂ ਦੀ ਇੱਕ ਸਭ ਤੋਂ ਜਿਹੜਾ ਵੱਡਾ ਜਿਹੜਾ ਗੁਣ ਜਾਂ ਜਿਹੜੀ ਇਹਨਾਂ ਦੀ ਸਿਫਤ ਆ, ਉਹ ਜਿਹੜੀ ਇਹਨਾਂ ਦੀ ਇੱਕ ਕਮਿਟਮੈਂਟ ਆ। ਜਿਹੜੀ ਵੀ ਚੀਜ਼ ਲਈ ਜਦੋਂ ਇਹ ਮਹਿਸੂਸ ਕਰਦੇ ਆ ਕਿ ਇਹ ਕੰਮ ਹੋਣਾ ਚਾਹੀਦਾ, ਉਹਦੇ ਲਈ ਜਿਹੜੀ ਇਹਨਾਂ ਦੀ ਜਿਹੜੀ ਕਮਿਟਮੈਂਟ ਹੁੰਦੀ ਆ ਉਹ ਬਿਲਕੁਲ 100% ਤੋਂ ਵੀ ਵੱਧ ਹੁੰਦੀ ਆ। ਉਹਦੇ ਲਈ
ਜਿਸ ਕਿਸਮ ਦੀਆਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ, ਜਿਸ ਕਿਸਮ ਉਹਨਾਂ ਦੀ ਚੁਣੌਤੀਆਂ ਦਾ ਜਵਾਬ ਦੇਣਾ ਪਵੇ, ਇਹ ਤਿਆਰ ਰਹਿੰਦੇ ਆ ਉਹਦੇ ਲਈ, ਜੋ ਕੁਛ ਵੀ ਲਾਉਣਾ ਪਵੇ, ਟਾਈਮ, ਸਭ ਕੁਛ। ਸੋ ਇਹ ਇਹਨਾਂ ਦੀ ਮੇਰੇ ਖਿਆਲ ਦੇ ਵਿੱਚ ਇੱਕ ਐਜ਼ ਅ ਪਰਸਨ, ਐਜ਼ ਅ ਲੇਖਕ ਤੇ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ ਤੇ ਇਹਨਾਂ ਦੀ ਕਾਫੀ ਵੱਡੀ ਖੂਬੀ ਆ ਤੇ ਇਹਨਾਂ ਦੀ ਕਾਮਯਾਬੀ ਦਾ ਰਾਜ ਵੀ ਹੈ। ਤੇ ਉਹਦੇ ਨਾਲ ਦੀ ਨਾਲ ਜਿਹੜੀ ਹੈਗੀ ਆ ਆਮ ਤੌਰ ਲਗਾਤਾਰਤਾ, ਜਿਹੜੀ ਕੰਟੀਨਿਊਟੀ ਆਪਾਂ, ਕਿਉਂਕਿ ਆਮ ਤੌਰ ਤੇ ਆਪਾਂ ਸਾਰੇ ਜਦੋਂ ਕੋਈ ਕੰਮ ਕਰਨ ਲੱਗਦੇ ਹਾਂ ਤੇ ਜਦੋਂ ਆਪਾਂ ਨੂੰ ਲੱਗਦਾ ਵੀ ਇਹ ਕੰਮ ਕਰਨ ਵਾਲਾ, ਤਾਂ ਉਸ ਵੇਲੇ ਤਾਂ ਬੜੀ ਜੋਸ਼ ਦੇ ਨਾਲ ਤੇ ਉਹਦੇ ਨਾਲ ਆਪਾਂ ਉਹਦੇ ਵਿੱਚ ਹਿੱਸਾ ਲੈਂਦੇ ਹਾਂ। ਪਰ ਥੋੜ੍ਹੇ ਜਿਹੇ ਚਿਰ ਬਾਅਦ ਆਪਾਂ ਉਹ ਤੋਂ ਫॉर ਵਟ ਐਵਰ ਰੀਜ਼ਨਸ ਅਸੀਂ ਉਹ ਕੰਟੀਨਿਊ ਨਹੀਂ ਰੱਖ ਸਕਦੇ, ਉਹ ਜਿਹੜੀ ਐਫਰਟ ਹੁੰਦੀ ਆ। ਸੋ ਇਹਨਾਂ ਦੇ ਵਿੱਚ ਜਿਹੜੀ ਉਹ ਕੁਆਲਿਟੀ ਆ ਕਿ ਲਗਾਤਾਰਤਾ ਦੇ ਨਾਲ ਆਪਣੇ ਉਸ ਕੰਮ ਦੇ ਉੱਤੇ ਲੱਗੇ ਰਹਿਣਾ, ਜਿਵੇਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰੇ ਰਹੇ ਆਪਣੀ ਜ਼ਿੰਦਗੀ ਬਾਰੇ, ਵੀ ਇੱਥੇ ਆ ਕੇ 8ਵੀਂ ਤੋਂ ਸ਼ੁਰੂ ਕਰਨਾ, ਫਿਰ ਮਾਸਟਰ ਦੀ ਡਿਗਰੀ ਦਾ। ਸੋ ਉਹ ਇੱਕ ਲੰਮਾ ਸਫ਼ਰ ਆ, ਪਰ ਉਹ ਜਿਹੜਾ ਲਗਾਤਾਰਤਾ ਦੇ ਨਾਲ ਤੁਰੇ ਰਹਿਣਾ, ਉਹ ਇਹਨਾਂ ਦੀ ਇਕੱਲੀ ਪੜ੍ਹਾਈ ਦੇ ਜਿਹੜਾ ਕੰਮ ਹੈ ਉਹਦੇ ਚ ਨਹੀਂ, ਤੁਸੀਂ ਹੋਰ ਕੰਮਾਂ ਦੇ ਵਿੱਚ ਵੀ ਉਹ ਦੇਖ ਸਕਦੇ ਆ। ਤੇ ਉਹ ਵੀ ਇਹਨਾਂ ਦੀ ਦੂਜੀ ਹੈਗੀ ਇਹਨਾਂ ਦਾ ਜਿਹੜਾ ਗੁਣ ਆ ਜਿਹੜਾ ਇਹਨਾਂ ਦੇ। ਤੇ ਦੂਸਰਾ, ਜਦੋਂ ਕੋਈ ਕੰਮ ਕਰਨ ਲੱਗਦੇ ਆ ਉਸ ਵੇਲੇ ਇਹਨਾਂ ਦੇ ਇਹ ਜਿਹੜਾ ਇਹਨਾਂ ਦਾ ਮਕਸਦ ਹੁੰਦਾ ਵੀ ਇਹ ਕੰਮ ਹੋਣਾ, ਜਾਂ ਇਹ ਮਹਿਸੂਸ ਕਰਦੇ ਆ ਵੀ ਇਹ ਕੰਮ ਹੋਣਾ ਚਾਹੀਦਾ, ਤੇ ਉਹ ਕੰਮ ਕਰਦੇ ਆ। ਇਹ ਨਹੀਂ ਦੇਖਦੇ ਵੀ ਉਹਦੇ ਲਈ ਇਹਦਾ ਕੋਈ ਮੈਨੂੰ ਫਾਇਦਾ ਹੋਊ ਜਾਂ ਨਹੀਂ ਹੋਊਗਾ, ਜਾਂ ਕੀ ਕੀਤੇ ਇਹਦੇ ਚ ਕੋਈ ਬੈਨੀਫਿਟ ਵੀ ਹੋਊਗਾ। ਇਹਨਾਂ ਦਾ ਜਿਹੜਾ ਕਸਵੱਟੀ ਹੁੰਦੀ ਆ ਉਹ ਕੰਮ ਕਰਨ ਦੀ, ਉਹ ਇਹ ਹੁੰਦੀ ਆ ਕਿ ਇਹ ਕੰਮ ਹੋਣਾ ਚਾਹੀਦਾ ਤੇ ਮੈਂ ਇਹ ਕਰਨਾ ਆ। ਸੋ ਇਹ ਤੇ ਇਹਦੇ ਨਾਲ ਹੀ ਨਾਲ ਜਿਹੜਾ ਸਾਂਝੇ ਕੰਮ ਕਰਨ ਦੇ ਵਿੱਚ, ਕਿਉਂਕਿ ਆਮ ਤੌਰ ਤੇ ਜਿਹੜੇ ਅਸੀਂ ਲੇਖਕ ਆ, ਅਸੀਂ ਆਪਣਾ ਇੰਡੀਵਿਜੂਅਲ ਤੌਰ ਤੇ ਸਾਰੇ ਲਿਖਦੇ ਹਾਂ, ਆਪਣੇ ਜਿਹੜੇ ਵੀ ਫੀਲਡ ਦੇ ਵਿੱਚ ਅਸੀਂ ਲਿਖਦੇ ਹੋਈਏ ਤੇ ਅਸੀਂ ਉੱਤੇ ਕੰਮ ਕਰਦੇ ਹਾਂ, ਤੇ ਉੱਤੇ ਆਪਣੇ ਹਿਸਾਬ ਦੇ ਨਾਲ ਅਸੀਂ ਮਿਹਨਤ ਕਰਦੇ ਹਾਂ। ਪਰ ਜਿਹੜੇ ਸਾਂਝੇ ਕੰਮ ਹੋਣ, ਜਿਨ੍ਹਾਂ ਦੇ ਵਿੱਚ ਤੁਹਾਡਾ ਆਪਣਾ ਕੰਮ ਨਾ ਹੋਵੇ ਦੇਖਣ ਦਾ, ਪਰ ਹੋਰ ਹੋਵੇ, ਉਹਦੇ 'ਚ ਹੀ ਵੀ ਟਾਈਮ ਲਾਉਣ ਲਈ ਇਹ ਕਦੀ ਨਹੀਂ ਝਿਜਕਦੇ। ਉਹਦੇ ਤੇ ਵੀ ਇਹਨਾਂ ਦਾ ਜੇ ਤੁਸੀਂ ਇਹਨਾਂ ਦੀ ਜਿਹੜਾ ਸਾਹਿਤਕ ਸਫ਼ਰ ਆ ਜਾਂ ਦੇਖੋ, ਤਾਂ ਉਹਦੇ ਵਿੱਚ ਬਹੁਤ ਸਾਰਾ ਇਸ ਕਿਸਮ ਦਾ ਕੰਮ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਾਂਝਾ ਕੰਮ ਕੀਤਾ, ਜਿਹੜਾ ਕਮਿਊਨਿਟੀ ਲਈ ਸਾਂਝਾ ਕੀਤਾ ਹੈ। ਉਹ ਵਤਨ ਤੋਂ ਕੱਢਣ ਤੋਂ ਲੈ ਕੇ ਆਪਾਂ ਪੰਜਾਬੀ ਲੈਂਗੁਏਜ ਦੀ ਜਿਹੜੀ ਐਡਵੋਕੇਸੀ ਉਹਦੇ ਤੱਕ ਕਰ ਸਕਦੇ ਹਾਂ। ਸੋ ਇਹ ਕੁਛ ਗੱਲਾਂ ਆ ਜਿਹੜੀਆਂ, ਤੇ ਨਾਲ ਦੀ ਨਾਲ ਜਿਹੜੀ ਮੈਨੂੰ ਇਹਨਾਂ ਬਾਰੇ ਜਿਹੜੀ ਇੱਕ ਗੱਲ ਪਸੰਦ ਆ, ਜਾਂ ਮੈਂ ਮਹਿਸੂਸ ਕਰਦਾ ਕਿ ਇਹ ਇੱਕ ਲੇਖਕ ਨਹੀਂ ਗਏ ਇਕੱਲੇ, ਲੇਖਕ ਉਹ ਆ ਜਿਹੜੇ ਜੋ ਕੁਛ ਲਿਖਦੇ ਆ ਉਹਦੇ ਤੇ ਵਿਸ਼ਵਾਸ ਕਰਦੇ, ਤੇ ਨਾਲ ਦੀ ਨਾਲ ਸੋਸ਼ਲ ਐਕਟਿਵਿਸਟ ਵੀ ਆ। ਇਹਨਾਂ ਨੇ ਆਪਣੀ ਜਿਹੜੀ ਜਦੋਂ ਦਾ ਮੈਂ ਇਹਨਾਂ ਨੂੰ ਜਾਣਦਾ, ਉਸ ਆਪਣੇ ਸਫ਼ਰ ਦੇ ਵਿੱਚ, ਸਾਹਿਤਕ ਸਫ਼ਰ ਦੇ ਵਿੱਚ, ਨਸਲਵਾਦ ਦੀ ਸੰਘਰਸ਼ ਤੋਂ ਲੈ ਕੇ, ਨਸਲ ਵਿਰੋਧੀ ਸੰਘਰਸ਼ ਤੋਂ ਲੈ ਕੇ, ਖੇਤ ਮਜ਼ਦੂਰਾਂ ਦੇ ਸੰਘਰਸ਼ ਤੱਕ ਤੋਂ ਲੈ ਕੇ, ਇਹ ਸਦਾ ਹੀ ਕਿਸੇ ਨਾ ਕਿਸੇ ਜਿਹੜੇ ਉਹ ਸੰਘਰਸ਼ ਆ ਉਹਨਾਂ ਦੇ ਉੱਤੇ ਜਾਂਦੇ ਆ, ਉਹਨਾਂ ਦੇ ਪਿਕਟ ਲਾਈਨ ਦੇ ਉੱਤੇ ਖੜਦੇ ਆ, ਇੱਕ ਆਮ ਨਾਗਰਿਕ ਵਾਂਗ। ਇਹ ਨਹੀਂ ਕਿ ਮੈਂ ਉੱਥੇ, ਤਾਂ ਕਈ ਵਾਰੀ ਅਸੀਂ ਇੱਦਾਂ ਦੇ ਜਿਹੜੇ ਸਮਾਗਮਾਂ 'ਚ ਤਾਂ ਜਾਂਦੇ ਹਾਂ ਵੀ ਜੇ ਸਾਨੂੰ ਉੱਥੇ ਉਹਨਾਂ ਨੇ ਬੋਲਣ ਲਈ ਕਿਹਾ ਤਾਂ ਅਸੀਂ ਜਾਣਾ, ਤਾਂ ਕਿ ਪਰ ਅਸੀਂ ਇੱਕ ਨਾਗਰਿਕ ਦੇ ਤੌਰ ਤੇ ਉੱਥੇ ਨਹੀਂ ਖੜੇ ਹੁੰਦੇ। ਪਰ ਇਹ ਇਹਨਾਂ ਦੀ ਜਿਹੜੀ ਆ, ਇਹ ਉਹਨਾਂ ਨੂੰ ਉੱਥੇ ਕੋਈ ਬੋਲਣ ਲਈ ਕਹੇ ਜਾਂ ਨਾ ਕਹੇ, ਉਹ ਇਹਨਾਂ ਦਾ ਸਮਾਂ ਕਿ ਇਹਨਾਂ ਨੂੰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਮੈਂ ਨਹੀਂ ਬੋਲਣਾ ਚਾਹੁੰਦਾ, ਮੈਂ ਤਾਂ ਸਿਰਫ ਇੱਥੇ ਇੱਕ ਨਾਗਰਿਕ ਦੇ ਤੌਰ ਤੇ ਇਹ ਜਿਹੜਾ ਸੋਸ਼ਲ ਜਸਟਿਸ ਦਾ ਜਿਹੜਾ ਮੁੱਦਾ ਉਹਦੇ ਲਈ ਖੜ੍ਹਨ ਲਈ ਤਿਆਰ ਆਇਆ, ਮੈਂ ਉਹਦੇ 'ਚ ਹਾਜ਼ਰੀ ਲਵਾਉਣੀ ਚਾਹੁੰਦਾ। ਸੋ ਇਹ ਇਹਨਾਂ ਦੀਆਂ ਕੁਛ ਸਿਫਤਾਂ ਆ ਜਿਹੜੀਆਂ ਇਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਮੇਨ ਚੀਜ਼ਾਂ ਆ। ਬਹੁਤ ਬਹੁਤ ਸ਼ੁਕਰੀਆ ਸੁਖਵੰਤ ਹੁੰਦਲ ਜੀ। ਹਾਂਜੀ, ਬਹੁਤ ਬਹੁਤ ਮਿਹਰਬਾਨੀ। ਇਹ ਗੱਲਾਂ ਕਦੇ ਤੁਹਾਡੇ ਸਾਹਮਣੇ ਵੀ ਕਹਿੰਦੇ ਕਿ ਨਹੀਂ ਕਹਿੰਦੇ ਹੁੰਦੇ? ਨਹੀਂ, ਇੱਦਾਂ ਨਹੀਂ ਅਸੀਂ ਕਰਦੇ ਹੈ। ਅਸੀਂ ਮੈਂ ਪਹਿਲੀ ਵਾਰੀ ਇਹ ਗੱਲਾਂ ਸੁਖਵੰਤ ਕੋਲੋਂ ਸੁਣੀਆਂ, ਮੈਨੂੰ ਬਹੁਤ ਵਧੀਆ ਲੱਗਾ। ਤੇ ਪਰ ਮੈਨੂੰ ਪਰ ਕੋਈ ਚੀਜ਼ਾਂ ਮੈਨੂੰ ਲੱਗਦਾ ਤੁਸੀਂ ਆਪ ਵੀ ਕਦੇ ਰਿਅਲਾਈਜ਼ ਨਹੀਂ ਕੀਤੀਆਂ ਹੋਣੀਆਂ। ਬਹੁਤ ਕੀ ਕਹਿੰਦੇ, ਹੈਰਾਨੀ ਭਰੀ ਖੁਸ਼ੀ ਹੋਈ ਆ। ਤੇ ਧੰਨਵਾਦ ਸੁਖਵੰਤ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਤੇ ਮੈਂ ਤਾਂ ਜੇ ਉੱਥੇ ਤੱਕ ਪਹੁੰਚਿਆ ਨਹੀਂ ਸੀ। ਮੈਂ ਤੁਹਾਨੂੰ ਕਹਿ ਰਿਹਾ ਸੀ ਮੈਂ ਕੁਛ ਬੈਂਕੋਟ ਸੱਤ ਬਾਰੇ ਗੱਲਾਂ ਕਰਨੀ ਚਾਹੁੰਦੀ ਹਾਂ। ਵਤਨ ਦੂਰ ਤੋਂ ਵਤਨ ਤੱਕ ਦਾ ਜਿਹੜਾ ਸਫ਼ਰ ਹੈ ਸਾਡਾ, ਉਹਦੇ 'ਚ ਕੁਛ ਜ਼ਿਕਰ ਆਉਣਾ ਸੀ ਸੁਖਵੰਤ ਦਾ, ਤੇ ਤੁਸੀਂ ਪਹਿਲਾਂ ਹੀ ਮਿਲਾ ਦਿੱਤਾ। ਉਹਨੂੰ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੁਖਵੰਤ ਜੀ, ਥੈਂਕ ਯੂ। ਬਲਵੰਤ ਸੰਘੇੜਾ ਜੀ। ਹਾਂਜੀ, ਬਲਵੰਤ ਸੰਘੇੜਾ ਜੀ। ਥੈਂਕ ਯੂ ਨਵਜੋਤ, ਕੈਨ ਯੂ ਹੀਅਰ ਮੀ? ਹਾਂਜੀ, ਬਿਲਕੁਲ ਜੀ, ਆ ਰਹੀ ਆਵਾਜ਼। ਓਕੇ, ਸੁਖਵੰਤ ਨੇ ਬਹੁਤ ਸੋਹਣਾ ਕਹਿਤਾ ਸਾਧੂ ਬਾਰੇ। ਤੇ ਜਿੱਦਾਂ ਦੋ ਤਿੰਨ ਚੀਜ਼ਾਂ ਮੈਂ ਐਡ ਕਰਨੀਆਂ ਚਾਹੁੰਦਾ, ਜਿਵੇਂ ਕਮਿਟਮੈਂਟ ਕੀਤੀ ਕਿਹਾ ਨਾ ਸੁਖਵੰਤ ਨੇ ਜੀ, ਵੀ ਸਾਧੂ ਇੱਕ ਵਾਰ ਜਦ ਕਮਿਟਮੈਂਟ ਕਰ ਦਿੰਦਾ, ਹੀ ਇਜ਼ ਦੇਅਰ ਫॉर ਯੂ।
ਜੀ ਸਾਨੂੰ ਨਵਜੋਤ ਦੋਹਾਂ ਨੂੰ ਤਿਆਂ ਨੂੰ ਅਸਲ ਵਿੱਚ ਇਹਨਾਂ ਦਾ ਯੰਗ ਬ੍ਰਦਰ ਪਾਲ ਹੈ ਜਿਹੜਾ, ਅਸੀਂ 27-28 ਸਾਲ ਤੋਂ ਇਕੱਠੇ ਕੰਮ ਕਰ ਰਹੇ ਹਾਂ ਪੰਜਾਬੀ ਲਈ। ਅੱਛਾ। ਪਲੀਜ਼ ਆ ਬਣਾਈ ਹੈ ਨਾ ਉਦੋਂ ਤੋਂ, 27-28 ਸਾਲ ਸਾਨੂੰ ਹੋ ਗਿਆ। ਜਿੱਦਾਂ ਇਹਨਾਂ ਦੋਹਾਂ ਭਰਾਵਾਂ ਨੇ ਮੈਨੂੰ ਇੱਕ ਵੱਡੇ ਭਰਾ ਵਾਂਗੂ ਸਮਝਿਆ, ਇੱਕ ਫੈਮਿਲੀ ਦਾ ਮੈਂਬਰ ਸਮਝਿਆ, ਔਰ ਮੈਨੂੰ ਇੰਨਾ ਸਤਿਕਾਰ ਦਿੱਤਾ ਜੀ। ਤਾਂ ਮੈਂ ਇਹਨਾਂ ਦੋਹਾਂ ਦਾ ਇੰਨਾ ਧੰਨਵਾਦ ਨਹੀਂ ਕਰ ਸਕਦਾ। ਤੇ ਸਾਧੂ ਨਾਲ ਜਿਹੜਾ ਕੰਮ ਕਰਨ ਦਾ ਮਜ਼ਾ ਆ ਨਵਜੋਤ, ਇਟਸ ਜਸਟ ਵੰਡਰਫੁਲ। ਕੋਈ ਵੀ ਕੰਮ ਹੋਵੇ ਸਾਧੂ ਆਪਾਂ ਕਰੀਏ, ਆ ਕਰ ਲਏ ਕਿ ਇਹਨੇ ਇੱਕ ਵਾਰ ਹਾਂ ਕਰਤੀ, ਹਾਂ ਆਪਾਂ ਕਰਨਾ ਜੀ। ਸੋ ਕਾਫੀ ਸਾਨੂੰ ਜਿੱਦਾਂ ਸਟਰਗਲ ਕਰਨੀ ਪਈ ਆ ਪਲੀ ਲਈ, ਪੰਜਾਬੀ ਲਈ। ਈਵਨ ਹਾਲੇ ਵੀ ਕਰ ਰਹੇ ਆ। ਜਦ ਵੀ ਕੋਈ ਚੁਣੌਤੀ ਆਉਂਦੀ ਆ ਤੇ ਅਸੀਂ ਰਲ ਮਿਲ ਕੇ ਉਹਦਾ ਸਾਹਮਣਾ ਕਰਦੇ ਹਾਂ, ਔਰ ਜਦ ਅਸੀਂ ਜਿੱਦਾਂ ਭਰਾਵਾਂ ਵਾਂਗੂ ਕੰਮ ਕਰਦੇ ਹਾਂ ਸਾਰੇ, ਇੱਕ ਫੈਮਿਲੀ ਵਾਂਗੂ। ਸੋ ਮੈਨੂੰ ਉਹ ਬਹੁਤ ਮਾਣ ਆ ਸਾਧੂ ਨਾਲ, ਇੱਕ ਛੋਟੇ ਭਰਾ ਵੱਲੋਂ, ਇੱਕ ਦੋਸਤ ਵੱਲੋਂ, ਤੇ ਇੱਕ ਜਿੱਦਾਂ ਸਕਾਲਰ ਵੱਲੋਂ ਵੀ, ਕਿਉਂਕਿ ਸਾਧੂ ਦੀ ਨੌਲੇਜ ਵੀ ਬਹੁਤ ਆ। ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਬਈ ਅਜੇ ਹਰ ਕਿਤਾਬ ਤਾਂ ਕਹਿੰਦਾ ਘਰ ਹੀ ਪਈ ਆ, ਤੇ ਪਹਿਲਾਂ ਤੋਂ ਸਾਧੂ ਦਾ ਇਹਦੇ ਨੂੰ ਬਹੁਤ ਇੰਟਰਸਟ ਹੈ। ਸੋ ਅਸੀਂ ਵੀ ਇਹ ਤੋਂ ਬਹੁਤ ਲਰਨ ਕਰਦੇ ਹਾਂ, ਔਰ ਸਾਧੂ ਨਾਲ ਹਮੇਸ਼ਾ ਹੀ ਕੰਮ ਕਰਨ ਦਾ ਪੂਰਾ ਮਜ਼ਾ ਆਉਂਦਾ। ਸੋ ਮੈਂ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਬਲਵੰਤ ਸਿੰਘ ਗੇੜਾ ਜੀ, ਬਹੁਤ ਬਹੁਤ ਸ਼ੁਕਰੀਆ। ਮੇਰੇ ਕੋਲ ਸਮਾਂ ਥੋੜ੍ਹਾ, ਪਰ ਕਾਲਰਸ ਬਹੁਤ ਜ਼ਿਆਦਾ ਨੇ, ਅਤੇ ਬਾਕੀ ਜਿੰਨੇ ਕਾਲਰਸ ਨੇ ਮੈਂ ਰਿਕੁਐਸਟ ਇੰਨੀ ਜ਼ਰੂਰ ਕਰੂੰਗੀ ਤੁਹਾਨੂੰ ਕਿ ਪਲੀਜ਼ ਆਪਣੀ ਗੱਲ ਛੋਟੀ ਰੱਖਿਓ। ਅਤੇ ਇਸ ਵੇਲੇ ਮੈਂ ਸ਼ਾਮਿਲ ਕਰ ਰਹੀ ਹਾਂ ਆਪਣੇ ਨਾਲ ਨੈਕਸਟ ਸਾਡੇ ਲਿਸਟਰ ਨੇ ਸ਼ੈਲੀ ਤੇਜਾ ਜੀ। ਸ਼ੈਲੀ ਤੇਜਾ ਜੀ, ਤੁਸੀਂ ਔਨ ਏਅਰ ਹੋ? ਹੈਲੋ ਜੀ। ਹਾਂਜੀ ਸ਼ੈਲੀ ਤੇਜਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਬਿਨਿੰਗ ਹਰਾਂ ਨੂੰ, ਸਾਧੂ ਸਿੰਘ ਬਿਨਿੰਗ ਹਰਾਂ ਨੂੰ ਵੀ ਜੀ। ਸਤਿ ਸ਼੍ਰੀ ਅਕਾਲ। ਮੈਂ ਇਹਨਾਂ ਦੀ ਸੁਣ ਰਿਹਾ ਸੀ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਜਿਹੜੇ ਦੋ ਕਾਲਰ ਤੁਸੀਂ ਲਏ ਨੇ ਇਹ ਤੇ ਰਾਈਟਰਸ ਹੀ ਨੇ, ਪਰ ਮੈਂ ਆਈ ਓ ਲੋਟ ਟੂ ਹਿਮ ਬਿਕੋਜ਼ ਇਹਨਾਂ ਤੋਂ ਹੀ ਸ਼ਾਇਦ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪਿਆ। ਨਾਸਤਿਕ ਬਾਣੀ ਤੋਂ। ਨਾਸਤਿਕ ਬਾਣੀ ਇਹਨਾਂ ਦੀ ਕਿਤਾਬ ਸੀ। ਮੈਂ ਨਾ ਗਦਰੀ ਬਾਬੇ ਦੇ ਮੇਲੇ ਤੇ ਜਾਂਦਾ ਸੀ, ਉੱਥੋਂ ਕਿਤਾਬਾਂ ਖਰੀਦਦਾ ਹੁੰਦਾ ਸੀ ਜਦੋਂ ਮੈਂ ਇੰਡੀਆ ਰਹਿੰਦਾ ਸੀ, ਜਲੰਧਰ। ਹਾਂਜੀ, ਜਲੰਧਰ 'ਚ, ਕਿਉਂਕਿ ਉੱਥੇ ਵੀ ਕਿਤਾਬਾਂ ਵਧੀਆ ਮਿਲਦੀਆਂ। ਤੇ ਮੈਂ ਜਦੋਂ ਨਾਸਤਿਕ ਬਾਣੀ ਪੜ੍ਹੀ ਤੇ ਮੈਂ ਉਦੋਂ ਇੰਡੀਆ 'ਚ ਸੀ, ਮੈਨੂੰ ਨਹੀਂ ਸੀ ਪਤਾ ਡਾਕਟਰ ਬਿਨਿੰਗ ਬਾਰੇ ਕੁਝ ਵੀ। ਤੇ ਮੈਂ ਇਹ ਸੋਚਦਾ ਸੀ ਕਿਤਾਬ ਲਿਖਣ ਵਾਲਾ ਇਹਦਾ ਨੌਲੇਜ ਕਿੰਨਾ ਹੋਣਾ ਹੈ, ਕਿੰਨਾ ਇਨਸਾਈਕਲੋਪੀਡਿਕ ਨੌਲੇਜ ਹੋਣਾ ਜਿਹਨੇ ਇਹ, ਕਿਉਂਕਿ ਕਿਤਾਬ ਦੇ ਵਿੱਚ ਕੋਟੇਸ਼ਨ ਕੀਤੀਆਂ ਨੇ ਹਰ ਜਿੰਨੇ ਵੀ ਵੱਡੇ ਵੱਡੇ ਥਿੰਕਰਸ ਦੀਆਂ। ਤੇ ਹੁਣ ਮੈਂ ਦੱਸਣਾ ਚਾਹੁੰਦਾ ਡਾਕਟਰ ਬਿਨਿੰਗ ਨੂੰ ਕਿ ਜਿਹੜੀਆਂ ਇਹਨਾਂ ਦੀ ਵਤਨੋ, ਤੇ ਮੈਂ ਦੱਸਣਾ ਚਾਹੁੰਦਾ, ਪੁੱਛਣਾ ਚਾਹੁੰਦਾ ਇਹਨਾਂ ਕੋਲ ਕਿ ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਕਿਤਾਬਾਂ ਮੈਨੂੰ ਉਸ ਤੋਂ ਬਾਅਦ ਵਤਨੋ ਜਿਹੜੀ ਦੂਰ, ਨੋ ਮੋਰ ਵਤਨੋ ਦੂਰ, ਇਹ ਕਿਤਾਬਾਂ ਮੈਂ ਉੱਥੋਂ ਡਾਕਟਰ ਚਲਾਨਾ ਤੋਂ ਵੀ ਪਤਾ ਕੀਤੀਆਂ, ਪਰ ਉੱਥੇ ਵੀ ਮੈਨੂੰ ਲੱਗਦਾ ਮੈਨੂੰ ਮਿਲੀਆਂ ਨਹੀਂ ਉਹ ਕਿਤਾਬਾਂ। ਤੇ ਇੱਕ ਤੇ ਇਹਨਾਂ ਨੂੰ ਚਾਹੀਦਾ ਕਿ ਸਰੀ ਦੇ ਵਿੱਚ ਘੱਟੋ ਘੱਟ ਜਿਹੜੇ ਵੀ ਲਿਟਰੇਰੀ ਹੈਗੇ ਨੇ ਬੰਦੇ, ਇੱਕ ਘੱਟੋ ਘੱਟ ਇੱਕ ਸ਼ਾਪ ਜ਼ਰੂਰ ਹੋਏ ਜਿਹਦੇ ਵਿੱਚ ਸਾਰੀਆਂ ਬੁੱਕਸ ਪੰਜਾਬੀ ਦੀਆਂ, ਖਾਸ ਕਰ ਪੰਜਾਬੀ ਲੇਖਕਾਂ ਦੀਆਂ ਅਵੇਲੇਬਲ ਹੋਣ। ਵੈਸੇ ਡਾਕਟਰ ਚਲਾਨਾ ਕੋਲ ਵੀ ਅੱਛੀ ਕਲੈਕਸ਼ਨ ਹੈ, ਲੇਕਿਨ ਮੈਂ ਜਦੋਂ ਵੀ ਗਿਆ ਮੈਨੂੰ ਆਹ ਬੁੱਕ ਆਪਣੀ ਜਿਹੜੀ ਇਹਨਾਂ ਦੀ ਬੁੱਕ ਨਹੀਂ ਮੈਨੂੰ ਲੱਭੀ। ਮੈਂ ਪੜ੍ਹਨਾ ਚਾਹੁੰਦਾ ਵਤਨੋ ਜੀ। ਸ਼ੈਲੀ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ। ਸਾਧੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਆਪਣੀ ਕਿਤਾਬਾਂ ਦੀ ਜਿਹੜੀ ਉਸ ਕਿਸਮ ਦੀ ਦੁਕਾਨ ਨਹੀਂ ਹੈ ਜਿੱਥੋਂ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਮਿਲਦੀਆਂ ਹੋਣ, ਪਰ ਉਹ ਨੋ ਮੋਰ ਵਤਨੋ ਦੂਰ ਜਿਹੜੀ ਉਹ ਤੇ ਦੁਭਾਸ਼ੀ ਕਾਵ ਸੰਗ੍ਰਹਿ ਸੀਗਾ ਉਹ ਪੰਜਾਬੀ ਅਤੇ ਅੰਗਰੇਜ਼ੀ ਦਾ, ਅਤੇ ਉਹ ਐਮਾਜ਼ੋਨ ਵਗੈਰਾ ਤੋਂ ਤਾਂ ਮਿਲ ਜਾਂਦੀ ਆ ਉਹ, ਪਰ ਉੱਦਾਂ ਮੈਂ ਤੁਹਾਨੂੰ ਉਹਦੀ PDF ਦੇ ਸਕਦਾ। ਜੇ ਤੁਸੀਂ PDF ਪੜ੍ਹ ਲੈਂਦੇ ਹੁੰਦੇ ਆ ਤਾਂ ਮੈਨੂੰ ਬਾਅਦ ਦੇ ਵਿੱਚ ਫੋਨ ਕਰ ਲਿਓ ਅਤੇ ਉਹ ਮੈਂ ਤੁਹਾਨੂੰ ਦੇ ਦੂੰਗਾ, ਉਹਦੀ ਕੋਈ ਗੱਲ ਨਹੀਂ। ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਹਾਂਜੀ ਅਮਰਜੀਤ ਚਾਹਲ ਜੀ। ਹੈਲੋ ਨਵਜੋਤ ਜੀ। ਹੈਲੋ ਜੀ। ਸਾਧੂ ਭਾਈ ਤੁਹਾਨੂੰ ਵੀ ਹੈਲੋ ਜੀ। ਹੈਲੋ ਜੀ। ਹਾਂ, ਅੱਜ ਜਦ ਮੈਂ ਸਾਧੂ ਉਹਨਾਂ ਨੂੰ ਸੁਣ ਰਿਹਾ ਸੀਗਾ ਤੇ ਬੜੀਆਂ ਯਾਦਾਂ ਤਾਜ਼ਾ ਹੋ ਗਈਆਂ ਉਸ ਸਮੇਂ ਤੋਂ ਲੱਗ ਕੇ ਕਿ ਜਦੋਂ ਅਜੇ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਨਹੀਂ ਸੀ ਬਣੀ, ਪਰ ਅਸੀਂ ਫਿਰ ਵੀ ਇਕੱਠੇ ਹੋ ਜਾਂਦੇ ਸੀਗੇ। ਤੇ ਫਿਰ ਵਤਨੋਂ ਦੂਰ ਨਿਕਲਣ ਲੱਗਾ, ਫਿਰ ਵਤਨ, ਤੇ ਇਸੇ ਤਰ੍ਹਾਂ ਬੜਾ ਕੁਛ ਆਇਆ। ਤਾਂ ਮੈਨੂੰ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਕਿ ਮੈਂ ਤਾਂ ਭੁੱਲ ਹੀ ਗਿਆ ਸੀਗਾ ਕਿ ਸਾਧੂ ਅਬੋਲੇ ਕੰਮ ਕਰਦਾ ਰਿਹਾ ਤੇ ਉੱਥੇ ਮੈਂ ਵੀ ਕੰਮ ਕੀਤਾ ਹੈ। ਵਾਹ, ਅੱਛਾ। ਇਹ 1 ਸਾਲ ਪਹਿਲਾਂ ਕਰਦਾ ਰਿਹਾ ਤੇ ਮੈਂ 1 ਸਾਲ ਉਦੋਂ ਬਾਅਦ ਗਿਆ
ਠੀਕ ਹੈ। ਇਹਨੇ ਵੀ ਉੱਥੇ 3 ਮਹੀਨੇ ਕੰਮ ਕੀਤਾ ਤਾਂ ਮੈਂ ਵੀ ਉੱਥੇ ਮੇਰਾ ਖਿਆਲ 2-2.5 ਮਹੀਨੇ ਕੰਮ ਕੀਤਾ। ਪਰ ਇਹ ਤਾਂ ਪਿਛਲੀਆਂ ਯਾਦਾਂ ਸੀਗੀਆਂ ਜਿਹੜੀਆਂ ਕਿ ਬਹੁਤ ਸਾਰੀਆਂ ਹੋ ਸਕਦੀਆਂ। ਸਾਧੂ ਹੁਣਾਂ ਬਾਰੇ ਤਾਂ ਸੁਖਵੰਤ ਨੇ ਤੇ ਹੋਰ ਦੋਸਤਾਂ ਨੇ ਬੜਾ ਕੁਛ ਕਹਿ ਦਿੱਤਾ ਹੈ, ਤੇ ਹੋਰ ਵੀ ਬਥੇਰਾ ਕੁਛ ਕਿਹਾ ਜਾ ਸਕਦਾ ਹੈ। ਪਰ ਕਈ ਵਾਰ ਦੋਸਤਾਂ ਦੀ ਸਿਫਤ ਇਹਨਾਂ ਦੇ ਮੂੰਹ ਤੇ ਕਰਨ ਲੱਗਿਆ ਝਿਜਕ ਜਿਹੀ ਵੀ ਹੁੰਦੀ ਹੈ, ਕਿਤੇ ਇਹ ਨਾ ਸਮਝ ਲੈਣ ਵੀ ਪਤਾ ਨਹੀਂ ਮੈਨੂੰ ਫੂਕ ਹੀ ਸ਼ਿਕਾਰਿਆ ਹੈ। ਪਰ ਫਿਰ ਕਰਨੀ ਕਦੋਂ ਹੋਈ ਨਾ, ਇਹ ਦੱਸੋ ਨਾ ਅਮਰਜੀਤ ਚਾਹਲ ਜੀ, ਜੇ ਕੀਤੀ ਨਾ ਤਾਂ ਫਿਰ ਕਦੋਂ ਕਰਨੀ ਹੋਈ? ਹਾਂ, ਇਹ ਤੁਹਾਡਾ ਸਵਾਲ ਜਿਹੜਾ ਬੜਾ ਜਾਇਜ਼ ਆ, ਤੇ ਇਹ ਹੁਣ ਸਮਾਂ ਹੈਗਾ ਹੈ ਜਦੋਂ ਕਿ ਕਰਨੀ ਬਣਦੀ ਹੈ। ਤੇ ਮੈਨੂੰ ਇਹੋ ਲੱਗਦਾ ਕਿ ਜਦੋਂ ਪਿਛਲੇ ਸਮੇਂ ਤੋਂ ਝਾਤੀ ਮਾਰਦੇ ਆ ਤੇ ਸਾਧੂ ਦਾ ਪੰਜਾਬੀ ਭਾਸ਼ਾ ਦੇ ਨਾਲ ਜਿਹੜਾ ਪਿਆਰ ਆ ਉਹ ਬਿਲਕੁਲ ਇਹੋ ਜਿਹਾ ਹੈ ਜਿਵੇਂ ਧਾਰਮਿਕ ਕਿਸੇ ਭਗਤ ਦਾ ਆਪਦੇ ਇਸ਼ਟ ਦੇ ਨਾਲ ਹੁੰਦਾ ਹੈ। ਅੱਛਾ। ਤੇ ਇਹਨਾਂ ਨੇ ਜਿਵੇਂ ਸਕ੍ਰੈਚ ਤੋਂ ਲਾ ਕੇ ਮਤਲਬ ਬਿਲਕੁਲ ਮੁੱਢੋਂ ਸੁੱਢੋਂ ਲੈ ਕੇ ਇੰਨਾ ਕੁਛ ਅਚੀਵ ਕੀਤਾ ਆ ਸਖਤ ਮਿਹਨਤ ਕਰਕੇ। ਮੈਂ ਸਮਝਦਾ ਵੀ ਇਹ ਹੁਣ ਉਹ ਸਮਾਂ ਆ ਜਦ ਕਿ ਸਾਧੂ ਹੁਣਾਂ ਨੂੰ ਆਪਦੀ ਜੀਵਨ ਤੇ ਕੋਈ ਕਿਤਾਬ ਲਿਖਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਤੇ ਨਾਲ ਦੀ ਨਾਲ ਇਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਤਾਬਾਂ ਦਾ, ਵਿਆਖਿਆਂ ਦਾ ਕਿਵੇਂ ਕਿਵੇਂ ਇਹਨਾਂ ਤੇ ਅਸਰ ਪੈਂਦਾ ਰਿਹਾ। ਜਿਵੇਂ ਇਹਨਾਂ ਨੇ ਸ਼ੁਰੂ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਦਾ ਜ਼ਿਕਰ ਕੀਤਾ ਸੀਗਾ, ਹੋਰਨਾਂ ਦਾ ਵੀ ਕੀਤਾ ਆ ਜੀ। ਆਪਦੇ ਸਕੂਲ ਵੇਲੇ ਦੇ ਜਿਹੜੇ, ਮੈਨੂੰ ਪਤਾ ਜਿਹੜੀ ਉਹ ਉਮਰ ਹੁੰਦੀ ਆ ਉਹ ਕੋਈ ਸਿਧਾਂਤਕ ਕਿਤਾਬਾਂ ਪੜ੍ਹਨ ਦੀ ਨਹੀਂ ਹੁੰਦੀ, ਬਲਕਿ ਆਮ ਕਿਤਾਬਾਂ ਪੜ੍ਹਨ ਦੀ ਹੁੰਦੀ ਜਿਹੜੀ ਵੀ ਹੱਥ ਲੱਗ ਜਾਵੇ ਜੀ। ਉਹ ਪਰ ਸਾਨੂੰ ਪ੍ਰਭਾਵਿਤ ਕਰਦੀਆਂ। ਤੇ ਇਸੇ ਤਰ੍ਹਾਂ ਸਾਧੂ ਹੁਣਾਂ ਨੂੰ ਕੀਤਾ ਹੋਇਆ, ਜੇ ਆਪਦੀ ਜੀਵਨੀ ਲਿਖਣ, ਪ੍ਰਕਾਸ਼ਿਤ ਕਰਨ ਕਿਸੇ ਕਿਤਾਬ ਦੇ ਰੂਪ ਵਿੱਚ, ਤੇ ਉਹਦੇ ਤੋਂ ਬਹੁਤ ਸਾਰੇ ਹੋਰ ਲੋਕ ਪ੍ਰਭਾਵਿਤ ਹੋ ਕੇ ਸ਼ਾਇਦ ਆਪਦਾ ਜੀਵਨ ਵੀ ਕਿਸੇ ਨਾ ਕਿਸੇ ਤਰ੍ਹਾਂ ਸਵਾਰ ਸਕਣ। ਜੀ ਬਿਲਕੁਲ ਅਮਰਜੀਤ ਚਾਹਲ ਜੀ, ਮੈਨੂੰ ਬੜਾ ਮਾਣ ਆ ਕਿ ਅਸੀਂ ਬੜੇ ਨੇੜਿਓਂ ਦੀ ਹੋ ਕੇ ਇੱਕ ਦੂਜੇ ਨੂੰ ਮਿਲੇ ਆ। ਤੇ ਕਈ ਵਾਰ ਇਹੋ ਜਿਹੇ ਦਿਨ ਵੀ ਅਸੀਂ ਦੇਖੇ ਜਿਵੇਂ ਸਾਧੂ ਦਾ ਘਰ ਤੇ ਮੇਰਾ ਘਰ ਕੋਈ ਵੰਡੇ ਹੋਏ ਨਹੀਂ ਹੁੰਦੇ ਸੀਗੇ, ਜਦੋਂ ਮਰਜ਼ੀ ਚਲੇ ਜਾਈਦਾ ਸੀਗਾ। ਪਰ ਸਮੇਂ ਦੇ ਨਾਲ ਬੜਾ ਕੁਛ ਬਦਲਦਾ ਆ, ਜ਼ਿੰਮੇਵਾਰੀਆਂ ਬਦਲਦੀਆਂ ਆ, ਥਾਂ ਬਦਲਦੇ ਆ। ਤੇ ਪਰ ਅੱਜ ਵੀ ਸਾਧੂ ਜਿਹੜਾ ਆ ਮੇਰਾ ਖਿਆਲ ਆ ਵੀ ਉਸੇ ਤਰ੍ਹਾਂ ਹੀ ਸੀਨੇ ਵਿੱਚ ਵਸਦਾ ਆ। ਵਾਹ, ਜਿਵੇਂ ਕਈ ਸਾਲ ਪਹਿਲਾਂ ਸੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਤੇ ਤੁਹਾਡਾ ਸੁਝਾਅ ਮੈਂ ਸੋਚਦੀ ਹਾਂ ਕਿ ਇਹਨਾਂ ਨੇ ਜ਼ਰੂਰ ਨੋਟ ਕਰ ਲਿਆ ਹੋਏਗਾ। ਥੈਂਕ ਯੂ ਸੋ ਮਚ ਅਮਰਜੀਤ ਚਾਹਲ ਜੀ। ਮਿਹਰਬਾਨੀ ਅਮਰਜੀਤ, ਬਹੁਤ ਬਹੁਤ। ਬੜੇ ਲੋਕ ਨੇ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ ਤੁਹਾਨੂੰ, ਪਰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਖੁਸ਼ੀ ਰਾਮ ਜੀ। ਹੈਲੋ ਜੀ, ਖੁਸ਼ੀ ਰਾਮ ਜੀ। ਬਿਲਿੰਗ ਸਾਹਿਬ। ਹਾਂਜੀ ਹੈਲੋ। ਹਾਂਜੀ, ਹੈਲੋ ਜੀ। ਹਾਊ ਆਰ ਯੂ? बहुत बढ़िया। मैं बहुत आनंदित हुआ आपका ये जो आपने बातचीत करी है। आई एम सॉरी कि ड्यू टू माय एज आई एम नॉट एबल टू स्पीक मच। मेरा साधु बिलिंग साहब नाल वाकफियत इस करके हुई क्योंकि मैं भी एथीइस्ट हाँ, और मेरे को भी थोड़ा क्लबां दा कलैक्शन है और इन्हां दे कोल भी है। तो इन्हां दियां किताबां जब मैं पढ़ियां पहला जी, असीं इन्हां दी पोइट्री पढ़ी फ्रॉम लैंग्वेज पॉइंट ऑफ व्यू, फ्रॉम द आइडिया पॉइंट ऑफ व्यू, मैनू इन्नी पसंद आई। मैं इन्हां नूं कहन लगा कि बिलिंग साहब ये कैसे है कि तुसी पोएट्री लिखनी बंद कर देती। अच्छा, यू शुड हैव बीन ए ग्रेट पोएट। इस तरह ही इन्हां दा जो होर भी मैं किताबां देखियां, ही इज ए ग्रेट लिटरेरी पर्सन। तो लेकिन जो हुंदल साहब ने इन्हां दी एक क्वालिटी कमिटमेंट दी गल कीती है, मैं उस चीज़ नूं अपने पर्सनल एक्सपीरियंस दे उत्ते मैं इन्हां नूं उसदे 100% मार्क दिना जी। मेरी एक छोटी जी औकड़ सी, मैं एक किताब पंजाबी च
ਕੰਪਲੀਟ ਕਰਨੀ ਸੀ। ਮੈਂ ਉਹਦਾ ਦੱਸਣਾ ਚਾਹੁੰਦਾ ਕਿਆ ਉਹ ਸੀ ਕਿਆ, ਤੇ ਮੈਂ ਇਹਨਾਂ ਕੋਲ ਜ਼ਿਕਰ ਕਰ ਬੈਠਾ। ਮੈਂ ਕਿਹਾ ਮੈਂ ਇਸ ਚੱਕਰ 'ਚ ਫਸ ਗਿਆ। ਇਹ ਕਹਿਣ ਲੱਗੀ ਇਹ ਕਿਤਾਬ ਤਾਂ ਤੁਹਾਨੂੰ ਪੰਜਾਬੀ 10 ਸਾਲ ਪਹਿਲਾਂ ਲਿਖਣੀ ਚਾਹੀਦੀ ਸੀ। ਅੱਛਾ। ਤੇ ਤੁਸੀਂ ਹੁਣ ਅਗਰ ਸੋਚ ਰਹੇ ਆ ਤੂੰ ਔਕੜ ਕੀ ਹੈ? ਮੈਂ ਕਿਹਾ ਬਈ ਇਹਨੂੰ ਥੋੜਾ ਰਿਵਾਈਜ਼ ਕਰਨ ਦਾ ਪ੍ਰੋਬਲਮ ਹੈ, ਟਾਈਪ ਵਗੈਰਾ। ਯਾਨੀ ਇਹ ਮੈਂ ਕਰਾਂਗਾ। I was so much surprised ਕਿ ਕਿਸ ਤਰ੍ਹਾਂ ਇਹਨਾਂ ਨੇ ਇਸ ਚੀਜ਼ ਨੂੰ ਆਫਰ ਕੀਤਾ। ਔਰ ਉਹਦੇ ਵਿੱਚ ਤੁਸੀਂ ਇਹ ਯਕੀਨ ਕਰੋ ਕਿ ਜਦੋਂ ਮੈਂ ਇਹਨਾਂ ਨੂੰ ਲਿਖ ਕੇ ਦਿੰਦਾ ਸੀ ਔਰ ਫਿਰ ਉਹਨੂੰ ਮੁੜ ਕੇ ਲਿਖ ਕੇ ਦੇਣਾ, ਮੈਂ ਆਪਣੇ ਆਪ ਨੂੰ ਫੀਲ ਕਰਦਾ ਸੀ ਕਿ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਦੇ ਰਿਹਾ ਜਾਂ ਮੇਰੀ ਕੋਈ ਇਹ ਗਲਤੀ ਹੈ। ਲੇਕਿਨ ਇਹਨਾਂ ਨੇ ਇੰਨਾ ਹੱਸ ਕੇ ਮੇਰੇ ਕੋਲੋਂ ਉਹ ਜੋਬ ਐਕਸੈਪਟ ਕਰਨੀ, ਮੈਂ ਹੈਰਾਨ ਹੈ ਕਿ ਇਸ ਤਰ੍ਹਾਂ ਇੱਕ ਛੋਟੀ ਜਿਹੀ ਗੱਲ ਕਹਿਣ ਤੇ ਕਿ ਮੈਂ ਇਹ ਜੋਬ ਤੁਹਾਡੀ ਕੰਪਲੀਟ ਕਰਵਾਵਾਂਗਾ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਖੁਸ਼ੀਰਾਮ ਜੀ, ਸ਼ੁਕਰੀਆ ਤੁਹਾਡਾ ਸਮਾਂ ਕੱਢਣ ਦੇ ਲਈ। ਮੈਨੂੰ ਪਤਾ ਕਿ ਬੋਲਣ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਤਕਲੀਫ ਹੋ ਰਹੀ ਹੈ, ਧੰਨਵਾਦ ਤੁਸੀਂ ਇਹ ਜਿਹੜਾ ਸਮਾਂ ਕੱਢਿਆ। ਸਾਧੂ ਬਿਨਿੰਗ ਜੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਰਹੀਆਂ ਨੇ, ਕੁਝ ਲਿਸਨਰਸ ਹੋਰ ਨੇ। ਮੈਂ ਸਿਰਫ ਇੰਨੀ ਕੁ ਬੇਨਤੀ ਕਰੂੰਗੀ ਕਿ ਜੇ ਕੋਈ ਤੁਹਾਡਾ ਸਵਾਲ ਹੈਗਾ, ਤੁਹਾਡਾ ਜੇ ਕੋਈ ਗੱਲ ਇਹਨਾਂ ਨੂੰ ਤੁਸੀਂ ਪੁੱਛਣੀ ਹੈਗੀ ਆ, ਪਲੀਜ਼ ਟੂ ਦਾ ਪੁਆਇੰਟ ਤੁਸੀਂ ਆਪਣਾ ਕੁਐਸਚਨ ਰੱਖਿਓ, ਪਰ ਉਹ ਮੈਂ ਕਾਲਸ ਲੈ ਸਕਦੀ ਹਾਂ ਖਬਰਾਂ ਤੋਂ ਬਾਅਦ। ਮੈਂ ਖੁਸ਼ੀਰਾਮ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਅਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ ਕਿ ਇਹਨਾਂ ਨੇ ਇਸ ਸਾਲ ਦੇ ਵਿੱਚ 7100 ਸਾਲ ਦੇ ਹੋ ਜਾਣਾ। ਅੱਛਾ। ਹਾਂ, ਮੈਂ ਬਹੁਤ ਦਿਨਾਂ ਦੀ ਇਹਨਾਂ ਦੇ ਪਿੱਛੇ ਪਈ ਹੋਈ ਹਾਂ ਕਿ ਤੁਸੀਂ ਮੇਰੇ ਗੈਸਟ ਬਣੋ। ਇਸ ਗੱਲ ਦਾ ਮਾਣ ਆ ਕਿ ਮੇਰਾ ਇੱਕ ਦੋਸਤ ਆ, ਉਹ 100 ਸਾਲ ਦਾ ਆ, ਜਿਹੜਾ 1 ਸਦੀ ਦਾ ਆ। ਹਾਂ, ਪੂਰੀ ਸਦੀ ਦਾ। ਤਾਂ ਮੈਨੂੰ ਇਹਨਾਂ ਨੂੰ ਮਿਲ ਕੇ ਹਮੇਸ਼ਾ ਬਹੁਤ ਖੁਸ਼ੀ ਹੁੰਦੀ ਹੈ। ਮੈਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਮੈਂ ਗੱਲ ਕਰਨਾ ਚਾਹੁੰਦੀ ਪ੍ਰੋਗਰਾਮ ਦੇ ਵਿੱਚ, ਬਹੁਤ ਇੰਸਪਾਇਰਿੰਗ ਗੱਲਾਂ ਬਾਤਾਂ ਹੋਣਗੀਆਂ ਕਿ ਦੇਖੋ 1 ਸਦੀ ਥੋੜ੍ਹੀ ਨਹੀਂ ਹੁੰਦੀ, ਹੈ ਨਾ। ਅਤੇ ਖੈਰ ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ। ਜਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਧੂ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੋ ਤੁਹਾਡੀ ਪੰਜਾਬੀ ਲਈ ਕੰਟਰੀਬਿਊਸ਼ਨ ਆ, ਮੈਂ ਉਹਨੂੰ ਰੀਅਲੀ ਐਪਰੀਸ਼ੀਏਟ ਕਰਦਾ, ਅਤੇ ਇੱਦਾਂ ਹੀ ਜਾਰੀ ਰੱਖੋ। ਜਿੱਥੇ ਹੁਣ ਮੈਂ ਤੁਹਾਡੇ ਨਾਲ ਸਹਿਮਤ ਨਹੀਂ, ਉਹ ਇਹ ਹੈ ਵੀ ਮੇਰਾ ਗੁਰੂ ਜੀ ਮੈਨੂੰ ਕਹਿੰਦੇ ਹੈ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਸੋ ਮੈਂ ਜਿੱਥੇ ਤੁਸੀਂ ਧਰਮ ਨੂੰ ਨਹੀਂ ਬਲੀਵ ਕਰਦੇ, ਇੱਥੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜੀ। ਜੀ ਸ਼ੁਕਰੀਆ ਕਾਲ ਕਰਨ ਦੇ ਲਈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹਨਾਂ ਦਾ ਪੂਰਾ ਹੱਕ ਹੈ ਅਤੇ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ। ਹਾਂ, ਵਿਚਾਰ ਆਪੋ ਆਪਣੇ ਸਭ ਦੇ। ਥੈਂਕ ਯੂ। ਅਗਲੇ ਲਿਸਨਰ ਨੇ ਬਲਕਾਰ ਸਿੰਘ ਭੁੱਲਰ ਜੀ। ਭਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਭੈਣ ਜੀ ਇਹਨਾਂ ਨੂੰ ਜਦੋਂ ਅਸੀਂ ਇੰਡੀਆ ਤੋਂ ਆਏ ਨਾ ਜੀ, ਇਹ ਉਦੋਂ ਸਾਡੇ ਡਾਕੀਏ ਹੁੰਦੇ ਸੀ ਜੀ। ਅੱਛਾ ਜੀ। ਅਸੀਂ ਕਈ ਵਾਰੀ ਵੇਟ ਕਰਨੀ ਇਹਨਾਂ ਦੀ। ਅਸੀਂ ਜਦੋਂ ਇੰਡੀਆ ਤੋਂ ਆਏ ਆ ਨਾ 71 ਚ ਅਸੀਂ ਆਏ ਆ, ਅਸੀਂ ਰੀਕਣਾ ਵੀ ਇਹਨਾਂ ਨੇ ਕਈ ਵਾਰੀ ਸਾਡੇ ਕੋਲ ਖੜ ਕੇ ਕਹਿਣਾ ਵੀ ਚਾਹ ਪੀ ਕੇ ਜਾਣ, ਮੁੰਡੇ ਨੇ ਡਾਕੀਏ ਦਾ ਦਾਖ ਲੈ ਕੇ ਆਉਣੀ। ਅੱਛਾ। ਤੇ ਸਾਡਾ ਇਹਨਾਂ ਨਾਲ ਉਦੋਂ ਦਾ ਪਿਆਰ ਬਣਿਆ ਜੀ ਸਾਡਾ ਇਹਨਾਂ ਨਾਲ। ਔਰ ਬਹੁਤ ਇੱਕ ਬੰਦੇ ਆ ਇਹਨਾਂ ਦੀ, ਬਹੁਤ ਜ਼ਿਆਦਾ ਡਾਊਨ ਟੂ ਅਰਥ ਬੰਦੇ ਆ। ਇੱਦਾਂ ਦੇ ਬੰਦੇ ਤਾਂ ਦੁਨੀਆ ਤੇ ਮਿਲਦੇ ਹੀ ਨਹੀਂ ਜੀ। ਅਸੀਂ ਤਾਂ ਇਹਨਾਂ ਦਾ ਇੰਨਾ ਪਿਆਰ ਆ ਸਾਨੂੰ। ਅਸੀਂ ਹੁਣ ਰਿਚਮੰਡ ਚ ਰਹਿੰਦੇ ਆ। ਮੈਂ ਅਰਜਨ ਦਾ ਤਾਇਆ ਬੋਲਦਾ ਜੀ। ਅਸੀਂ ਇਹਨਾਂ ਨੂੰ ਉਦੋਂ ਤੋਂ ਜਾਣਦੇ ਜੀ, ਸਾਡਾ ਬੜਾ ਪਿਆਰ ਹੈ ਜੀ ਇਹਨਾਂ ਨਾਲ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਨਿਰਮਲ ਜੀ ਅੱਜ ਦੇ ਸਾਡੇ ਆਖਰੀ ਕਾਲਰ ਹੋਣਗੇ। ਹਾਂਜੀ ਨਿਰਮਲ ਜੀ। ਨਵਜੋਤ ਜੀ, ਪਹਿਲਾਂ ਤੁਹਾਡਾ ਥੈਂਕ ਯੂ। ਤੁਸੀਂ ਵੈਰਾਈਟੀ ਪ੍ਰੋਗਰਾਮ ਲੈ ਕੇ ਆਉਂਦੇ ਆ ਜੀ, ਕਿਉਂ ਹਰ ਪੱਖੋਂ ਤੁਸੀਂ ਸਾਡੇ ਮੋਹਰੇ ਜਿੱਦਾਂ ਇਹ ਸ਼ਬਦ ਰੱਖਦੇ ਆ ਜਿਹਦੇ ਨਾਲ ਅਸੀਂ ਸਿੱਖ ਸਕੀਏ। ਮੈਂ ਸਾਧੂ ਜੀ ਨੂੰ ਪੁੱਛਣਾ ਚਾਹੁੰਦੀ ਆ ਵੀ ਕਹਿ ਦਿੰਦੇ ਆ ਵੀ ਮੈਂ ਆਈ ਡੋਂਟ ਬਿਲੀਵ ਗਾਡ ਬਟ ਆਈ ਬਿਲੀਵ ਨੇਚਰ। ਸੋ ਇਹਨਾਂ ਦੇ ਕੋਲ ਵੀ ਕੁਛ ਏਦਾਂ ਹੈਗਾ? ਦੱਸੋ ਜੀ। ਮੇਰੇ ਕੋਲ ਕੁਦਰਤ ਤੁਸੀਂ ਕਹਿ ਸਕਦੇ ਆ, ਕੁਦਰਤ ਦੇ ਵਿੱਚ ਤਾਂ ਕਿਉਂਕਿ ਆਪਾਂ ਉਹਦਾ ਹਿੱਸਾ ਆ, ਉਹਦੇ ਵਿੱਚ ਤਾਂ ਯਕੀਨ ਕਰਨਾ ਹੀ ਪੈਣਾ ਆ। ਪਰ ਮੇਰਾ ਵਿਗਿਆਨ ਜੋ ਕੋਈ ਸਾਨੂੰ ਦੱਸਦਾ ਹੈ, ਜਿਹੜੀ ਜਿਸ ਤਰੀਕੇ ਨਾਲ ਵਿਗਿਆਨ ਨੇ ਗੱਲਬਾਤ ਦੱਸੀ ਹੈਗੀ ਹੈ ਕਿ ਅਸੀਂ ਐਵੋਲੂਸ਼ਨ ਰਾਹੀਂ, ਵਿਕਾਸ ਰਾਹੀਂ ਇੱਥੇ ਪਹੁੰਚਿਆ ਇਨਸਾਨ ਜਿਹੜਾ ਆ, ਉਹਦੇ 'ਚ ਮੇਰਾ ਯਕੀਨ ਹੈਗਾ ਆ। ਮੈਂ ਨਹੀਂ ਸਮਝਦਾ ਵੀ ਕਿਸੇ ਕਿਸਮ ਦੀ ਕੋਈ ਬਾਹਰੀ ਸ਼ਕਤੀ ਹੈਗੀ ਆ ਜਿਹਨੇ ਦੁਨੀਆ ਨੂੰ ਸਿਰਜਿਆ, ਜਾਂ ਜੇ ਪੱਚ ਲਓ ਜੇ ਕੋਈ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਪੂਜਾ ਕਰੀਏ, ਉਹਨਾਂ ਦਾ ਸਿਮਰਨ ਕਰੀਏ, ਉਹਨਾਂ ਨੂੰ ਯਾਦ ਕਰੀਏ ਤਾਂ ਸਾਡੇ ਲਈ ਕੋਈ ਖਾਸ ਕਰ ਦੇਣਗੇ। ਜਿਹੜਾ ਮੀਂਹ ਪੈਂਦਾ ਹੈ ਜਾਂ ਜੋ ਕੁਛ ਵੀ ਹੁੰਦਾ ਆ ਉਹ ਕੁਦਰਤੀ ਤਰੀਕੇ ਨਾਲ ਪੈਂਦਾ ਆ। ਜੇ ਅਸੀਂ ਖੰਡ ਪੱਟ ਵੀ ਖਿਲਾ ਦਈਏ ਵੀ ਸਾਡੇ ਇੱਥੇ ਮੀਂਹ ਪਵੇ ਤਾਂ ਉਹਦੇ ਨਾਲ ਮੀਂਹ ਨਹੀਂ ਪੈਣ ਲੱਗਾ। ਸੋ ਮੇਰਾ ਜਿਹੜਾ ਵਿਗਿਆਨਕ ਜਿਹੜੀ ਹੈਗੀ ਆ ਹੁਣ ਤੱਕ ਸਾਨੂੰ ਸੂਝ ਦਿੱਤੀ ਆ, ਉਹਦੇ 'ਚ ਵਿਸ਼ਵਾਸ ਆ।
ਉਹਦੇ 'ਚ ਵਿਗਿਆਨ ਜੇ ਫਰਜ਼ ਕੱਲਾ ਅੱਗੇ ਜਾ ਕੇ ਕਿਤੇ ਇਸ ਚੀਜ਼ ਦੀ ਖੋਜ ਕਰ ਦਿੰਦਾ ਵੀ ਹਾਂ ਵੀ ਕੋਈ ਇਸ ਚੀਜ਼ ਦੀ ਸ਼ਕਤੀ ਹੈਗੀ ਆ, ਤਾਂ ਮੈਂ ਉਸੇ ਵੇਲੇ ਆਪਣੇ ਵਿਚਾਰ ਬਦਲ ਲਊਂਗਾ, ਕਿਉਂਕਿ ਵਿਗਿਆਨਕ ਜਿਹੜਾ ਆ ਉਹ ਵਿਚਾਰ ਬਦਲਣ ਲਈ ਹਮੇਸ਼ਾ ਤਿਆਰ ਰਹਿੰਦਾ ਆ। ਧਾਰਮਿਕ ਬੰਦਾ ਜਿਹੜੇ ਆਪਣੇ ਫਰਜ਼ ਕੱਲਾ ਜਿੰਨੇ ਧਰਮ ਆ, ਹਰੇਕ ਧਾਰਮਿਕ ਬੰਦਾ ਆਪਣੇ ਧਰਮ 'ਚ ਪੱਕਾ ਆ, ਆਪਣੇ ਰੱਬ 'ਚ ਪੱਕਾ ਆ। ਉਹਨੂੰ ਜੋ ਕੁਛ ਬਚਪਨ 'ਚ ਦੱਸਿਆ ਗਿਆ ਉਹਦੇ 'ਤੇ ਉਹ ਕੁਐਸਚਨ ਨਹੀਂ ਕਰੂਗਾ, ਉਹਦੇ 'ਤੇ ਸਵਾਲ ਨਹੀਂ ਕਰੂਗਾ। ਸੋ ਮੈਂ ਸਮਝਦਾ ਕਿ ਸਾਨੂੰ ਜਿਹੜੀ ਮਾਈਂਡ ਜਿਹੜਾ ਆਪਣਾ ਮਨ ਆ ਉਹ ਖੁੱਲ੍ਹਾ ਰੱਖਣਾ ਚਾਹੀਦਾ ਹੈ। ਜੇ ਕੋਈ ਨਵੀਂ ਚੀਜ਼ ਦੱਸਦੀ ਆ ਤਾਂ ਉਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ, ਅਤੇ ਜੇ ਲੱਗਦੀ ਹੈ ਉਹ ਸਹੀ ਆ ਤਾਂ ਉਹਨੂੰ ਅਪਣਾ ਲੈਣਾ ਚਾਹੀਦਾ। ਮੇਰਾ ਇਹ ਵਿਚਾਰ ਹੈ। ਮੈਂ ਸਾਰੇ ਕਾਲਰਸ ਕੋਲੋਂ ਮਾਫੀ ਚਾਹੁੰਦੀ ਹਾਂ ਕਿ ਵੀ ਹੋਰ ਆਪਾਂ ਕਾਲਸ ਨਹੀਂ ਲੈ ਸਕਦੇ, ਕਿਉਂਕਿ ਸਮਾਂ ਮੇਰੇ ਕੋਲ ਘੱਟ ਆ। ਮੈਂ ਇਹਨਾਂ ਦੇ ਨਾਲ ਕੁਝ ਹੋਰ ਗੱਲਾਂ ਕਰਨੀਆਂ। ਜੇ ਤੁਸੀਂ ਖਾਸ ਕਰਕੇ ਨਾਸਤਿਕਤਾ ਦੇ ਵਿਸ਼ੇ 'ਤੇ ਹੀ ਗੱਲ ਇਹਨਾਂ ਦੇ ਨਾਲ ਕਰਨੀ ਚਾਹੁੰਦੇ ਹੋ, ਇਸ ਟੌਪਿਕ 'ਤੇ ਹੀ ਆਪਾਂ ਡਿਸਕਸ ਕਰਨਾ ਚਾਹੁੰਦੇ ਹਾਂ, ਸਾਧੂ ਜੀ ਕੀ ਖਿਆਲ ਆ ਕਿਸੇ ਹੋਰ ਦਿਨ ਵੀ ਆਪਾਂ ਗੱਲ ਕਰ ਸਕਦੇ ਹਾਂ ਸਪੈਸੀਫਿਕਲੀ ਉਸ ਟੌਪਿਕ ਦੇ ਉੱਤੇ? ਕਿਉਂਕਿ ਅੱਜ ਮੇਰੀ ਕੋਸ਼ਿਸ਼ ਇਹ ਸੀ ਕਿ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਮੈਂ ਉਹਨੂੰ ਐਕਸਪਲੋਰ ਕਰ ਸਕਾਂ, ਤੁਹਾਡੀ ਜਰਨੀ ਜਿਹੜੀ ਆ ਉਹ ਅਸੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਸ਼ੇਅਰ ਕਰ ਸਕੀਏ। ਪੜ੍ਹਾਉਣ ਦਾ ਸਫ਼ਰ ਜਿਹੜਾ ਤੁਹਾਡਾ ਸੀ ਫਿਰ ਉਹ ਕਿੱਦਾਂ ਸ਼ੁਰੂ ਹੋਇਆ ਯੂਨੀਵਰਸਿਟੀ ਦੇ ਵਿੱਚ? ਹਾਂ, ਉਹ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੈਂ 1987 ਦੇ ਵਿੱਚ ਮਾਸਟਰਸ ਕੀਤੀ ਸੀ SFU ਤੋਂ, ਅਤੇ ਉਦੋਂ ਹੀ 87 ਦੇ ਵਿੱਚ ਹੀ UBC ਦੇ ਵਿੱਚ ਜਿਹੜੀ ਉਹ ਸਿੱਖ ਚੇਅਰ ਐਸਟੈਬਲਿਸ਼ ਹੋਈ ਸੀਗੀ ਆਪਣੇ ਭਾਈਚਾਰੇ ਵੱਲੋਂ ਪੈਸੇ ਇਕੱਠੇ ਕਰਕੇ, ਅਤੇ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਜਿਹੜੀ ਆ ਉਹ ਪੜ੍ਹਾਉਣੀ ਸੀਗੀ ਉਹਦੇ ਉਸ ਚੇਅਰ ਦੇ ਹਿੱਸੇ ਵਜੋਂ। ਅਤੇ ਡਾਕਟਰ ਓਬਰਾਏ ਉਦੋਂ ਨਵੇਂ PhD ਕਰਕੇ ਆਏ ਸੀ ਆਸਟ੍ਰੇਲੀਆ ਤੋਂ, ਅਤੇ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਦੇ ਨਾਲ ਥੋੜ੍ਹੀ ਜਿਹੀ ਮਦਦ ਦੀ ਲੋੜ ਸੀਗੀ। ਅਤੇ ਉਹ ਸਾਡੇ ਉਦੋਂ 87 ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਇੱਥੇ ਪੰਜਾਬੀ ਜਿਹੜੀ ਸਾਹਿਤ ਸਭਾ ਉਹਦੇ ਵੱਲੋਂ, ਉੱਥੇ ਉਹ ਆਏ ਹੋ ਸੀਗੇ ਜੀ, ਅਤੇ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ। ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜੇ ਤੇਰੇ ਕੋਲ ਵਕਤ ਆ ਤਾਂ ਤੂੰ ਮਤਲਬ ਮੇਰੇ ਨਾਲ ਉੱਥੇ ਆ ਕੇ ਪੰਜਾਬੀ ਪੜ੍ਹਾਉਣਾ ਸ਼ੁਰੂ ਕਰ। ਅਤੇ ਮੈਂ ਉਦੋਂ ਫਿਰ 1988 ਦੇ ਸ਼ੁਰੂ ਦੇ ਵਿੱਚ ਉਹਨਾਂ ਦੇ ਨਾਲ ਉੱਥੇ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਬਿਲਕੁਲ ਮਤਲਬ ਉਦੋਂ ਸਾਡੇ ਕੋਲ ਪੜ੍ਹਾਉਣ ਵਾਲਾ ਮਟੀਰੀਅਲ ਵੀ ਹੈ ਨਹੀਂ ਸੀ, ਉਹ ਕਿਤਾਬਾਂ ਵੀ ਤਿਆਰ ਕੀਤੀਆਂ ਹੌਲੀ ਹੌਲੀ ਕੁਛ ਅਗਲੇ ਸਾਲਾਂ ਦੇ ਵਿੱਚ, ਅਤੇ ਉਹਦੇ ਨਾਲ ਜਿਹੜੀ ਉਹ ਸ਼ੁਰੂ ਦੇ ਵਿੱਚ ਊੜੇ ਆੜੇ ਤੋਂ ਸ਼ੁਰੂ ਕਰਦੇ ਸੀਗੇ। ਅਤੇ ਫਿਰ 2-3 ਸਾਲ ਬਾਅਦ ਅਸੀਂ ਤੀਜੇ ਲੈਵਲ ਦੀ ਜਿਹੜੀ ਆ 300 ਲੈਵਲ ਦੀ ਕਲਾਸ ਜਿਹੜੀ ਸ਼ੁਰੂ ਕੀਤੀ, ਜਿਹੜੀ ਮੈਂ ਪੜ੍ਹਾਉਂਦਾ ਸੀ, ਉਹਦੇ 'ਚ ਸਾਹਿਤ ਵੀ ਪੜ੍ਹਾਉਂਦੇ ਸੀਗੇ। ਸੋ 1988 ਤੋਂ ਲੈ ਕੇ 2008 ਤੱਕ 20 ਸਾਲ ਮੈਂ ਉੱਥੇ ਉਹ ਪੰਜਾਬੀ ਪੜ੍ਹਾਈ, ਅਤੇ ਉਹ ਇੱਕ ਤਰ੍ਹਾਂ ਮਤਲਬ ਉਸ ਕਿਸਮ ਦੀ ਕੋਈ ਨੌਕਰੀ ਦੇ ਤੌਰ 'ਤੇ ਉਹ ਨਹੀਂ ਸੀ, ਕਿਉਂਕਿ ਮੈਨੂੰ ਉਹ ਸਤੰਬਰ ਦੇ ਵਿੱਚ ਨੌਕਰੀ ਦਿੰਦੇ ਸੀ ਅਤੇ ਅਪ੍ਰੈਲ ਦੇ ਵਿੱਚ ਮੈਨੂੰ ਫਾਇਰ ਕਰ ਦਿੰਦੇ ਸੀ। ਮੇਰਾ ਕੋਈ ਉੱਥੇ ਕਿਸੇ ਕਿਸਮ ਦਾ ਵੀ ਕੋਈ ਰੈਕਡ ਨਹੀਂ ਸੀਗਾ UBC ਦੇ ਵਿੱਚ, ਜਿੱਦਾਂ ਰੈਗੂਲਰ ਮੈਂ ਕੋਈ ਫੈਕਲਟੀ ਨਹੀਂ ਸੀਗਾ। ਅੱਛਾ, ਅਤੇ ਇਸ ਕਰਕੇ ਪੜ੍ਹਾਇਆ ਰੈਗੂਲਰ ਹੀ ਆ? ਪੜ੍ਹਾਇਆ ਰੈਗੂਲਰ, ਮਤਲਬ ਸਮਰ ਦੇ ਵਿੱਚ ਵੀ ਪੜ੍ਹਾਉਂਦਾ ਸੀ। ਪੜ੍ਹਾਉਣਾ ਮੇਰੇ ਮਨ ਨੂੰ ਉਹ ਤਸੱਲੀ ਬਹੁਤ ਉਹਦੇ ਤੋਂ ਮਿਲਦੀ ਸੀ। ਦੂਜਿਆਂ ਪਾਸਿਆਂ ਤੋਂ ਅੱਜ ਕੱਲ੍ਹ ਮਤਲਬ ਉਸ ਵੇਲੇ ਤਨਖਾਹ ਵਜੋਂ ਜਾਂ ਕੋਈ ਪੈਨਸ਼ਨ ਵਜੋਂ ਜੇ ਮੈਂ ਹੋਰ ਕਿਤੇ ਕੋਈ ਨੌਕਰੀ ਕਰ ਲੈਂਦਾ ਤਾਂ ਮੇਰੀ ਬਿਹਤਰ ਹੋਣੀ ਸੀਗੀ, ਪਰ ਮੈਂ ਉਹਦੇ ਬਾਰੇ ਕਦੀ ਸੋਚਿਆ ਨਹੀਂ। ਮੈਨੂੰ ਮੇਰੇ ਮਨ ਦੇ ਵਿੱਚ ਜਿਹੜਾ ਜੋ ਕੁਛ ਉਹ ਕੰਮ ਸੀ, ਮੈਨੂੰ ਇੰਨੀ ਤਸੱਲੀ ਦਿੰਦਾ ਸੀ। ਇੱਥੋਂ ਦੇ ਨੌਜਵਾਨ, ਇੱਥੋਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਵਿੱਚ ਹੁਣ ਵੀ ਮੈਨੂੰ ਇੰਨੀ ਤਸੱਲੀ ਉਸ ਗੱਲ ਦੀ ਵੀ ਜਿਹੜੇ ਮੈਂ 20 ਸਾਲ ਉੱਥੇ ਲਾਏ ਆ, ਮੈਨੂੰ ਉਹ ਹਮੇਸ਼ਾ ਉਹ ਗੱਲ ਖੁਸ਼ੀ ਦਿੰਦੀ ਆ। ਸੋ ਉਹ ਇੰਨਾ ਕਿ ਉਹ ਸਫ਼ਰ ਸੀਗਾ, ਉਹ ਹੁਣ ਵੀ ਉਹਨਾਂ ਦੇ ਨਾਲ ਕਨੈਕਟਡ ਆ। ਮੈਂ ਸੁਖਵੰਤ ਪੜ੍ਹਾਉਂਦਾ ਰਿਹਾ 10 ਸਾਲ, ਇਹਨੇ ਪੜ੍ਹਾਇਆ। ਬਾਅਦ ਦੇ ਵਿੱਚ ਹੁਣ ਉੱਥੇ ਗੁਰਿੰਦਰ ਮਾਨ ਉਹ ਮੇਰਾ ਵਿਦਿਆਰਥੀ ਸੀਗਾ ਜਿਹੜੇ ਪੜ੍ਹਾ ਰਹੇ ਆ। ਸੋ ਇਸ ਤਰ੍ਹਾਂ ਹੋਰ ਵੀ ਇੱਥੇ ਕੁਛ ਜਿਹੜੇ ਅਧਿਆਪਕ ਹੈਗੇ ਪੰਜਾਬੀ ਪੜ੍ਹਾਉਣ ਵਾਲੇ ਸਰੀ ਦੇ ਵਿੱਚ ਕੁਝ ਸਕੂਲਾਂ ਦੇ ਵਿੱਚ, ਉਹ ਉੱਥੇ ਵਿਦਿਆਰਥੀ ਰਹੇ ਆ। ਸੋ ਮੈਨੂੰ ਇਸ ਗੱਲ ਨੇ ਬਹੁਤ ਜ਼ਿਆਦਾ ਤਸੱਲੀ ਦਿੱਤੀ ਆ, ਅਤੇ ਨਾਲ ਹੀ ਉਦੋਂ ਹੀ ਤਕਰੀਬਨ ਮੈਂ ਕਹਿ ਸਕਦਾ ਵੀ ਪੰਜਾਬੀ ਦੇ ਲਈ ਮੇਰਾ ਐਕਟਿਵਿਜ਼ਮ ਵੀ ਸ਼ੁਰੂ ਹੋ ਰਿਹਾ ਵੀ ਅਸੀਂ ਮੈਂ ਜਿਹੜੇ ਪਹਿਲਾਂ ਕਿਹਾ ਸੀ ਨਾ, ਜਦੋਂ ਮੈਂ ਡਿਸਾਈਡ ਕੀਤਾ ਵੀ ਮੈਂ ਕੈਨੇਡਾ 'ਚ ਰਹਿਣਾ ਪਰ ਪੰਜਾਬੀ ਬਣ ਕੇ ਰਹਿਣਾ। ਬਿਲਕੁਲ ਬਿਲਕੁਲ। ਅਤੇ ਮੇਰਾ ਹਜੇ ਤੱਕ ਵੀ ਹਰ ਵੇਲੇ ਮੈਂ ਜਿੱਥੇ ਮੇਰਾ ਸੂਤ ਲੱਗੇ ਇਹ ਗੱਲ ਮੈਂ ਜ਼ਰੂਰ ਕਹਿੰਦਾ ਹਾਂ ਵੀ ਸਾਡੇ 20-25 ਬੰਦੇ ਉੱਥੇ ਆਟੋਵਾ ਬੈਠੇ ਹੁੰਦੇ, ਅੱਜ ਤੱਕ ਕਿਸੇ ਨੇ ਉਹਨਾਂ ਨੇ ਪੰਜਾਬੀ ਬਾਰੇ ਗੱਲ ਨਹੀਂ ਕੀਤੀ ਹੈ। ਧਰਮ ਬਾਰੇ ਬਹੁਤ ਕੁਛ ਉਹ ਕਰਦੇ ਆ, ਸਟੈਂਪਾਂ ਵੀ ਉੱਥੇ ਚਲਾਉਂਦੇ, ਬਹੁਤ ਵਧੀਆ ਗੱਲ ਹੈ, ਮੈਨੂੰ ਉੱਤੇ ਕੋਈ ਇਤਰਾਜ਼ ਨਹੀਂ ਹੈ। ਪਰ ਕੈਨੇਡਾ ਦੇ ਵਿੱਚ 3 ਨੰਬਰ 'ਤੇ ਰਹਿ ਚੁੱਕੀ ਹੈ ਬੋਲੀ, 4ਥੇ ਨੰਬਰ 'ਤੇ ਵੀ। ਮਤਲਬ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਕਦੀ ਪੰਜਾਬੀ ਦੀ ਗੱਲਬਾਤ ਨਹੀਂ ਕੀਤੀ ਹੈ। ਇਹ ਸਾਡੇ ਲਈ ਥੋੜ੍ਹੀ ਜਿਹੀ ਉਦਾਸੀ ਦੀ ਗੱਲ ਹੈਗੀ ਆ ਕਿ ਜੇ ਕੈਨੇਡਾ ਦੀ ਜਿਹੜੀ ਪਾਲਿਸੀ ਆ ਉਹ ਕੋਈ ਰੱਬ ਤੋਂ ਤਾਂ ਆਈ ਨਹੀਂ ਹੈ, ਉੱਤੋਂ ਤਾਂ ਆਈ ਨਹੀਂ ਹੈ, ਇਹਨਾਂ ਨੇ ਬਣਾਈ ਆ। ਜੇ ਉਹਦੇ ਵਿੱਚ ਸਿਰਫ 2 ਹੀ ਬੋਲੀਆਂ ਕੈਨੇਡਾ ਦੀਆਂ ਹੈਗੀਆਂ ਤਾਂ ਫਿਰ ਮਲਟੀ ਕਲਚਰਿਜ਼ਮ ਕਿਹਨੂੰ ਕਹਿੰਦੇ ਆ? ਕਲਚਰ ਜਿਹੜਾ ਉਹ ਬੋਲੀ ਤੋਂ ਬਿਨਾਂ ਕਿਸੇ ਪਾਸੇ ਵੀ ਰਹਿ ਨਹੀਂ ਸਕਦਾ ਹੈ। ਬਿਲਕੁਲ। ਸੋ ਇਹ ਇਸ਼ੂ ਅਜੇ ਵੀ ਮੇਰੇ ਲਈ ਹੈਗਾ ਕਿ ਕੈਨੇਡਾ ਦੇ ਵਿੱਚ ਜਿਹੜੀ ਮਤਲਬ ਦੂਜੀਆਂ ਬੋਲੀਆਂ ਨੂੰ ਸਥਾਨ ਮਿਲਣਾ ਚਾਹੀਦਾ। ਹਾਂਜੀ। ਆਉਂਦੇ ਮਹੀਨੇ ਤੁਹਾਨੂੰ ਪਤਾ ਕਿ ਪੰਜਾਬੀ ਦੀ ਆਪਾਂ ਖਾਸ ਕਰਕੇ ਗੱਲ ਕਰਨੀ ਹੈ, ਕਿਉਂਕਿ ਮਾਂ ਬੋਲੀ ਦਿਵਸ ਆ ਰਿਹਾ ਹੈਗਾ। ਮੈਂ ਚਾਹੂੰਗੀ ਕਿ ਆਪਣੇ MPs ਜਿਹੜੇ ਆ ਉਹਨਾਂ ਨੂੰ ਬੁਲਾ ਕੇ ਨਾਲ ਤੁਹਾਨੂੰ ਬਿਠਾ ਕੇ ਆਪਾਂ ਇੱਥੇ ਗੱਲਬਾਤ ਕਰੀਏ। ਜ਼ਰੂਰ ਕਰੋ। ਜੇ ਕੁਝ ਉਹ ਔਨ ਏਅਰ ਆ ਕੇ ਕਮਿਟਮੈਂਟ ਕਰਕੇ ਜਾਣ, ਘੱਟੋ ਘੱਟ ਅਕਾਊਂਟੇਬਿਲਿਟੀ ਲੋਕਾਂ ਨੂੰ ਤਾਂ ਹੋਣੀ ਚਾਹੀਦੀ ਹੈ। ਹੋਣੀ ਚਾਹੀਦੀ ਹੈ। ਜੇ ਕੋਈ ਮਤਲਬ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਅਗਲੇ ਮਹੀਨੇ ਇਹੋ ਜਿਹਾ ਇੱਕ ਪ੍ਰੋਗਰਾਮ ਉਲੀਕੀਏ। ਸਮਾਂ ਬਹੁਤ ਥੋੜ੍ਹਾ, ਪਰ ਇੱਕ ਕਾਲ ਲੈਣ ਦੇ ਲਈ ਮੈਂ ਬਹੁਤ ਟੈਂਪਟਡ ਹੋ ਰਹੀ ਹਾਂ। ਮੈਂ ਜ਼ਰੂਰ ਉਸ ਕਾਲ ਨੂੰ ਲਵਾਂਗੀ, ਅਤੇ ਮੈਂ ਇਸ ਕਾਲਰ ਦਾ ਨਾਂ ਨਹੀਂ ਤੁਹਾਨੂੰ ਦੱਸਣ ਜਾ ਰਹੀ। ਹੈਲੋ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਧੂ ਜੀ, ਤੁਸੀਂ ਪਹਿਚਾਣੋ ਕੌਣ ਹੋ? ਸਿਰਫ ਤੁਸੀਂ ਹੁਣ ਇੰਨੀ ਇਹਨਾਂ ਨੇ ਗੱਲ ਕੀਤੀ, ਪਛਾਣੋ ਕੌਣ ਨੇ? ਨਹੀਂ ਪਛਾਣਿਆ? ਅਜੇ ਪੂਰੀ ਨੂੰ ਆਵਾਜ਼ ਨਹੀਂ ਸੁਣੀ। ਹਾਂਜੀ ਜੀ, ਤੁਸੀਂ ਗੱਲ ਕਰੋ। ਮੈਂ ਤਾਂ ਜੀ ਇਹ ਕਹਿਣਾ ਚਾਹੁੰਦਾ ਵੀ ਮੇਰੇ ਨਾਲ ਸਾਡੀ ਇਹ ਬਹੁਤ ਕਿਸਮਤ ਵਾਲੀ ਗੱਲ ਆ ਕਿ ਮੈਂ ਇਹ ਸਾਧੂ ਮੇਰਾ ਭਰਾ ਆ ਤੇ ਮੈਨੂੰ ਬਹੁਤ ਵਧੀਆ, ਮੈਂ ਥੋੜਾ ਜਿਹਾ ਠੀਕ ਨਹੀਂ ਗਾ ਤਾਂ ਫਿਜ਼ੀਕਲੀ ਮੇਰੀ ਥੋੜੀ ਹੈਗੀ ਪ੍ਰੋਬਲਮ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਧੂ ਦੇ ਨਾਲ ਮੈਨੂੰ ਬਹੁਤ ਚੀਜ਼ਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੈਂ ਇਹਨਾਂ ਨਹੀਂ ਪੜ੍ਹਿਆ, ਬਹੁਤ ਗੱਲਾਂ ਦਾ ਮੈਨੂੰ ਇਹਦੇ ਕੋਲੋਂ ਮਿਲਿਆ, ਪਰ ਜਿਹੜੇ ਕੰਮ ਜ਼ਿੰਦਗੀ 'ਚ ਅਸੀਂ ਕੀਤੇ ਆ ਉਹ ਇਕੱਲੇ ਮੈਂ ਕਿਹਾ ਸਾਧੂ ਦਾ ਮੇਰਾ ਭਰਾ ਆ, ਠੀਕ ਹੈ ਸੀ, ਪਰ ਜਿੱਦਾਂ ਸੁਖਵੰਤ ਆ, ਅਮਰਜੀਤ ਚਾਹਲ ਹੋਣੀ ਆ, ਆਪਣੇ ਬਲਵੰਤ ਭਾਜੀ ਹੋਣੀ ਹੈਗੇ ਆ, ਹੋਰ ਮੈਂ ਇੱਕ ਬੰਦੇ ਕਹਿੰਦੇ ਆ, ਮੈਨੂੰ ਵੀ ਇਹਨਾਂ ਦੇ ਨਾਲ ਰਲ ਕੇ ਬਹੁਤ ਚੀਜ਼ਾਂ ਦੇ ਵਿੱਚ ਹਿੱਸਾ ਲੈਣ ਦਾ, ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਇਹਨਾਂ ਦੇ ਕਰਕੇ, ਇਹਨਾਂ ਦੀਆਂ ਸਿਹਤ ਕਰਕੇ। ਜਿਵੇਂ ਕਿ ਮੈਂ ਫਾਰਵਰਡ ਯੂਨੀਅਨ ਦੀ ਲੈ ਲਓ, BCFOR ਲੈ ਲਓ, ਪਲੀਆ ਹੁਣ ਵਤਨੋਂ ਦੂਰ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਦੇ ਕਰਕੇ ਹੀ, ਕਿਉਂਕਿ ਇਹ ਮੋਹਰੇ ਹੋ ਕੇ ਕਰਦੇ ਸੀ ਸਾਨੂੰ ਅਸੀਂ ਤਾਂ ਪਹਿਲਾਂ ਤੋਂ ਵਰਕਿੰਗ ਕਲਾਸ ਤੇ ਕੰਮ ਕਰਨ ਵਾਲੇ ਬੰਦਿਆਂ ਵਿੱਚ ਸੀਗੇ, ਸਿਪਾਹੀਆਂ 'ਚ ਸੀਗੇ, ਸੋ ਇਹਨਾਂ ਦੇ ਨਾਲ ਸਾਡੀ ਵੱਡੀ ਦੇਣ ਫਿਰ ਇਹ ਰਹੀ ਹੈ ਜਿਹੜੀ ਜਾਣੀ ਕਿ ਤੁਸੀਂ ਕਹਿ ਸਕੀਏ ਵੀ ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦੇ ਸੀਗੇ, ਚਾਹੇ ਫਾਰਮਰ ਯੂਨੀਅਨ ਦਾ ਹੋਵੇ, ਚਾਹੇ ਸਾਡੇ ਪਲੀ ਦਾ ਹੋਵੇ, ਚਾਹੇ ਪੰਜਾਬੀ ਲੈਂਗੁਏਜ ਦਾ ਹੋਵੇ, ਆਪਣੇ ਅਸੀਂ ਕਵੀ ਦਰਬਾਰ ਕਰਾਈਏ, ਕੁਛ ਵੀ ਕਰਾਈਏ, ਸਾਨੂੰ ਉਹਦੇ ਵਿੱਚ ਇਹਨਾਂ ਦੇ ਕਰਕੇ ਹਿੱਸਾ ਪਾਉਣ ਦਾ ਮੌਕਾ ਜ਼ਰੂਰ ਮਿਲਿਆ। ਤੇ ਇਹਨਾਂ ਦੇ ਜਿਹੜੀ ਮੇਰਾ ਖਿਆਲ ਹੈ, ਜੇ ਮੈਂ ਕਹਾਂ ਤੇ ਸਾਧੂ ਦਾ ਜੇ ਸਾਰਿਆਂ ਨਾਲ ਬੜਾ ਕ੍ਰਿਟਿਕ ਹੋਊਗਾ ਤੇ ਮੈਂ ਹੋਊਗਾ, ਕਿਉਂਕਿ ਮੈਨੂੰ ਇਹ ਕੁਛ ਕਹਿ ਨਹੀਂ ਸਕਦਾ, ਮੇਰਾ ਭਰਾ ਆ। ਪੌਲ ਬਿਨਿੰਗ ਜੀ। ਹਾਂਜੀ ਹਾਂਜੀ ਹਾਂਜੀ। ਤੇ ਫਿਰ ਤੁਸੀਂ ਟਾਈਮ ਟੂ ਟਾਈਮ ਇਹ ਮੈਨੂੰ ਜਿਹੜੀਆਂ ਲਿਖਤਾਂ ਵੀ ਲਿਖਦੇ ਆ, ਮੈਨੂੰ ਪਹਿਲਾਂ ਮੈਨੂੰ ਪੜ੍ਹ ਕੇ ਸੁਣਾਉਂਦੇ ਹੁੰਦੇ, ਕਈ ਵਾਰੀ ਮੈਨੂੰ ਫਿਰ ਮੈਨੂੰ ਦੱਸੂਗੇ ਤੇਰਾ ਵਿਚਾਰ ਕੀ ਆ, ਕਈ ਵਾਰੀ ਮੈਨੂੰ ਆਪਣੇ ਵਿਚਾਰ ਸੱਚ ਵੀ ਦੱਸਣੇ ਪੈਂਦੇ ਆ। ਤੇ ਇਹ ਗੱਲ ਹੈਗੀ ਆ ਵੀ ਤੁਸੀਂ ਇਹਨਾਂ ਦੇ ਸਾਰਿਆਂ ਦੇ ਨਾਲ ਜਿਹੜੀ ਪਹਿਲੀ ਸਹਿਸਾ ਬਣੀ ਸੀ ਉਹਦੇ ਵਿੱਚ ਮੈਂ ਉਹਨਾਂ ਦੇ ਫਾਊਂਡਿੰਗ ਮੈਂਬਰਾਂ ਦੇ ਵਿੱਚੋਂ ਆ। ਸੋ ਇਹਨਾਂ ਨੇ ਜਿੰਨੇ ਜਮੀਲ ਭਾਜੀ ਹੋਣਗੀਆਂ, ਇਹਨਾਂ ਸਾਰੀਆਂ ਦੀਆਂ ਲਿਖਤਾਂ ਸੁਣ ਕੇ, ਇਹਨਾਂ ਦੀਆਂ ਗੱਲਾਂ ਸੁਣ ਕੇ, ਸਾਰੇ ਲਿਖਾਰੀਆਂ ਦੇ ਨਾਲ ਇਹਨਾਂ ਦੇ ਵਿੱਚ ਰਹਿ ਕੇ ਮੈਨੂੰ ਬਹੁਤ ਵਧੀਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਹੜੇ ਪੰਜਾਬੀ ਦੇ ਬੜੇ ਲਿਖਾਰੀ ਆ, ਕਿ ਜਿਹੜਾ ਸ਼ਾਇਦ ਮੈਂ ਜੇ ਸਾਧੂ ਮੇਰਾ ਭਰਾ ਨਾ ਹੁੰਦਾ ਤਾਂ ਮੈਂ ਅਧੂਰਾ ਰਹਿ ਜਾਂਦਾ ਉਹਨਾਂ ਗੱਲਾਂ ਤੇ। ਬਹੁਤ ਜ਼ਿਆਦਾ ਪੌਲ ਬਿਨਿੰਗ ਜੀ, ਬਹੁਤ ਸ਼ੁਕਰੀਆ ਤੁਹਾਡਾ। ਸਾਧੂ ਜੀ ਇਮੋਸ਼ਨਲ ਹੋ ਰਹੇ ਆ ਲੱਗਦੇ, ਮੈਨੂੰ ਲੱਗਦਾ। ਹਾਂਜੀ, ਕੀ ਕਹੋਗੇ? ਸੱਚੀ ਹੋ ਗਿਆ, ਸੱਚੀ ਇਮੋਸ਼ਨਲ ਹੋ ਰਹੇ ਆ। ਮੈਂ ਕੁਝ ਵੀ ਲਾਈਫ 'ਚ ਨਹੀਂ ਸੀ ਕਰ ਸਕਦਾ ਭੋਲੂ ਤੋਂ ਬਿਨਾਂ। ਅੱਛਾ। ਪਾਲ ਤੋਂ ਬਿਨਾਂ ਨਾ ਕੁਝ ਵੀ ਨਹੀਂ ਸੀ ਕਰ ਸਕਦਾ। ਅੱਛਾ, ਇੰਨੀ ਇੰਪੋਰਟੈਂਸ ਹੈ। ਸੋ ਪੌਲ ਬਿਨਿੰਗ ਜੀ, ਤੁਹਾਡੀ ਸਿਹਤਯਾਬੀ ਦੀ ਦੁਆ ਕਰਦੇ ਹਾਂ। ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ ਜੀ। ਆਪਣੇ ਕੋਲ ਸਮਾਂ ਲਗਭਗ ਖਤਮ ਹੋ ਚੁੱਕਾ ਹੈ। ਕੁਝ ਇਹੋ ਜਿਹੀ ਗੱਲਬਾਤ ਜਿਹੜੀ ਤੁਹਾਡੇ ਕੋਲ ਮੈਂ ਨਾ ਪੁੱਛ ਸਕੀ ਹੋਵਾਂ, ਤੁਸੀਂ ਕਹਿਣੀ ਚਾਹੁੰਦੇ ਹੋ? ਨਹੀਂ, ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ ਸੀਗਾ, ਜਿਹੜੀ ਕਰ ਨਹੀਂ ਸਕਿਆ। ਮੈਂ ਵੈਂਕੂਵਰ 7 ਦਾ ਸੀ, ਸਾਡਾ 13 ਸਾਲ ਦਾ ਇੱਥੇ ਥੀਏਟਰ ਦਾ ਸੀਗਾ, ਜਿਹਦੇ ਵਿੱਚ ਸੁਖਵੰਤ ਹੁੰਦਲ ਦਾ ਮਤਲਬ ਵਾਰ-ਵਾਰ ਨਾਂ ਆਉਣਾ ਸੀ। ਇੱਦਾਂ ਹੀ ਪੌਲ ਦਾ ਵੀ, ਕਿਉਂਕਿ ਅਸੀਂ ਇਕੱਠੇ ਕੰਮ ਕੀਤੇ ਹੈਗੇ ਆ। ਇਹ ਪੌਲ ਨੇ ਮਤਲਬ 1969 ਦੇ ਵਿੱਚ ਅਸੀਂ ਇੱਥੇ ਪਹਿਲੀ ਜਥੇਬੰਦੀ ਬਣਾਈ ਸੀ, PCA, ਪੰਜਾਬੀ ਕਲਚਰਲ ਐਸੋਸੀਏਸ਼ਨ, ਜਿਹਨੇ ਭੰਗੜਾ ਜਿਹੜਾ ਆ ਉਹ ਵੈਸਟ ਕੋਸਟ ਦੇ ਉੱਤੇ ਕੈਨੇਡਾ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਪਹਿਲੀ ਵਾਰੀ ਪੇਸ਼ ਕੀਤਾ। ਮਤਲਬ ਉਸ ਜਥੇਬੰਦੀ ਦਾ ਜਿਹੜੀ ਉਹ ਸਾਡੀ ਸੀ PCA। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਵਤਨੋਂ ਦੂਰ ਤੋਂ ਵਤਨ ਤੱਕ ਦਾ ਸਫ਼ਰ ਜਿਹੜਾ ਸਾਡਾ, ਅਸੀਂ ਮਤਲਬ ਜਿਵੇਂ ਮੈਂ ਕੌਨਸ਼ੀਅਸਲੀ ਇਹ ਡਿਸਾਈਡ ਕੀਤਾ ਵੀ ਇੱਥੇ ਰਹਿਣਾ ਆ, ਇਹ ਸਾਡਾ ਵਤਨ ਆ। ਫਿਰ ਅਸੀਂ ਜਿਹੜਾ ਮੈਗਜ਼ੀਨ ਵੀ ਸੀ ਉਹ ਵਤਨੋਂ ਦੂਰ ਤੋਂ ਦਾ ਨਾਮ ਵਤਨ ਰੱਖਿਆ, ਤੇ ਮੈਂ ਕੁਝ ਕਵਿਤਾਵਾਂ ਲਿਖੀਆਂ। ਉਹ ਕਿਤਾਬ ਦਾ ਮੇਰੀ ਦਾ ਨਾਂ ਆ ਨੋ ਮੋਰ ਵਤਨੋਂ ਦੂਰ ਨਹੀਂ, ਇਹ ਸਾਡਾ ਮੁਲਕ ਆ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈਗੀਆਂ। ਅੰਕਰ ਨਾਂ ਦਾ ਅਸੀਂ ਇੱਕ ਮੈਗਜ਼ੀਨ ਕੱਢਿਆ। ਖਾਸ ਤੌਰ 'ਤੇ ਜਿਹੜੀ ਥੀਏਟਰ ਦੀ ਗੱਲਬਾਤ ਹੈ ਨਾ, ਉਹਦੇ ਵਿੱਚ ਕਿਉਂਕਿ ਦੂਜੇ ਲੋਕ ਵੀ ਇਨਵੋਲਵ ਸੀ, ਮੈਂ ਇਕੱਲਾ ਨਹੀਂ, ਮੇਰੀ ਜੀਵਨ ਸਾਥਣ ਜਗਦੀਸ਼ ਬੇਨਿੰਗ ਵੀ, ਔਰ ਵਤਨੋਂ ਦੂਰ ਦੇ ਵਿੱਚ ਵੀ ਉਹ ਹੱਥ, ਕਿਉਂਕਿ ਸਾਡੇ ਕੋਲ ਪਹਿਲਾਂ ਇੱਥੇ ਪ੍ਰਿੰਟਿੰਗ ਨਹੀਂ ਸੀ, ਉਹ ਹੱਥ ਨਾਲ ਲਿਖਦੀ ਹੁੰਦੀ ਸੀਗੀ। ਸਾਡੇ ਬੱਚੇ ਛੋਟੇ ਹੁੰਦੇ ਸੀ, ਫੈਮਿਲੀ ਦੇ ਵਿੱਚ ਸਾਡੀ ਕੋਈ ਹੋਰ ਲਾਈਫ ਨਹੀਂ ਸੀ ਹੁੰਦੀ, ਬਸ ਇਹ ਹੁੰਦਾ ਸੀ ਪੇਪਰ ਹਰ ਪਾਸੇ ਖਿਲਰੇ ਹੋਏ। ਮਹੀਨੇ ਬਾਅਦ ਅਸੀਂ ਪਰਚਾ ਕੱਢਦੇ ਹੁੰਦੇ, ਸੁਖਵੰਤ ਵੀ ਨਾਲ ਹੁੰਦਾ ਸੀ। ਮੈਨੂੰ ਹੁਣ ਪਤਾ ਨਹੀਂ ਲੱਗਦਾ ਵੀ ਕਿੱਦਾਂ ਇੰਨਾ ਕੁਛ ਹੋ ਗਿਆ। ਮੈਂ ਪੜ੍ਹਦਾ ਵੀ ਸੀਗਾ, ਕੰਮ ਵੀ ਕਰਦਾ ਸੀ, ਸਾਰੀਆਂ ਡੈਮੋਨਸਟ੍ਰੇਸ਼ਨਾਂ 'ਚ ਵੀ ਜਾਣਾ, ਸਭ ਕੁਛ ਕਰਨਾ, ਨਾਲ ਥੀਏਟਰ ਵੀ ਕਰੀ ਗਏ ਅਸੀਂ। ਸੋ ਬਹੁਤ ਕੁਛ ਜਿਹੜਾ ਉਹ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਪਰ ਤੁਸੀਂ ਜਿਸ ਤਰੀਕੇ ਨਾਲ ਮੇਰੇ ਕੁਛ ਦੋਸਤਾਂ ਨੂੰ ਬਹੁਤ ਪਿਆਰ ਹਨ, ਜਿਨ੍ਹਾਂ ਤੋਂ ਬਿਨਾਂ ਮੈਂ ਕੁਛ ਵੀ ਨਹੀਂ, ਉਹਨਾਂ ਨੂੰ ਮੈਨੂੰ ਬਿਨਾਂ ਦੱਸੇ ਤੋਂ ਉਹਨਾਂ ਨੂੰ ਲੈ ਸੱਚੀ ਮੇਰੇ ਲਈ ਬਹੁਤ ਖਾਸ ਦਿਨ ਬਣ ਗਿਆ ਜੀ। ਤੁਹਾਡਾ ਨਵਜੋਤ ਜੀ ਬਹੁਤ ਸ਼ੁਕਰੀਆ ਜਿਸ ਤਰੀਕੇ ਨਾਲ ਤੁਸੀਂ ਅੱਜ ਇਹ ਪ੍ਰੋਗਰਾਮ ਕੀਤਾ।
ਤੇ ਮੈਂ ਅੱਗੇ ਤੁਹਾਨੂੰ ਨਾ ਜੇ ਕਰਦਾ ਨਾ, ਹੁਣ ਤੁਸੀਂ ਜਦੋਂ ਕਹੋਗੇ ਮੈਂ ਉਦੋਂ ਆਊਂਗਾ। ਅੱਛਾ, ਮੈਨੂੰ ਨਾ ਜੇ ਕਰਦੇ ਰਹਿੰਦੇ ਸੀ। ਮੇਰੇ ਸੁਣਨ ਵਾਲਿਆਂ ਨੂੰ ਸ਼ੁਰੂ 'ਚ ਮੈਂ ਕਿਹਾ ਸੀ, ਮੈਂ ਕਿ ਪਹਿਲੀ ਮੁਲਾਕਾਤ ਜਿਹੜੀ ਇਹਨਾਂ ਦੇ ਨਾਲ ਹੋਈ ਸੀ ਉਹ ਸਾਡੀ ਪੰਜਾਬੀ ਬਾਰੇ ਗੱਲਬਾਤ ਹੋਈ ਸੀ। ਇੱਕ ਇੰਟਰਵਿਊ ਇਹਨਾਂ ਦਾ ਮੈਂ ਕਰਨਾ ਸੀ, ਉਸ ਸਮੇਂ ਸਾਡੀ ਥੋੜ੍ਹੀ ਜਿਹੀ ਤਕਰਾਰ ਹੋਈ ਸੀ, ਸਾਡੀ ਸਹਿਮਤੀ ਨਹੀਂ ਸੀ ਕੁਝ ਟੌਪਿਕਸ ਦੇ ਉੱਤੇ ਜਾਂ ਕੁਝ ਇਸ਼ੂਜ਼ ਦੇ ਉੱਤੇ। ਪਰ ਇਹ ਆ ਉਹੀ ਗੱਲ ਆ ਕਿ ਸਾਧੂ ਜੀ ਨਿਬੜਦੀ ਉੱਥੇ ਹੀ ਕਿ ਵਿਚਾਰ ਆਪੋ ਆਪਣੇ ਹੁੰਦੇ ਆ। ਜਿਹੜੀ ਇਹ ਤਕਰਾਰ ਹੈ ਇਹ ਵੀ ਹੋਣੀ ਚਾਹੀਦੀ ਹੈ ਅਤੇ ਇਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੀ ਡਿਬੇਟ ਜਿਹੜੀ ਆ ਉਹ ਕਰਦੇ ਹੈਗੇ ਆ। ਇੱਕ ਤੁਸੀਂ ਨਿੱਕੀ ਜਿਹੀ ਗੱਲ ਮੈਨੂੰ ਪੁੱਛੀ ਸੀ ਸ਼ੁਰੂ ਦੇ ਵਿੱਚ, ਗੱਲਬਾਤ ਕਰਦੇ ਨੇ ਵੀ ਨਾਸਤਿਕ ਬਾਣੀ ਦਾ ਕਿਸ ਕਿਸਮ ਦਾ ਇੱਥੇ ਪ੍ਰਤੀਕਰਮ ਸੀਗਾ ਜੀ। ਮੈਂ ਇਹ ਗੱਲ ਬਹੁਤ ਖੁਸ਼ੀ ਨਾਲ ਕਹਿੰਦਾ ਕਿ ਮੈਂ ਉਦੋਂ ਵੀ ਕਈ ਵਾਰੀ ਰੇਡੀਓ 'ਤੇ ਵੀ, ਇੱਕ ਦੋ ਟੈਲੀਵਿਜ਼ਨ ਦੇ ਉੱਤੇ ਵੀ ਇਹ ਗੱਲਾਂ ਕੀਤੀਆਂ, ਡਿਸਕਸ਼ਨ ਵੀ ਕੀਤੀ ਧਾਰਮਿਕ ਬੰਦਿਆਂ ਦੇ ਨਾਲ, ਪਰ ਸਤਿਕਾਰ ਜਿਹੜਾ ਉਹ ਕਾਇਮ ਰੱਖਿਆ। ਅਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਉਦੋਂ ਬਾਅਦ ਦੇ ਵਿੱਚ ਇਹ ਕਿਹਾ ਸੀ ਵੀ ਤੇਰੇ ਵਿਚਾਰ ਵੱਖਰੇ ਆ, ਪਰ ਤੂੰ ਜਿਹੜੀ ਜਿਸ ਤਰੀਕੇ ਨਾਲ ਗੱਲਬਾਤ ਕਰਦਾ ਆ ਉਹ ਸਤਿਕਾਰ ਵਾਲੀ ਆ, ਅਤੇ ਅਸੀਂ ਮਤਲਬ ਘੱਟੋ ਘੱਟ ਇੰਨਾ ਤੈਨੂੰ ਹੱਕ ਦਿੰਦੇ ਵੀ ਤੂੰ ਇਹ ਵਿਚਾਰ ਵੱਖਰੇ ਰੱਖ ਸਕਦਾ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰੇ ਆਪਣੇ ਭਾਈਚਾਰੇ 'ਚੋਂ ਇੱਕ ਮੈਂ ਬਿਲਕੁਲ ਵੱਖਰੇ ਵਿਚਾਰ ਲੈ ਕੇ ਜਦੋਂ ਪੇਸ਼ ਹੁੰਦਾ ਆ, ਅਤੇ ਮਤਲਬ ਕੋਈ ਹੋਣਗੇ ਲੋਕ ਜਿਹੜੇ ਮਤਲਬ ਮੇਰੇ ਨਾਲ ਉਸ ਪੱਧਰ 'ਤੇ ਨਾਰਾਜ਼ ਹੋਣਗੇ, ਪਰ ਮੈਨੂੰ ਘੱਟੋ ਘੱਟ ਮੇਰੇ ਸਾਹਮਣੇ ਸਾਰੇ ਸਤਿਕਾਰ ਨਾਲ ਬੋਲਦੇ ਆ। ਮੈਨੂੰ ਇਸ ਗੱਲ ਦਾ ਬਹੁਤ ਮਾਣ ਆ ਕਿ ਮੇਰਾ ਭਾਈਚਾਰਾ ਜਿਹੜਾ ਆ ਉਹ ਇਸ ਪੱਧਰ 'ਤੇ ਆ ਕਿ ਉਹ ਦੂਜੀ ਗੱਲਬਾਤ ਵੀ ਸੁਣਨੇ ਨੂੰ ਤਿਆਰ ਆ। ਸੋ ਮੈਂ ਸਾਰਿਆਂ ਦਾ ਉਸ ਪੱਖੋਂ ਪੂਰਾ ਸਤਿਕਾਰ ਕਰਦਾ ਹਾਂ। ਮੈਂ ਇਸ ਭਾਈਚਾਰੇ ਦਾ ਇਨਸਾਨ ਆ, ਵੱਖਰੇ ਵਿਚਾਰ ਆ, ਪਰ ਮੈਂ ਯਾਨੀ ਕਿ ਜੋ ਕੁਛ ਵੀ ਕਰਦਾ ਇਸ ਭਾਈਚਾਰੇ ਲਈ ਕਰਦਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਇਹ ਗੱਲਾਂ ਬਾਤਾਂ ਕਰਕੇ। ਪਰ 2-3 ਪ੍ਰੋਗਰਾਮ ਜਿਹੜੇ ਮੈਂ ਤੁਹਾਡੇ ਕੋਲੋਂ ਹੁਣ ਔਨ ਏਅਰ ਹੀ ਕਮਿਟਮੈਂਟ ਲੈ ਲਾਂ। ਇੱਕ ਤਾਂ ਨਾਸਤਿਕ ਬਾਣੀ ਕਿਤਾਬ ਦੇ ਉੱਤੇ ਇੱਕ ਦਿਨ ਆਪਾਂ ਇੱਕ ਵੱਖਰਾ ਸ਼ੋਅ ਕਰਨਾ ਜ਼ਰੂਰ, ਜਿਹਦੇ ਵਿੱਚ ਸਾਡੇ ਜਿਹੜੇ ਲਿਸਨਰ ਸੀ ਅੱਜ ਮੇਰੇ ਨਾਲ ਨਾਰਾਜ਼ ਹੋ ਕੇ ਚਲੇ ਗਏ ਆ, ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹ ਵੀ ਰਹਿ ਗਈਆਂ, ਇਹ ਕਰਾਂਗੇ। 1 ਫਰਵਰੀ ਦੇ ਵਿੱਚ ਆਪਾਂ ਪੰਜਾਬੀ 'ਤੇ ਕਰਾਂਗੇ। ਹਾਂ, ਅਸੀਂ 27 ਫਰਵਰੀ ਨੂੰ ਫੰਕਸ਼ਨ ਕਰ ਰਹੇ ਹਾਂ, ਉਹਦੇ ਲਈ ਤਾਂ ਤੁਹਾਡੇ ਕੋਲ ਅਸੀਂ ਆਉਣਾ ਹੀ ਆਉਣਾ ਹੈ। ਉਹ ਫੰਕਸ਼ਨ ਤੁਹਾਡਾ ਵੱਖਰਾ ਹੋਏਗਾ, ਪਰ ਆਪਾਂ ਜਿਹੜੀਆਂ ਔਨ ਏਅਰ ਕੁਝ ਗੱਲਾਂ ਕਰਨੀਆਂ, ਅਤੇ ਮੈਂ ਉਸ ਦੌਰਾਨ ਇਹ ਵੀ ਕੋਸ਼ਿਸ਼ ਕਰੂੰਗੀ ਕਿ ਆਪਣੇ ਕੁਝ ਪੋਲੀਟੀਸ਼ੀਅਨਸ ਵੀ ਆਪਾਂ ਇਨਵੋਲਵ ਕਰਕੇ ਉਹਨਾਂ ਨਾਲ ਆਪਾਂ ਇੱਥੇ ਓਪਨ ਗੱਲਬਾਤ ਕਰੀਏ। ਬਿਲਕੁਲ ਬਿਲਕੁਲ, ਜੇ ਦੋਨਾਂ ਪੱਧਰਾਂ ਦੀ, ਈਵਨ ਸਾਡੇ ਹੁਣ 7-8 ਬੰਦੇ ਵਿਕਟੋਰੀਆ ਵੀ ਆ, ਉਹ ਵੀ ਪੰਜਾਬੀ ਲਈ ਕੁਛ ਨਹੀਂ ਕਰ ਰਹੇ। ਹਾਂ, ਅਨੁਵਾਦ ਵਗੈਰਾ ਤਾਂ ਉਹ ਚੱਲ ਰਿਹਾ, ਉਹਨਾਂ ਦੀਆਂ ਲੋੜਾਂ ਵੱਖਰੀਆਂ, ਪਰ ਪੰਜਾਬੀ ਬੋਲੀ ਦੇ ਲਈ ਕਿਸੇ ਕਿਸਮ ਦੀ ਵੀ ਕਿਸੇ ਕਿਸਮ ਦੀ ਵੀ ਕੋਸ਼ਿਸ਼ ਨਹੀਂ ਕਰ ਰਿਹਾ। ਇਹ ਵੀ ਗੱਲ ਜਿਹੜੀ ਉਹ ਕਰਨ ਵਾਲੀ ਆ ਇਸ ਪੱਧਰ ਦੇ ਉੱਤੇ, ਕਿਉਂਕਿ ਹਰ ਸਾਲ ਇਹ ਹੁੰਦਾ ਤੁਸੀਂ ਇਹ ਗੱਲਾਂ ਕਰਕੇ ਚਲੇ ਜਾਂਦੇ ਹੋ ਕਿ ਅਸੀਂ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਨੇ ਕੁਝ ਨਹੀਂ ਕੀਤਾ। ਜਦੋਂ ਉਹ ਆਉਂਦੇ ਆਪਣੇ ਤੌਰ 'ਤੇ ਉਹ ਆਪਣੀ ਵੱਲੋਂ ਗੱਲ ਕਹਿ ਕੇ ਚਲੇ ਜਾਂਦੇ ਆ। ਕਦੇ ਇਸ ਤਰ੍ਹਾਂ ਦੀ ਗੱਲਬਾਤ ਦਾ ਸਬੱਬ ਬਣਿਆ ਨਹੀਂ। ਮੈਂ ਚਾਹੁੰਦੀ ਹਾਂ ਕਿ ਆਪਾਂ ਹਜੇ 1 ਮਹੀਨਾ ਹੈਗਾ ਆਪਣੇ ਕੋਲ, ਆਪਾਂ ਕਰੀਏ। ਜੇ ਮੀਡੀਆ ਇਹਦੇ 'ਚ ਦਿਲਚਸਪੀ ਲੈਣ ਲੱਗ ਪਵੇ ਅਤੇ ਇਸ ਕਿਸਮ ਦੀਆਂ ਗੱਲਾਂ ਬਾਤਾਂ ਹੋਣ ਲੱਗ ਪੈਂਦਾ, ਮੈਂ ਸਮਝਦਾ ਵੀ ਕੁਛ ਨਾ ਕੁਛ ਇੱਥੇ ਅਸੀਂ ਪ੍ਰਾਪਤ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਇਸ ਗੱਲਬਾਤ ਦੇ ਲਈ ਅਤੇ ਸਮਾਂ ਕੱਢਣ ਲਈ। ਥੈਂਕ ਯੂ ਸੋ ਮਚ। ਇਹ ਸਨ ਜੀ ਸਾਧੂ ਬਿਨਿੰਗ ਜੀ। ਅੱਜ ਦੀ ਮੁਲਾਕਾਤ ਇੰਨੀ ਹੀ, ਅਤੇ ਇਹ ਪ੍ਰੋਗਰਾਮ ਅਸੀਂ ਰਿਕਾਰਡ ਕੀਤਾ ਹੈ, ਵੀਡੀਓ ਰਿਕਾਰਡ ਕੀਤਾ ਹੈ। YouTube 'ਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਆਉਂਦੇ 1-2 ਦਿਨਾਂ ਦੇ ਵਿੱਚ ਦੇਖ ਸਕੋਗੇ। ਇਸ ਪ੍ਰੋਗਰਾਮ ਨੂੰ ਦੇਖਣਾ, ਸੁਣਨਾ ਅਤੇ ਦਿਲ ਕਰੇ ਤਾਂ ਸ਼ੇਅਰ ਵੀ ਜ਼ਰੂਰ ਕਰਨਾ। ਅੱਜ ਦਾ ਇਹ ਪ੍ਰੋਗਰਾਮ ਇੱਥੇ ਖ਼ਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ।